ਆਵਾਜ਼ ਐਂਟਰਟੇਨਮੈਂਟ ਟੀਵੀ ਲਾਈਵ ਵਿਦ ਟੀਮ ਅਰੋੜਾ ਨਾਲ ਜੁੜੇ ਹੋਏ ਸਾਰੇ ਹੀ ਦਰਸ਼ਕਾਂ ਦਾ ਅੱਜ ਦੀ ਸ਼ਾਮ ਦੇ ਵਿੱਚ ਸਵਾਗਤ ਹੈ ਜੀ। ਅੱਜ ਸਾਡੇ ਨਾਲ ਸਾਡੀ ਟੀਮ ਦੇ ਮੈਂਬਰ ਪ੍ਰਵੀਨ ਅਰੋੜਾ, ਤਰੁਣ ਤੇ ਫਹਾਦ ਜੁੜੇ ਹੋਏ ਨੇ ਜੀ। ਅਸੀਂ ਅੱਜ ਤੁਹਾਡੇ ਲਈ ਕਾਫੀ ਜਾਣਕਾਰੀ ਲੈ ਕੇ ਆਏ ਹਾਂ ਕਿ ਰੀਅਲ ਸਟੇਟ ਦੇ ਵਿੱਚ ਜਿਹੜੇ ਨਵੇਂ ਰੂਲ ਜਾਂ ਕੋਈ ਨਵੀਆਂ ਚੀਜ਼ਾਂ ਚੇਂਜ ਹੋ ਰਹੀਆਂ ਨੇ ਜੀ, ਤੇ ਉਹਨਾਂ ਦੇ ਮੁਤਾਬਿਕ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ। ਜੇ ਤੁਸੀਂ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਚਾਹੁੰਦੇ ਆ ਤਾਂ ਸਕਰੀਨ ਤੇ ਜਿਹੜੇ ਨੰਬਰ ਆ ਰਹੇ ਨੇ ਉਹਨਾਂ ਨੂੰ ਡਾਇਲ ਕਰਕੇ ਤੁਸੀਂ ਸਾਡੇ ਨਾਲ ਕਨੈਕਟ ਹੋ ਸਕਦੇ ਹੋ। ਸਭ ਤੋਂ ਪਹਿਲਾਂ ਮੈਂ ਸਾਡੇ ਟੀਮ ਦੇ ਮੈਂਬਰ ਪ੍ਰਵੀਨ ਜੀ ਨੂੰ ਤੁਹਾਡੇ ਨਾਲ ਰੂਬਰੂ ਕਰੂੰਗਾ ਜੀ। ਇੰਦਰ ਜੀ, ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ। ਅੱਜ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਸਾਨੂੰ ਕੁਝ ਕੁ ਦਰਸ਼ਕਾਂ ਤੋਂ ਇਹ ਫਰਮਾਇਸ਼ ਆਈ ਸੀ ਕਿ ਤੁਸੀਂ ਵਿੱਚ ਕਦੇ ਕੋਈ ਪੰਜਾਬੀ 'ਚ ਵੀ ਪ੍ਰੋਗਰਾਮ ਕਰਿਆ ਕਰੋ। ਤੇ ਆਈ ਥਿੰਕ ਕਿਉਂਕਿ ਆਪਣੇ ਪਾਕਿਸਤਾਨ ਤੋਂ ਵੀ ਪੰਜਾਬ ਸਾਈਡ ਤੋਂ ਜਿਹੜੇ ਕਾਫੀ ਲੋਕ ਨੇ ਪੰਜਾਬੀ ਬੋਲਦੇ ਨੇ, ਨੋ ਡਾਊਟ ਕਿ ਸਾਡਾ ਥੋੜਾ ਜਿਹਾ ਪੰਜਾਬੀ ਦਾ ਐਕਸੈਂਟ ਡਿਫਰੈਂਟ ਆ। ਤਾਂ ਅੱਜ ਅਸੀਂ ਸੋਚਿਆ ਕਿ ਅੱਜ ਮੈਂ ਇੰਦਰ ਨੂੰ ਸਪੈਸ਼ਲ ਰਿਕੁਐਸਟ ਕੀਤੀ ਕਿ ਅੱਜ ਤੁਸੀਂ ਸਾਡੇ ਨਾਲ ਪ੍ਰੋਗਰਾਮ ਕਰੋ, ਕਿ ਅੱਜ ਆਪਾਂ ਪੰਜਾਬੀ ਦੇ ਵਿੱਚ ਪ੍ਰੋਗਰਾਮ ਕਰਦੇ ਹਾਂ। ਮਤਲਬ ਕਿਉਂਕਿ ਲੌਂਗ ਵੀਕਐਂਡ ਦਾ ਦਿਨ ਆ, ਕਾਫੀ ਦਰਸ਼ਕ ਅੱਜ ਘਰੇ ਹੋਣਗੇ, ਤੇ ਮੈਂ ਕਿਹਾ ਚਲੋ ਅੱਜ ਉਹਨਾਂ ਦੀ ਆਪਾਂ ਜਿੱਦਾਂ ਉਹਨਾਂ ਨੇ ਰਿਕੁਐਸਟ ਕੀਤੀ ਸੀ ਆਪਾਂ ਅੱਜ ਪੰਜਾਬੀ ਦੇ ਵਿੱਚ ਪ੍ਰੋਗਰਾਮ ਕਰਦੇ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਔਰ ਅੱਜ ਅਸੀਂ ਤੁਹਾਨੂੰ ਜਿਹੜੀਆਂ ਕਿ ਨਵੀਆਂ ਚੇਂਜਿਸ ਓਨਟਾਰੀਓ ਦੇ ਵਿੱਚ ਆ ਰਹੀਆਂ ਨੇ ਉਹਦੇ ਬਾਰੇ ਕਾਫੀ ਜਾਣਕਾਰੀ ਦੇਵਾਂਗੇ। ਹਾਂਜੀ ਤਰੁਣ ਜੀ। ਪਹਿਲਾਂ ਸਭ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਮੇਰਾ ਪਿਆਰ ਭਰਾ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਤੇ ਮੈਂ ਪ੍ਰੀ ਕੰਸਟਰਕਸ਼ਨ ਬਾਰੇ ਅੱਜ ਤੁਹਾਨੂੰ ਦੱਸਾਂਗਾ ਕਿ ਪ੍ਰੀ ਕੰਸਟਰਕਸ਼ਨ ਕਿੱਥੇ ਜਾ ਰਹੀ ਹੈਗੀ, ਕਿਉਂਕਿ ਪਿਛਲੇ 3-4 ਹਫ਼ਤੇ ਤੋਂ ਜਿਹੜੀ ਰੀਸੇਲ ਮਾਰਕੀਟ ਦੇ ਵਿੱਚ ਚੇਂਜਸ ਆਈਆਂ ਨੇ ਉਹਦੇ ਕਾਰਨ ਜਿਹੜਾ ਪ੍ਰੀ ਕੰਸਟਰਕਸ਼ਨ ਦੇ ਕਾਫੀ ਇਫੈਕਟ ਆਇਆ ਪੋਜ਼ਿਟਿਵ। ਤਾਂ ਉਹਦੇ ਬਾਰੇ ਤੁਹਾਨੂੰ ਮੈਂ ਥੋੜੀ ਜਿਹੀ ਦੱਸਾਂਗਾ ਕਿ ਕੀ ਚੱਲ ਰਿਹਾ ਮਾਰਕੀਟ 'ਚ ਅਲੱਗ-ਅਲੱਗ ਥਾਵਾਂ ਤੇ बाकी फवाद जी रीसेल बारे बताएंगे। हाँ जी, सो अस्सलाम वालेकुम एवरीबॉडी। आज हमने बताना है आपको प्री कंस्ट्रक्शन के बारे में, रीसेल के बारे में, ओल्ड लेजिस्लेशन जो से नए रूल्स आ रहे हैं उन्हों के बारे में थोड़ी डिस्कशन करेंगे। और जैसे इंटर सवाल पूछेगा प्रवीण जी को थोड़ा प्रोवोक करेंगे कि एक्सप्लेनेशन सही तरीके की दे, क्योंकि काफी क्लाइंट वो कहते हैं बाद में कॉल आती है हमें कॉलर की, वो कहते हैं मैं समझ नहीं आई। आज प्रवीण जी सारा समझा के जाना आपने। ਬਿਲਕੁਲ। ਹਾਂਜੀ, ਉਹਦੇ ਨਾਲ ਮੈਂ ਸਾਰੇ ਦਰਸ਼ਕਾਂ ਨੂੰ ਰਿਕੁਐਸਟ ਵੀ ਕਰੂੰਗਾ ਕਿ ਜੇ ਤੁਹਾਡਾ ਕੋਈ ਵੀ ਸਵਾਲ ਜਵਾਬ ਜਾਂ ਕੋਈ ਵੀ ਤੁਸੀਂ ਸਾਡੇ ਨਾਲ ਡਿਸਕਸ਼ਨ ਕਰਨੀ ਚਾਹੁੰਦੇ ਆ, ਜੇ ਰੀਅਲ ਸਟੇਟ ਤੋਂ ਇਲਾਵਾ ਵੀ ਤੁਸੀਂ ਸਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਆ, ਤੁਸੀਂ ਤਾਂ ਵੀ ਸਾਨੂੰ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਆ, ਜਿਹੜੇ ਸਕਰੀਨ ਤੇ ਨੰਬਰ ਆ ਰਹੇ ਨੇ ਜੀ। ਤੇ ਪ੍ਰਵੀਨ ਜੀ, ਜਿਵੇਂ ਕਿ ਆਪਾਂ ਜਦੋਂ ਰਸਤੇ ਵਿੱਚ ਆ ਰਹੇ ਸੀ ਆਪਾਂ ਕਾਫੀ ਡਿਸਕਸ਼ਨ ਹੋ ਰਹੀ ਸੀ ਤਰੁਣ ਜੀ ਨਾਲ, ਫਹਾਦ ਦੇ ਨਾਲ ਵੀ ਆਪਾਂ ਗੱਲਬਾਤ ਕਰ ਰਹੇ ਸੀਗੇ ਕਿ ਰੀਅਲ ਸਟੇਟ ਦੇ ਵਿੱਚ ਕਾਫੀ ਚੇਂਜਸ ਆ ਰਹੀਆਂ ਨੇ ਜੀ। ਜਿਵੇਂ ਕਿ ਪਿਛਲੇ ਹਫ਼ਤਿਆਂ ਦੇ ਵਿੱਚ ਤੁਸੀਂ ਵੀ ਤੇ ਦਰਸ਼ਕਾਂ ਨੇ ਵੀ ਸਾਰੇ ਹੀ ਮਤਲਬ ਅਪ ਟੂ ਡੇਟ ਰਹਿੰਦੇ ਨੇ। ਤੁਸੀਂ ਸਾਨੂੰ ਥੋੜੀ ਜਿਹੀ ਇਹ ਜਾਣਕਾਰੀ ਦਿਓ ਕਿ ਜਿਹੜੇ ਹਾਊਸਿੰਗ ਮਾਰਕੀਟ ਦੇ ਵਿੱਚ ਨਵੀਂ ਜਿਹੜੀ ਕੋਈ ਚੇਂਜਸ ਆ ਰਹੀ ਹੈ, ਇੱਕ ਸਿਟੀ ਦੇ ਨਾਲ ਕੋਈ ਜਿਹੜੇ ਚੇਂਜਸ ਆ ਰਹੀਆਂ ਨੇ ਕਿ ਸਿਟੀ ਨੂੰ ਉਹਨਾਂ ਨੇ ਕੁਝ ਮਤਲਬ ਆਫਰ ਵੀ ਕੀਤਾ ਹੈ ਤੇ ਸਿਟੀ ਨੂੰ ਰਿਕੁਐਸਟ ਵੀ ਕੀਤੀ ਆ, ਉਹਦੇ ਬਾਰੇ ਤੁਸੀਂ ਥੋੜੀ ਜਿਹੀ ਜਾਣਕਾਰੀ ਸਾਂਝੀ ਕਰੋ ਵੀ ਉਹ ਕਿਹੜੇ ਪੁਆਇੰਟਸ ਨੇ ਕਿ ਆਪਾਂ ਆਪਣੇ ਦਰਸ਼ਕਾਂ ਨਾਲ ਉਹ ਸਾਂਝੇ ਕਰ ਸਕੀਏ। ਸਭ ਤੋਂ ਪਹਿਲਾਂ ਇੰਦਰ ਇਹ ਹੈ ਕਿ ਮੈਂ ਆਪਣੇ ਦਰਸ਼ਕਾਂ ਨੂੰ ਇੱਥੇ ਦੱਸਣਾ ਚਾਹਾਂਗਾ ਕਿ ਇਹ ਜਿਹੜਾ ਲਾਅ ਆ ਜਾਂ ਜਿਹੜੀ ਇਹ ਪ੍ਰਪੋਜ਼ਲਸ ਆ ਰਹੀਆਂ ਨੇ ਉਹ ਆ ਕਿਉਂ ਰਹੀਆਂ ਨੇ ਮਾਰਕੀਟ ਦੇ ਵਿੱਚ, ਗਵਰਨਮੈਂਟ ਇਹਨਾਂ ਦੇ ਬਾਰੇ ਕਿਉਂ ਸੋਚ ਰਹੀ ਆ। ਜਿੱਦਾਂ ਕਿ ਸਾਰੇ ਦਰਸ਼ਕਾਂ ਨੂੰ ਇਸ ਚੀਜ਼ ਦਾ ਪਤਾ ਕਿ ਆਪਾਂ ਪਿਛਲੇ ਕਾਫੀ ਮਹੀਨਿਆਂ ਤੋਂ ਇੱਕ ਗੱਲ ਮਤਲਬ ਡਿਸਕਸ ਕਰਦੇ ਆ ਰਹੇ ਹਾਂ ਕਿ 2030 ਤੱਕ ਗਵਰਨਮੈਂਟ ਦਾ ਇਹ ਟਾਰਗੇਟ ਆ ਕਿ ਇੱਥੇ ਆਪਾਂ ਨੂੰ 1.5 ਮਿਲੀਅਨ ਨਵੇਂ ਯੂਨਿਟਸ ਅਵੇਲੇਬਲ ਹੋਣੇ ਚਾਹੀਦੇ ਲੋਕਾਂ ਦੇ ਰਹਿਣ ਵਾਸਤੇ। ਅਦਰਵਾਈਜ਼ ਜੋ ਮਾਰਕੀਟ ਦੀ ਡਿਮਾਂਡ ਆ ਉਹ ਡਿਮਾਂਡ ਨੂੰ ਆਪਾਂ ਪੂਰਾ ਨਹੀਂ ਕਰ ਸਕਾਂਗੇ। ਔਰ ਜੇ ਆਪਾਂ ਅੱਜ ਵੀ ਦੇਖੀਏ ਇੰਦਰ, ਜਿਹੜੀ ਇਨਵੈਂਟਰੀ ਦਾ ਨੰਬਰ ਆ, ਤੁਸੀਂ ਖੁਦ ਇਸ ਚੀਜ਼ ਤੋਂ ਵਾਕਿਫ ਹੋ ਕਿ ਇਨਵੈਂਟਰੀ ਦਾ ਨੰਬਰ ਆਪਣਾ ਕਾਫੀ ਥੱਲੇ ਆ। ਬਿਲਕੁਲ ਜੀ। ਔਰ ਇਹ ਆਪਾਂ ਬੈਕ ਟੂ ਉਸੇ ਸਿਚੁਏਸ਼ਨ 'ਚ ਵਾਪਸ ਜਾ ਰਹੇ ਹਾਂ ਜਿਹੜੀ ਕਿ ਆਪਾਂ ਸਿਚੁਏਸ਼ਨ 'ਚ 2022 ਦੀ ਸ਼ੁਰੂਆਤ ਦੇ ਵਿੱਚ ਗਏ ਸੀਗੇ। ਉਦੋਂ ਵੀ ਕੀ ਹੋਇਆ ਸੀ, ਮਾਰਕੀਟ ਦੇ ਵਿੱਚ ਇਨਵੈਂਟਰੀ ਦਾ ਨੰਬਰ ਥੱਲੇ ਸੀ, ਉਸ ਕਰਕੇ ਪ੍ਰਾਈਸਿਸ ਸੀ ਜਿਹੜੇ ਵਧਣੇ ਸ਼ੁਰੂ ਹੋ ਗਏ ਸੀ। ਸੋ ਜਿਹੜਾ ਗਵਰਨਮੈਂਟ ਦਾ 1.5 ਮਿਲੀਅਨ ਦਾ ਟਾਰਗੇਟ ਆ, ਇਹਨੂੰ ਪੂਰਾ ਕਰਨ ਵਾਸਤੇ ਗਵਰਨਮੈਂਟ ਨੂੰ ਕਾਫੀ ਸਟਰੋਂਗ ਸਟੈਪਸ ਚੱਕਣ ਦੀ ਲੋੜ ਆ। ਔਰ ਇਹ ਜਿਹੜੇ ਨਵੇਂ ਲਾਜ਼ ਨੇ ਇਹ ਉਹਨਾਂ ਸਟੈਪਸ ਦੇ ਵਿੱਚੋਂ ਇੱਕ ਪਾਰਟ ਆ ਉਹਦਾ। ਉਹਨੇ ਜਿਹੜੇ ਸਾਰੇ ਲਾਜ਼ ਦੇ ਵਿੱਚ ਚੇਂਜਿਸ ਆ ਰਹੀ ਆ, ਉਹ ਚੇਂਜਿਸ ਆਉਣ ਦਾ ਸਭ ਤੋਂ ਵੱਡਾ ਜਿਹੜਾ ਕਾਰਨ ਆ ਉਹ ਇਹ ਆ ਕਿ ਮਾਰਕੀਟ ਦੇ ਵਿੱਚ ਜਿਹੜੀ ਇਹ ਡਿਮਾਂਡ ਆ ਉਹ ਡਿਮਾਂਡ ਨੂੰ ਕਿਵੇਂ ਪੂਰਾ ਕੀਤਾ ਜਾਵੇ। ਕਿਉਂਕਿ ਜੇ ਡਿਮਾਂਡ ਪੂਰਾ ਨਹੀਂ ਹੁੰਦੀ ਤਾਂ ਮਾਰਕੀਟ ਦੇ ਵਿੱਚ ਇੰਬੈਲੈਂਸ ਕ੍ਰੀਏਟ ਹੁੰਦਾ, ਜਿੱਦਾਂ ਕਿ ਮਾਰਕੀਟ ਦੇ ਵਿੱਚ 2022 ਦੇ ਵਿੱਚ ਇੰਬੈਲੈਂਸ ਕ੍ਰੀਏਟ ਹੋਇਆ ਸੀਗਾ।
ਉਹਦਾ ਨਤੀਜਾ ਕੀ ਨਿਕਲਿਆ ਕਿ 4-5 ਮਹੀਨਿਆਂ ਦੇ ਵਿੱਚ 25 ਤੋਂ 30% ਘਰਾਂ ਦੇ ਪ੍ਰਾਈਸ ਉੱਪਰ ਚਲੇ ਗਏ। ਉਹ ਪ੍ਰਾਈਸ ਉੱਪਰ ਚਲੇ ਗਏ, ਲੋਕਾਂ 'ਚ ਹੋਰ ਡਰ ਪੈਦਾ ਹੋ ਗਿਆ, ਲੋਕ ਹਫੜਾ ਦਫੜੀ 'ਚ ਘਰ ਬਾਏ ਕਰਨਾ ਸ਼ੁਰੂ ਕਰ ਗਏ ਸੀਗੇ। ਫਿਰ ਗਵਰਨਮੈਂਟ ਨੂੰ ਸਟੈਪ ਇਨ ਕਰਨਾ ਪਿਆ ਕਿਉਂਕਿ ਲੋਕਾਂ ਦੇ ਘਰਾਂ ਦੇ ਪ੍ਰਾਈਸਿਸ ਇੰਨੇ ਉੱਪਰ ਜਾ ਰਹੇ ਸੀਗੇ, ਇਨਫਲੇਸ਼ਨ ਵੱਧ ਰਹੀ ਸੀਗੀ। ਉਹ ਸਟੈਪ ਇਨ ਕਰਕੇ ਇੰਟਰਸਟ ਰੇਟ ਵਧਾਇਆ ਗਿਆ, ਚੀਜ਼ਾਂ ਕਾਫੀ ਚੇਂਜ ਕੀਤੀਆਂ ਗਈਆਂ। ਆਪਾਂ ਨੂੰ ਸਾਰਿਆਂ ਨੂੰ ਪਤਾ ਵਾ ਕਿ ਉਸ ਤੋਂ ਬਾਅਦ ਮਾਰਕੀਟ ਦੇ ਵਿੱਚ ਕੀ ਹੋਇਆ। ਸੋ ਹੁਣ ਕੀ ਆ ਕਿ ਜਦੋਂ ਵੀ ਮਾਰਕੀਟ ਨੂੰ ਸਟੇਬਲ ਕਰਨਾ ਅੰਦਰ, ਉਹਦੇ ਚ ਸਭ ਤੋਂ ਜਿਹੜੀ ਵੱਡੀ ਰਿਕੁਆਇਰਮੈਂਟ ਆ ਉਹ ਇਹ ਆ ਕਿ ਉਹਦੇ ਚ ਐਨਫ ਸਪਲਾਈ ਅਵੇਲੇਬਲ ਹੋਣੀ ਚਾਹੀਦੀ ਹੈ ਡਿਮਾਂਡ ਦੇ ਮੁਤਾਬਕ। ਜੇ ਉਹ ਐਨਫ ਸਪਲਾਈ ਅਵੇਲੇਬਲ ਨਹੀਂ ਹੈਗੀ ਡਿਮਾਂਡ ਦੇ ਮੁਤਾਬਕ ਤਾਂ ਮਾਰਕੀਟ ਦੇ ਵਿੱਚ ਇੰਬੈਲੈਂਸ ਕ੍ਰੀਏਟ ਹੁੰਦਾ। ਸੋ ਗਵਰਨਮੈਂਟ ਨੇ ਜਿਹੜੀ ਹੁਣੇ ਨਵੀਂ ਪ੍ਰਪੋਜ਼ਲ ਆ ਉਹਦੇ ਚ ਕੀ ਕੀਤਾ ਕਿ ਜਿੰਨੇ ਵੀ ਸਿਟੀਜ਼ ਨੇ ਉਹਨਾਂ ਨੂੰ ਆਪਸ਼ਨ ਦਿੱਤੀ ਹੈ ਕਿ ਉਹ ਇਦਾਂ ਦੀਆਂ ਅਪਰੂਵਲ, ਇਦਾਂ ਦੀਆਂ ਜ਼ੋਨਿੰਗਸ ਨੂੰ ਚੇਂਜ ਕਰਨ ਕਿ ਜਿੱਥੇ ਲੋ ਰਾਈਜ਼ ਵੀ ਹੋਵੇ ਔਰ ਮਿਡ ਰਾਈਜ਼ ਵੀ ਹੋਵੇ। ਕਹਿਣ ਦਾ ਮਤਲਬ ਮਿਕਸਡ ਜ਼ੋਨਿੰਗ ਹੈ ਜਿਹੜੀ ਕੀਤੀ ਜਾਵੇ। ਉਹਦੇ ਨਾਲ ਕੀ ਹੋਏਗਾ ਕਿ ਡੈਂਸਿਟੀ ਵਧੇਗੀ, ਜਿੱਥੇ ਮਿਡ ਰਾਈਜ਼ ਆਉਣਗੇ ਉਹਦੇ ਨਾਲ ਕੀ ਹੈ ਕਿ ਥੋੜੀ ਜਗ੍ਹਾ ਦੇ ਵਿੱਚ ਜਿਹੜੀਆਂ ਯੂਨਿਟਸ ਨੇ ਉਹ ਜ਼ਿਆਦਾ ਯੂਨਿਟਸ ਬਣਨਗੇ। ਇਹ ਜਿਹੜੀ ਚੀਜ਼ ਆ ਇਹਦਾ ਸਿੱਧਾ ਤੇ ਸਿੱਧਾ ਜਿਹੜਾ ਡਾਇਰੈਕਟ ਕੋਰਿਲੇਸ਼ਨ ਆ ਉਹ ਇਹ ਆ ਕਿ ਨੰਬਰ ਆਫ ਯੂਨਿਟਸ ਨੂੰ ਕਿਸੇ ਤਰੀਕੇ ਨਾਲ ਕਿਵੇਂ ਵਧਾਇਆ ਜਾਵੇ। ਉਸ ਤੋਂ ਬਿਨਾਂ ਓਨਟਾਰੀਓ ਗਵਰਨਮੈਂਟ ਨੇ ਇਹ ਵੀ ਜਿਹੜੀ ਚੀਜ਼ ਆ ਉਹ ਵੀ ਪਾਸ ਕੀਤੀ ਆ ਕਿ ਜਿਹੜੇ ਫਾਰਮਰਸ ਨੇ ਅੱਜ ਕੱਲ, ਜਿੱਦਾਂ ਕਿਸੇ ਵੀ ਫਾਰਮਰ ਦੇ ਕੋਲ ਕੋਈ ਲੈਂਡ ਆ ਉਹਦੇ ਚੋਂ ਇੱਕ ਘਰ ਬਣਾ ਸਕਦੇ ਨੇ ਜਾਂ ਇੱਕ ਘਰ ਉਹਨਾਂ ਦੇ ਕੋਲ ਹੁੰਦਾ, ਉਹਨਾਂ ਨੂੰ ਆਪਸ਼ਨ ਦਿੱਤੀ ਹੈ ਕਿ ਜੇ ਉਹ ਚਾਹੁੰਦੇ ਨੇ ਤਾਂ ਉੱਥੇ 3 ਘਰ ਬਣ ਸਕਦੇ ਨੇ। ਹਾਂਜੀ, ਇਹਦੇ ਵਿੱਚ ਇੱਕ ਹੋਰ ਚੀਜ਼ ਪ੍ਰਵੀਨ ਜੀ ਮੈਂ ਤੁਹਾਡੇ ਤੋਂ ਪੁੱਛਣਾ ਚਾਹੂੰਗਾ ਕਿ ਆਪਾਂ ਪਹਿਲਾਂ ਜਿਹੜੇ ਪ੍ਰੋਗਰਾਮ ਲਾ ਪਾਸ ਦੇ ਵਿੱਚ ਕੀਤੇ ਆ ਉਦੋਂ ਵੀ ਆਪਾਂ ਇਨਫੋਰਮੇਸ਼ਨ ਸ਼ੇਅਰ ਕੀਤੀ ਸੀ ਕਿ ਇੱਕ ਸਿਟੀ ਨੇ ਹੋਰ ਲਾਅ ਪਾਸ ਕੀਤਾ ਸੀਗਾ ਕਿ ਤੁਸੀਂ ਆਪਣੀ ਬੈਕਯਾਰਡ ਦੇ ਵਿੱਚ ਇੱਕ ਯੂਨਿਟ ਐਡ ਕਰ ਸਕਦੇ ਆ। ਹਾਂਜੀ, ਕਿਉਂਕਿ ਡੇ ਬਾਈ ਡੇ ਸਾਡੇ ਨਵੇਂ ਸਰੋਤੇ ਜੁੜਦੇ ਆ ਜੀ, ਤੁਸੀਂ ਉਹਦੇ ਬਾਰੇ ਵੀ ਥੋੜੀ ਜੀ ਜਾਣਕਾਰੀ ਦਿਓ ਕਿ ਉਹ ਕੀ ਲਾਅ ਪਾਸ ਹੋਇਆ ਸੀਗਾ ਤੇ ਉਹ ਕਿੱਦਾਂ ਵਰਕ ਕਰਦਾ ਜੀ। ਉਹਦੇ ਚ ਅੰਦਰ ਇਹ ਸੀਗਾ ਕਿ ਜਿਹੜਾ ਆਪਣੀਆਂ ਇੱਥੇ ਦੇ GTA ਦੇ ਵਿੱਚ ਨੇ ਜੀ, ਜਿਹੜੇ ਵੀ ਸਿਟੀਜ਼ ਨੇ, ਆਪਾਂ ਆਪਣੇ ਬੈਕਯਾਰਡ ਦੇ ਵਿੱਚ ਇੱਕ ਜਿਹੜੀ ਆ ਉਹ ਹੋਰ ਯੂਨਿਟ ਆ ਆਪਾਂ ਬਣਾ ਸਕਦੇ ਆ। ਠੀਕ ਹੈ ਜੀ। ਬਟ ਉਹਦੇ ਚ ਜਿਹੜਾ ਥੋੜਾ ਜਿਹਾ ਚੈਲੰਜ ਸਾਨੂੰ ਲੱਗ ਰਿਹਾ ਕਿ ਜਿਹੜਾ ਲੋਕਾਂ ਨੂੰ ਚੈਲੰਜ ਆ ਰਿਹਾ ਉਹ ਇਹ ਚੈਲੰਜ ਆ ਰਿਹਾ ਕਿ ਉਹ ਯੂਨਿਟ ਦਾ ਜਿਹੜਾ ਸਾਈਜ਼ ਆ ਉਹ ਸਾਈਜ਼ 400 ਸਕੁਅਰ ਫੀਟ ਤੋਂ ਥੱਲੇ ਆ, ਡਿਪੈਂਡਿੰਗ ਔਨ ਦਾ ਲੋਟ ਸਾਈਜ਼। ਉਹ ਜਿਹੜਾ 400 ਸਕੁਅਰ ਫੀਟ ਦਾ ਯੂਨਿਟ ਆ ਉਹ ਕਾਫੀ ਛੋਟਾ ਸਾਈਜ਼ ਆ, ਉਹ ਇੱਕ ਛੋਟੀ ਫੈਮਿਲੀ ਦੀ ਰਿਕੁਆਇਰਮੈਂਟ ਫੁੱਲਫਿਲ ਕਰਦਾ। ਉਹਦੇ ਜਿਵੇਂ ਆਪਾਂ ਕਹਿ ਦਈਏ ਕਿ ਕੋਈ ਜ਼ਿਆਦਾ ਮੀਡੀਅਮ ਸਾਈਜ਼ ਦੀ ਫੈਮਿਲੀ ਦੇ ਲਈ ਰਹਿਣਾ ਔਖਾ 400 ਸਕੁਅਰ ਫੀਟ ਜਗ੍ਹਾ ਦੇ ਵਿੱਚ। ਠੀਕ ਹੈ ਜੀ। ਕਿਉਂਕਿ ਜੀ ਸੌਰੀ 1 ਮਿੰਟ, ਇੱਕ ਕਾਲ ਆ ਰਹੀ ਹੈ ਜੀ। ਹਾਂਜੀ ਹਾਂਜੀ, ਵੈਲਕਮ ਜੀ। ਹੈਲੋ ਜੀ। So there was a question. It says if I can ask a question. Sure. So if the condo and townhouse have price, which one would you prefer to buy? If the condo or the townhouse are the same price, which one would you prefer? Yes. POTL fees included. Okay, so if the condo and the townhouse is the same price, definitely townhouse will be a better option. The reason for that, because condo there are some common elements which you have to pay. Either you use it or you don't use it. But in townhouse, you have your own liberty. If you want to, you don't need to pay anything extra which you are not using. So townhouse is definitely a better option rather than a condominium. Okay, thank you. Thanks. You're welcome. ਹਾਂਜੀ, ਸੋ ਉਹਦੇ ਚ ਕੀ ਆ ਕਿ ਜਿਹੜੇ ਫਾਰਮਰਸ ਨੇ ਉਹ 3 ਮਤਲਬ ਆਪਣੇ ਯੂਨਿਟਸ ਆ ਜਿਹੜੇ ਉਹ ਬਣਾ ਸਕਦੇ ਨੇ ਉਸ ਘਰ ਦੇ ਵਿੱਚ। ਔਰ ਉਸ ਤੋਂ ਬਿਨਾ ਜਿਹੜਾ ਉਹਨਾਂ ਨੇ ਕਿਹਾ ਕਿ ਜਿਹੜੇ 29 ਗਰੋਇੰਗ ਮਿਊਨਿਸਪੈਲਿਟੀਜ਼ ਨੇ, ਸਿਟੀਜ਼ ਨੇ ਓਨਟਾਰੀਓ ਦੇ ਵਿੱਚ, ਉਹਨਾਂ ਨੂੰ ਕਿਹਾ ਕਿ ਜਿਹੜੇ ਉਹਨਾਂ ਦੇ ਮੇਜਰ ਟ੍ਰਾਂਜਿਟ ਨੇ ਉੱਥੇ ਉਹਦੇ ਆਲੇ ਦੁਆਲੇ ਜਿਹੜੀ ਆ ਗਰੋਥ ਜ਼ਿਆਦਾ ਕੀਤੀ ਜਾਵੇ। ਮੇਜਰ ਟ੍ਰਾਂਜਿਟ, ਹੁਣ ਜੇ ਆਪਾਂ ਗੱਲ ਕਰੀਏ ਇੰਦਰ, ਤੁਸੀਂ ਇੱਕ ਚੀਜ਼ ਦੇਖੋ ਕਿ ਆਪਾਂ ਮਿਸੀਸਾਗਾ ਜਾਂ ਬਰੈਂਪਟਨ ਦੀ ਗੱਲ ਕਰੀਏ, ਮਿਸੀਸਾਗਾ ਜਿਹੜਾ ਸਕੁਅਰ 1 ਦਾ ਏਰੀਆ ਜਿੱਥੇ ਕਿ ਮੇਜਰ ਟ੍ਰਾਂਜਿਟ ਆ ਔਰ ਉੱਥੇ ਹੁਣ LRT ਦਾ ਵੀ ਮਤਲਬ ਜਿਹੜੀ ਬਣ ਰਹੀ ਆ, ਉਹਦੇ ਆਲੇ ਦੁਆਲੇ ਸਾਰੀ ਹਾਈ ਡੈਂਸਿਟੀ ਜ਼ੋਨਿੰਗ ਆ। ਠੀਕ ਹੈ। ਔਰ ਉੱਥੇ ਕੀ ਆ ਵੱਧ ਤੋਂ ਵੱਧ ਯੂਨਿਟਸ ਜਿਹੜੇ ਨੇ ਆ ਰਹੇ ਨੇ। ਇਸੇ ਹੀ ਤਰ੍ਹਾਂ ਜੇ ਆਪਾਂ ਗੱਲ ਕਰੀਏ ਵੁੱਡ ਬ੍ਰਿਜ ਦੇ ਵਿੱਚ ਜੇਨਸ ਦੇ ਉੱਪਰ, ਜੇਨ ਐਂਡ 400 ਦੇ ਕੋਲ, ਉੱਥੇ ਵੀ ਜਿਹੜਾ ਉਹ ਮੇਜਰ ਟ੍ਰਾਂਜਿਟ ਆ, ਉੱਥੇ ਵੀ ਸਾਰੀ ਹਾਈ ਡੈਂਸਿਟੀ ਜ਼ੋਨਿੰਗ ਆ, ਉੱਥੇ ਆ ਰਹੇ ਨੇ। ਹੁਣ ਬਰੈਂਪਟਨ ਦੇ ਵਿੱਚ ਵੀ ਆਪਾਂ ਜੇ ਦੇਖੀਏ ਤਾਂ ਜਿਹੜਾ ਬਰੈਂਪਟਨ ਡਾਊਨਟਾਊਨ ਆ, ਉੱਥੇ ਵੀ ਜਿਹੜਾ ਗੋ ਸਟੇਸ਼ਨ ਆ, ਗੋ ਸਟੇਸ਼ਨ ਦੇ ਨਾਲ ਜਿਹੜਾ ਮੇਜਰ ਟ੍ਰਾਂਜਿਟ ਆ ਉੱਥੇ ਉਹਦੇ ਆਲੇ ਦੁਆਲੇ ਵੀ ਹੁਣ ਸਾਰੀ ਇਹ ਜਿਹੜੀ ਹਾਈ ਡੈਂਸਿਟੀ ਜ਼ੋਨਿੰਗ ਆ ਰਹੀ ਆ। ਜੇ ਮੰਨ ਲਓ ਉੱਥੇ ਹਾਈ ਰਾਈਜ਼ ਦੀ ਨਹੀਂ ਆਪਸ਼ਨ ਹੈਗੀ ਤਾਂ ਉੱਥੇ ਮਤਲਬ ਸਟੈਕ ਟਾਊਨ ਹਾਊਸ ਜਾਂ ਟਾਊਨ ਹਾਊਸ ਦੀ ਆਪਸ਼ਨ ਆ ਰਹੀ ਆ। ਔਰ ਚੌਥੀ ਜਿਹੜੀ ਇਹਦੇ ਚ ਉਹਨਾਂ ਨੇ ਮੇਜਰ ਚੇਂਜ ਕੀਤੀ ਉਹ ਇਹ ਕੀਤੀ ਹੈ ਕਿ ਮਿਊਨਿਸਪੈਲਿਟੀਜ਼ ਨੂੰ ਫਲੈਕਸੀਬਿਲਿਟੀ ਦਿੱਤੀ ਆ ਡਿਸਾਈਡ ਕਰਨ ਵਾਸਤੇ ਕਿ ਉਹ ਆਪਣੀਆਂ ਜਿਹੜੀਆਂ
ਬਾਉਂਡਰੀਜ਼ ਨੇ, ਸੈਟਲਮੈਂਟ ਬਾਉਂਡਰੀਜ਼ ਨੇ, ਉਹਨਾਂ ਨੂੰ ਕਿੱਦਾਂ ਐਕਸਪੈਂਡ ਕਰ ਸਕਦੇ ਆ। ਬਾਟਮ ਲਾਈਨ ਇਹ ਆ ਕਿ ਗਵਰਨਮੈਂਟ ਦੀ ਪੂਰੀ ਕੋਸ਼ਿਸ਼ ਆ ਕਿ ਕਿਸੇ ਵੀ ਤਰੀਕੇ ਨਾਲ ਜੇ ਕੋਈ ਚੇਂਜਸ ਕਰਕੇ ਵੱਧ ਤੋਂ ਵੱਧ ਯੂਨਿਟ ਆ ਜਿਹੜੇ ਬਣਾਏ ਜਾ ਸਕਦੇ ਹੋਣ, ਉਹ ਯੂਨਿਟਸ ਬਣਾਏ ਜਾਣ। ਇਹ ਜਿਹੜੀ ਮੇਜਰ ਚੇਂਜ ਕੀਤੀ ਜਾ ਰਹੀ ਆ ਇਸ ਨਵੇਂ ਲਾਅ ਦੇ ਅੰਦਰ। तो प्रवीण जी, did you ever see this before? कभी पहला इस तरह हुआ है with your experience कि इतनी स्पीड नाल कम हो रहा है? ਦੇਖੋ ਇੰਨੀ ਸਪੀਡ ਨਾਲ ਪਹਿਲਾਂ ਤਾਂ ਨਹੀਂ ਕਦੇ ਹੋਇਆਗਾ ਕੰਮ, ਕਿਉਂਕਿ ਹੁਣ ਫਾਦ ਕੀ ਹੈ ਕਿ ਜਿਸ ਤਰ੍ਹਾਂ ਪਾਪੂਲੇਸ਼ਨ ਆਪਣੀ ਵੱਧ ਰਹੀ ਆ, हाँ जी, ਔਰ ਇਸ ਟਾਈਮ ਇੱਥੇ ਮੈਂ ਇੱਕ ਹੋਰ ਚੀਜ਼ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹਾਂਗਾ। ਇੱਕ ਮਾਰਕੀਟ ਦੇ ਵਿੱਚ ਬਹੁਤ ਬੜਾ ਇਸ ਟਾਈਮ ਅੰਦਰ ਚੈਲੰਜ ਚੱਲ ਰਿਹਾ ਫਹਾਦ, ਉਹ ਇਹ ਚੈਲੰਜ ਚੱਲ ਰਿਹਾ ਕਿ ਬਹੁਤ ਜਿਹੜੇ ਸਟੂਡੈਂਟਸ ਨੇ ਉਹ ਬਾਹਰੋਂ ਆ ਰਹੇ ਆ। exactly, that's the next concern we have। ਠੀਕ ਆ, ਉਹ ਜਿਹੜੇ ਸਟੂਡੈਂਟਸ ਆ ਰਹੇ ਆ ਉਹਨਾਂ ਨੂੰ ਰਹਿਣ ਵਾਸਤੇ ਜਗ੍ਹਾ ਨਹੀਂ ਮਿਲ ਰਹੀ। हाँ जी, ਹੁਣ ਦੇਖੋ ਤੁਸੀਂ ਕਿ ਬਹੁਤ ਜ਼ਿਆਦਾ ਛੋਟੇ ਕਾਲਜ ਨੇ ਜਿਹੜੇ ਕਾਲਜ ਖੁੱਲੇ ਹੋਏ ਆ, हाँ जी, ਉਹ ਹਰ ਥਾਂ ਤੇ ਮਤਲਬ ਸਟੂਡੈਂਟਸ ਆ ਰਹੇ ਨੇ, ਉਹਨਾਂ ਨੂੰ ਰਹਿਣ ਵਾਸਤੇ ਜਗ੍ਹਾ ਨਹੀਂ ਮਿਲ ਰਹੀ ਜੀ। yeah, ਔਰ ਜੇ ਆਪਾਂ ਦੇਖੀਏ ਗਵਰਨਮੈਂਟ ਨੂੰ ਇਹਦੇ ਬਾਰੇ ਵੀ ਕੁਝ ਨਾ ਕੁਝ ਸੋਚਣ ਦੀ ਲੋੜ ਆ। ਹੁਣ ਜਿੱਦਾਂ ਇੱਥੇ ਕੋਈ ਵੀ ਬੱਚਾ हाँ जी, ਉਹ ਯੂਨੀਵਰਸਿਟੀ ਜਾਂਦਾ हाँ जी, ਜਾਂ ਮੰਨ ਲਓ ਕਾਲਜ ਜਾਂਦਾ, ਤਾਂ ਉਹਨੂੰ ਜਿਹੜਾ ਪਹਿਲਾ ਸਾਲ ਆ ਉਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹਨੂੰ ਉੱਥੇ ਅਕੋਮੋਡੇਸ਼ਨ ਦਿੱਤੀ ਜਾਵੇ, yes, ਤਾਂ yes, ਕਿ ਐਟਲੀਸਟ ਉਹ 1 ਸਾਲ ਦੇ ਵਿੱਚ ਉੱਥੇ ਸੈਟਲ ਹੋ ਜਾਵੇ। ਸੈਟਲ ਹੋਣ ਤੋਂ ਬਾਅਦ ਫਿਰ ਉਹ ਆਪਣਾ ਬਾਹਰ ਆ ਜਿਹੜੀ ਅਕੋਮੋਡੇਸ਼ਨ ਆਪਣੀ ਫਾਈਂਡ ਆਊਟ ਕਰ ਲੈਂਦੇ ਆ। Yeah. ਪਰ ਜਿਹੜੇ ਹੁਣ ਇੱਥੇ ਇੰਟਰਨੈਸ਼ਨਲ ਸਟੂਡੈਂਟ ਆ ਰਹੇ ਆ, ਹਾਂਜੀ। ਜਿਹੜੇ ਬਾਹਰੋਂ ਆ ਰਹੇ ਆ, yeah, ਕਈ ਸਟੂਡੈਂਟਸ ਇਦਾਂ ਦੇ ਨੇ ਕਿ ਜਿਨ੍ਹਾਂ ਦੇ ਇੱਥੇ ਕੋਈ ਨੋਨ ਬੰਦਾ ਨਹੀਂ ਹੁੰਦਾਗਾ, हाँ जी, ਮਤਲਬ ਉਹਨਾਂ ਦੇ ਲਈ ਕਾਫੀ ਮੁਸ਼ਕਲ ਹੁੰਦੀ ਆ। ਔਰ ਉਹਦਾ ਨਤੀਜਾ ਕੀ ਨਿਕਲ ਰਿਹਾ ਆਪਾਂ ਦੇਖ ਰਹੇ ਆ, ਇੱਕ ਘਰ ਦੇ ਵਿੱਚ 10-10 12-12 ਸਟੂਡੈਂਟ ਰਹਿ ਰਹੇ ਨੇ। लेकिन वो कह रहे थे कि नवा रूमिंग हाउस भी अलाउ कर रहे ने, थोड़े इंप्लीमेंटेशन करेंगे ਪਰ changes ਉਹਦੇ ਵਿੱਚ ਇਸ ਤਰ੍ਹਾਂ ਹੈ ਫਹਾਦ, ਤੁਸੀਂ ਪ੍ਰਵੀਨ ਜੀ ਤੁਸੀਂ ਦੇਖੋ ਵੀ ਰੈਂਟ ਕਿੱਥੇ ਜਾ ਰਹੇ ਨੇ ਜੀ। ਹਾਂਜੀ, ਰੈਂਟ ਇਜ਼ ਆਲਸੋ ਕਿ ਅੰਬਰਾਂ ਨੂੰ ਛੂਹਣ ਵਾਲੀ ਗੱਲ ਹੈ ਜੀ, ਰੈਂਟ ਬਹੁਤ ਹਾਈ ਹੈ। 19% ਰੈਂਟ ਉੱਪਰ ਗਿਆ ਪਿਛਲੇ ਸਾਲ ਹਾਂਜੀ। ਤੋਂ। that's very, yeah, ਉਹੀ ਮੈਂ ਕੁਐਸਚਨ ਪੁੱਛਣਾ ਚਾਹ ਰਿਹਾ ਸੀ ਕਿ ਜਿਵੇਂ ਹੁਣ ਆਪਾਂ ਕਹਿ ਰਹੇ ਸੀਗੇ ਕਿ ਇੱਕ ਘਰ ਦੇ ਵਿੱਚ 3-3 ਯੂਨਿਟ ਬਣਾਉਣ ਲਈ ਗਵਰਨਮੈਂਟ ਨੇ ਅਲਾਉ ਕਰਤਾ। ਉਹ ਫਾਰਮਰ ਜਿਹੜੇ ਨੇ ਫਾਰਮਰਸ ਦੇ ਵਾਸਤੇ। ਹਾਂਜੀ, ਜਿਵੇਂ ਟੋਰਾਂਟੋ ਦੇ ਆਸ-ਪਾਸ ਦੇ ਸਿਟੀਜ਼ 'ਚ ਵੀ ਅਲਾਉ ਕੀਤਾ। ਜਿਵੇਂ ਹੁਣ ਮੋਸਟਲੀ ਜਿਹੜੇ ਆਪਾਂ ਦੇਖਦੇ ਡਿਟੈਚ ਘਰ ਜਿਹੜੇ ਹੈਗੇ ਨਵੇਂ ਵੀ ਜਿਹੜੇ ਬਣੇ ਨੇ, ਉਹਨਾਂ ਦੇ ਲੋਟ ਸਾਈਜ਼ ਕੀ ਹੁੰਦੇ 35-40 ਫੀਟ, ਮੈਕਸਿਮਮ 45 ਫੀਟ, ਤੇ ਡੀਪ ਜਿਹੜੇ ਹੁੰਦੇ ਨੇ 90 ਹੁੰਦੇ। ਤਾਂ ਮੋਸਟਲੀ ਸਾਨੂੰ ਲੱਗਦਾ ਨਹੀਂ ਹੈ ਕਿ ਵੀ ਪਿੱਛੇ 3rd ਯੂਨਿਟ ਦੀ ਕੋਈ ਆਪਸ਼ਨ ਰਹੇਗੀ, ਤਾਂ ਉਹ ਰੀਅਲੀ ਹੈਲਪਫੁਲ ਹੈ ਤੁਹਾਨੂੰ ਲੱਗਦਾ? ਦੇਖੋ ਇਹ ਹੈ ਕਿ ਜਿਸ ਤਰ੍ਹਾਂ ਪਾਪੂਲੇਸ਼ਨ ਵੱਧ ਰਹੀ ਹੈ ਸਿਟੀ ਦੀ, ਲੋਕਾਂ ਨੂੰ ਰਹਿਣ ਵਾਸਤੇ ਜੇ ਆਪਾਂ ਜਗ੍ਹਾ ਪ੍ਰੋਵਾਈਡ ਕਰਨੀ ਆ ਤਾਂ ਇਹਦੀ ਜ਼ੋਨਿੰਗ ਨੂੰ ਹਾਈ ਡੈਂਸਿਟੀ ਚੇਂਜ ਕਰਨਾ ਉਹ ਜ਼ਰੂਰੀ ਆ। ਉਸ ਤੋਂ ਬਿਨਾ ਕੋਈ ਪੋਸੀਬਿਲਿਟੀ ਨਹੀਂ ਹੈ ਜੇ ਆਪਾਂ ਇੱਥੇ ਰਹਿਣਾ ਚਾਹੁੰਦੇ ਆ ਤਾਂ। ਹੁਣ ਇੱਕ ਚੀਜ਼ ਦੇਖੋ, ਅੱਜ ਸਵੇਰ ਮਤਲਬ 2 ਡਿਵੈਲਪਰ ਸੀ, ਤੁਸੀਂ ਵੀ ਉਸ ਮੀਟਿੰਗ 'ਚ ਸੀਗੇ, ਉਹ ਆਪਣੇ ਨਾਲ ਬੈਠੇ ਸੀ, ਉਹ ਗੱਲ ਕਰ ਰਹੇ ਸੀਗੇ ਕਿ ਜਿਹੜਾ ਪਾਰਕਿੰਗ ਦੀ ਰੇਸ਼ੋ ਆ ਉਹ ਵੀ ਚੇਂਜ ਹੋ ਰਹੀ ਹੈ ਸਿਟੀ ਦੀ। ਹੁਣ oh yes, ਜਿੱਦਾਂ ਮਿਸੀਸਾਗਾ ਦੀ ਅੱਜ ਹੀ ਉਹਨਾਂ ਨੇ ਮੈਨੂੰ ਦੱਸਿਆ ਕਿ ਮਿਸੀਸਾਗਾ ਦੀ ਜਿਹੜੀ ਪਾਰਕਿੰਗ ਦੀ ਰੇਸ਼ੋ 1.8 ਸੀ, ਸ਼ਾਇਦ ਉਹ ਚੇਂਜ ਕਰਕੇ ਹੁਣ ਉਹਨੂੰ 1 ਜਾਂ 1.1 ਤੇ ਲੈ ਕੇ ਆ ਰਹੇ ਆ। 1 ਤੱਕ ਹਾਂਜੀ, ਉਹਦੇ ਨਾਲ ਕੀ ਉਹ ਪਾਰਕਿੰਗਸ ਨੂੰ ਕਿਉਂ ਘਟਾ ਰਹੇ ਆ? ਕਿਉਂਕਿ ਜਿੱਦਾਂ ਉਹਨਾਂ ਨੇ ਯੂਨਿਟਸ ਜ਼ਿਆਦਾ ਵਧਾਣੇ ਆ, ਤਾਂ ਜੇ ਉੱਥੇ ਇੰਨੀ ਪਾਰਕਿੰਗ ਦੀ ਸਪੇਸ ਕੱਢਣੀ ਉਹ ਪੋਸੀਬਲ ਹੀ ਨਹੀਂ ਹੈ। ਮਤਲਬ ਗਵਰਨਮੈਂਟ ਹਰ ਪਾਸਿਓਂ ਕੋਸ਼ਿਸ਼ ਕਰ ਰਹੀ ਹੈ ਕਿ ਕਿਸੇ ਤਰੀਕੇ ਨਾਲ ਲੋਕਾਂ ਦੇ ਰਹਿਣ ਵਾਸਤੇ ਜਿਹੜੀ ਜਗ੍ਹਾ ਵਾ ਉਹ ਪ੍ਰੋਵਾਈਡ ਕੀਤੀ ਜਾਵੇ, ਉਹ ਯੂਨਿਟਸ ਬਣਾਏ ਜਾਣ। ਬਈ ਐਡ ਕਰਨਾ ਚਾਹਾਂਗਾ, ਜਿਵੇਂ ਸਕੁਅਰ 1 ਏਰੀਆ ਦਾ ਤੁਸੀਂ ਐਗਜ਼ਾਮਪਲ ਲੈ ਰਹੇ ਸੀ, ਸਕੁਅਰ 1 ਏਰੀਆ ਦੇ ਵਿੱਚ ਇੰਨੀ ਵੱਡੀ ਪਾਰਕਿੰਗ ਹੈ, ਜੇ ਉਹਨਾਂ ਦਾ ਆਪਾਂ ਮਾਸਟਰ ਪਲਾਨ ਦੇਖੀਏ ਤਾਂ ਉਹ ਸਾਰੀ ਪਾਰਕਿੰਗ ਏਰੀਆ ਨੀਚੇ ਜਾ ਰਹੀ ਹੈ। ਪਾਰਕਿੰਗ ਵਾਲੇ ਉੱਤੇ ਉਧਰ ਸਾਰੀ ਬਿਲਡਿੰਗ ਮਲਟੀ ਸਟੋਰੀ ਬਿਲਡਿੰਗਸ ਆ ਰਹੀਆਂ ਨੇ, ਤਾਂ ਉਹਨਾਂ ਨੂੰ ਕਰਨਾ ਹੀ ਪੈਣਾ ਗਵਰਨਮੈਂਟ ਨੂੰ, ਕਿਉਂਕਿ ਟ੍ਰਾਂਜ਼ਿਟ ਹਬ ਸਾਰਾ ਉੱਥੇ ਹੀ ਹੈਗਾ। ਟ੍ਰਾਂਜ਼ਿਟ ਹਬ ਉੱਥੇ ਆ। ਇਸੇ ਤਰ੍ਹਾਂ ਹੀ ਬ੍ਰੈਂਪਟਨ ਦੇ ਵਿੱਚ ਜਿਹੜਾ ਸ਼ਾਪਰ ਵਰਲਡ ਵਾਲਾ ਏਰੀਆ ਜੀ, ਤਾਂ ਉਹ ਵੀ ਸੇਮ ਚੀਜ਼ ਬਣਦੀ ਜਾ ਰਹੀ ਹੈ। yes, yes, yes. ਉਹਦੇ ਤੇ ਵੀ ਮਤਲਬ ਸੇਮ ਟ੍ਰਾਂਜ਼ਿਟ ਹਬ ਹੋਣ ਕਰਕੇ ਉੱਥੇ ਵੀ ਸੇਮ ਕਨਸੈਪਟ ਆ ਜਿਹੜਾ ਉਹ ਬਣ ਰਿਹਾ। ਪ੍ਰਵੀਨ ਜੀ ਸੌਰੀ, ਆਪਣਾ ਮੈਨੂੰ ਟੈਕਨੀਸ਼ੀਅਨ ਇਸ਼ਾਰਾ ਦੇ ਰਹੇ ਨੇ ਕਿ ਸਾਡਾ ਬ੍ਰੇਕ ਦਾ ਟਾਈਮ ਹੋ ਰਿਹਾ ਜੀ। ਹਾਂਜੀ, ਤੇ ਜੇ ਮੈਂ ਅਗੇਨ ਰਿਕੁਐਸਟ ਕਰੂੰਗਾ ਸਾਰੇ ਦਰਸ਼ਕਾਂ ਨੂੰ, ਜੇ ਤੁਹਾਡਾ ਕੋਈ ਵੀ ਕੁਐਸਚਨ ਹੈ, ਤੁਸੀਂ ਸਾਡੇ ਨਾਲ ਕੋਈ ਗੱਲਬਾਤ ਕਰਨੀ ਚਾਹੁੰਦੇ ਆ, ਤੁਹਾਡੇ ਮਾਈਂਡ ਦੇ ਵਿੱਚ ਕੋਈ ਰੀਅਲ estate ਦੇ ਰਿਗਾਰਡਿੰਗ ਹੈ, ਤੁਸੀਂ ਕੋਈ ਪਲਾਨ ਕਰ ਰਹੇ ਬਾਇੰਗ ਦਾ ਜਾਂ ਸੈਲਿੰਗ ਦਾ, ਜਾਂ ਤੁਹਾਡੇ ਕੋਲ ਕੋਈ ਇਨਵੈਸਟਮੈਂਟ ਵਾਲਾ ਘਰ ਆ, ਤੁਸੀਂ ਬਾਏ ਸੈਲਿੰਗ ਕਰਨੀ ਚਾਹੁੰਦੇ ਆ ਉਹਦੀ, ਜਾਂ ਉਹਦੇ ਬਾਰੇ ਕੋਈ ਕੁਐਸਚਨ ਹੈ, ਤੁਸੀਂ ਸਾਨੂੰ ਜਰੂਰ ਕਾਲ ਕਰੋ ਸਟੂਡੀਓ ਦੇ ਵਿੱਚ, ਜਿਹੜੇ ਨੰਬਰ ਸਕਰੀਨ ਤੇ ਆ ਰਹੇ ਆ। ਹਾਂਜੀ ਸੌਰੀ ਫਾਦ, ਤੁਸੀਂ ਕਹਿ ਰਹੇ ਸੀ ਕੁਝ? हाँ जी, मैं बस एक क्वेश्चन करना सी। देखो प्रवीण जी, इंटरेस्ट रेट ਤੇ ਹੋ ਸਕਦਾ ਅਗਲੇ ਸਾਲ ਥੱਲੇ ਆ ਜਾਏ, ਕਦੇ ਤੁਸੀਂ ਦੇਖਿਆ ਰੈਂਟ ਵਾਪਸ ਥੱਲੇ ਆਏ ਜਿਵੇਂ ਹੁਣ 20% ਚਲਾ? ਵੈਰੀ ਰੇਅਰ। ਉਹ ਦੇਖੋ ਇੱਕੋ ਹੀ ਚੀਜ਼ ਹੈ ਫਾਦ ਕੇ, ਜੇ ਮਾਰਕੀਟ ਦੇ ਵਿੱਚ ਸਪਲਾਈ ਬਹੁਤ ਜ਼ਿਆਦਾ ਹੋ ਜਾਵੇ ਤੁਹਾਨੂੰ ਲੱਗਦਾ ਹੈ ਕਿ ਹੋਰ ਵੀ ਕੋਈ? ਪਰ ਮੈਨੂੰ ਕੋਈ ਇਦਾਂ ਦੀ ਸਿਚੁਏਸ਼ਨ ਨਜ਼ਰ ਨਹੀਂ ਆ ਰਹੀ। It's not looking good, right? That's it. मुसलमान होने के नाते हमें इस बात पे फख्र है कि हम हलाल तरीके से जिंदगी गुजार रहे हैं, लेकिन आपको इस बात का कैसे पता चलेगा जिन हेल्थ सप्लीमेंट्स का इस्तेमाल कर रहे हैं वो हलाल हैं या नहीं? पेश करते हैं न्यूट्रिलक्स। हमारे पास बेहतरीन क्वालिटी और रेंज ऑफ हेल्थ सप्लीमेंट्स मौजूद हैं जो कि हलाल सर्टिफाइड हैं और 100% वीगन हैं। बच्चों के लिए हमारे पास मजेदार गमी की शक्ल में विटामिन्स मौजूद हैं जो उनकी जरूरी ग़िज़ाइयत को हासिल करना आसान और खुशगवार बनाते हैं।
मर्दों के लिए हमारे सप्लीमेंट सेहतमंद और तंदुरुस्त रहने का आसान तरीका पेश करते हैं। चाहे आप एक एथलीट हो, बिजी प्रोफेशनल या पेरेंट, खवातीन के लिए हमारे सप्लीमेंट्स हैं जो आपकी मजमूई सेहत और तंदुरुस्ती में मदद करते हैं। चाहे आप अपनी एनर्जी को बढ़ाना चाहते हैं या अपने स्किन और बालों को सेहतमंद रखना चाहते हैं। और बुजुर्गों के लिए हमारे टैबलेट्स आपकी सेहत की खुसूसी जरूरियात को पूरा करने और आपकी उम्र के साथ साथ आपको एक्टिव और इंडिपेंडेंट रहने में एक अहम किरदार अदा करती है। न्यूट्रिलक्स सप्लीमेंट्स जिंदगी के हर मरहले के लिए, ताकि आप अपने हलाल अख्तार पर कायम रह सकें। Step into a world of magic and wonder at our annual Eid Bazaar presented by Zabiha Halal. Celebrating its 12th year, this event is set to bring together the best of culture, traditions, and entertainments. April 15th, 16th, and April 20th, step into the shopper's paradise, featuring hundreds of unique products and services from numerous vendors. Whether you're a fashionista or a foodie, the Eid Bazaar has something to suit your taste. Enhance your look with beautiful mehendi designs, adding an extra sparkle to your celebration. Eid Bazaar is the perfect place to shop, dine, and connect with your community. The festive atmosphere will keep you entertained with traditional performances, music, and dance. Mark your calendars and bring your family and friends along to celebrate the joy of Eid. Come and experience the best of shopping and entertainment. You don't want to miss this. Join us at the Swagat Banquet Hall for the event of the year and let the magic of Eid fill your heart. Eid Bazaar is produced by Awaz Entertainment and PGA International. KK Travel believe in providing everyone the first-class customer service. We take care not only for your air ticket, but dignity and respect as well. We are available for you anytime on WhatsApp, even while you are in Pakistan or any other destination. KK Travels guarantee lowest prices and are open to price match any airline. We are KK Travels under supervision of Gas Khan at 905-367-9433 or visit www.gaskhan.travels.com. Welcome to EB Electronics. Please call 647-762-3956. डिक्सी इलेक्ट्रॉनिक्स और अप्लायंसेस पिछले 16 सालों से खरीदारों की खिदमत कर रहे हैं। हम लगातार 4 सालों से खरीदारों की पहली पसंद बने रहने का अवार्ड हासिल कर चुके हैं। हम किचनर्स, बॉश, वर्लपूल, एलजी, सैमसंग और जनरल इलेक्ट्रिक के ऑथराइज्ड डीलर हैं। 5 स्टार खिदमत का लुत्फ लें। हम आप सभी को टीवी सबसे ज्यादा रियायती दामों पर देने की गारंटी देते हैं। www.dixieelectronics.ca हमारी वेबसाइट पर जाएं या अभी कॉल करें 905-625-5900। सभी बहुत ही मुनासिब कीमत पर दस्तयाब हैं जो आप बाआसानी से ले सकते हैं। At Dixie, we sell quality and deliver confidence. ਆਵਾਜ਼ ਐਂਟਰਟੇਨਮੈਂਟ ਟੀਵੀ ਲਾਈਵ ਵਿਦ ਟੀਮ ਅਰੋੜਾ ਨਾਲ ਜੁੜੇ ਹੋਏ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰ ਫਿਰ ਸਵਾਗਤ ਹੈ ਜੀ ਤੇ ਸਾਡੀ ਸਾਰੀ ਟੀਮ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਤੇ ਸਾਡੇ ਨਾਲ ਅੱਜ ਸਾਡੀ ਟੀਮ ਦੇ ਮੈਂਬਰ ਜੁੜੇ ਹੋਏ ਨੇ ਜੀ ਕਿ ਜਿਹੜੇ ਤੁਹਾਨੂੰ ਕਾਫੀ ਜਾਣਕਾਰੀ ਤੇ ਇਨਫੋਰਮੇਸ਼ਨ ਰੀਅਲ ਸਟੇਟ ਦੇ ਰਿਗਾਰਡਿੰਗ ਦੇ ਰਹੇ ਨੇ ਤੇ ਦੇਵਾਂਗੇ ਵੀ ਜੀ ਆਉਣ ਵਾਲੇ ਟਾਈਮ ਦੇ ਵਿੱਚ। ਮੇਰੇ ਨਾਲ ਸਾਡੀ ਟੀਮ ਦੇ ਰੈਜ਼ੀਡੈਂਸ਼ੀਅਲ ਦੇ ਵਿੱਚ ਫਹਾਦ ਜੀ ਜੁੜੇ ਹੋਏ ਨੇ। ਫਹਾਦ ਜੀ, ਮੇਰਾ ਇੱਕ ਤੁਹਾਡੇ ਤੋਂ ਕੁਐਸਚਨ ਹੈ ਜੀ ਕਿ ਜਿਵੇਂ ਆਪਣੇ ਕੌਂਡੋ ਦੇ ਵਿੱਚ ਜਾਂ ਤੁਸੀਂ ਕੋਈ ਵੀ ਕੌਂਡੋ ਟਾਊਨ ਹਾਊਸ ਲੈਣੇ ਆ, ਉਹਦੇ ਵਿੱਚ ਇੱਕ ਬਿਲਡਰ ਵੱਲੋਂ ਕੂਲਿੰਗ ਪੀਰੀਅਡ ਕਿ ਤੁਹਾਨੂੰ ਦਿੱਤਾ ਜਾਂਦਾ ਹੈ ਜੀ। ਤੇ ਮੈਂ ਸੁਣਿਆ ਕਿ ਇਹਦੇ ਵਿੱਚ ਇੱਕ ਹੋਰ ਚੇਂਜ ਆਉਣ ਦੇ ਅਸਾਰ ਲੱਗ ਰਹੇ ਨੇ ਕਿ ਜਿਹੜੇ ਫ੍ਰੀ ਹੋਲਡ ਆਪਣੇ ਹੁੰਦੇ ਆ ਕਿ ਜਿਹਦੇ ਵਿੱਚ ਕੋਈ ਫੀਸ ਨਹੀਂ, ਫ੍ਰੀ ਹੋਲਡ ਟਾਊਨ ਹਾਊਸ ਲੈ ਲਓ ਤੁਸੀਂ, ਸੈਮੀ ਡੀਟੈਚ ਲੈ ਲਓ ਜਾਂ ਡੀਟੈਚ ਘਰ ਲੈ ਲਓ, ਉਹਦੇ ਵਿੱਚ ਕੋਈ ਚੇਂਜ ਆ ਰਹੀ ਹੈ ਜੀ? हाँ जी, पूरा सिनेरियो दस रहा। देखो हुण तुसीं बिल्डर सेंटर ते गए हो, फ्री होल्ड हो गया, पीओटी हो गया, कॉन्डो हो गया। हाँ जी, मोस्टली 200-300 बंदे दी लाइन लगी है। ठीक है, हुण तुसीं गए फोर्सफुली तुसीं बाय कर लिया यूनिट। पहले की हुंदा सी कॉन्डो या पीओटी और फ्री टाउन हाउस जेड़ा है, you had 10 days to make a decision if this is a unit you want, ठीक है जी, or you can walk away from it। ठीक है जी, फ्री होल्ड एनी सी। ठीक है जी, the moment you sign, you put your deposit, you bought the unit। सो देखो कितना फर्क आ रहा है कि तुसीं हुण चॉइस, तुहाडे कोल चॉइस है। 10 दिन कूल ऑफ पीरियड कई दफा हुंदा है, तुहाडे पेरेंट्स चले गए, फोर्सफुली डिसीजन ले ली,
and that unit is not suitable for them. Take it. So if this can only be implemented by the government, and ठीक है जी। they're taking the right step, they're implementing this change, and I hope they do implement this change, which is a good change. It benefits all of us. ਉਹਦੇ ਚ ਇਹ ਆ ਫਾਦ ਕਿ ਬਿਲਕੁਲ ਤੁਹਾਡੀ ਗੱਲ ਠੀਕ ਆ ਕਿ ਪਾਸ ਦੇ ਵਿੱਚ ਕਾਫੀ ਚੀਜ਼ਾਂ ਇਸ ਤਰ੍ਹਾਂ ਦੀਆਂ ਹੋਈਆਂ ਕਿ ਕਾਫੀ ਲੋਕੀ ਅੰਡਰ ਪ੍ਰੈਸ਼ਰ ਬਾਈ ਕਰਕੇ ਹਾਂਜੀ ਔਰ ਉਹ ਬਾਅਦ ਦੇ ਵਿੱਚ ਉਹਨਾਂ ਨੂੰ ਲੱਗਿਆ ਕਿ ਉਹਨਾਂ ਦੇ ਜਿਹੜੇ ਫਾਈਨਾਂਸਿਸ ਸੀ ਹਾਂਜੀ ਜਾਂ ਜੋ ਉਹਨਾਂ ਦੀ ਸਿਚੁਏਸ਼ਨ ਸੀ ਉਹ ਸ਼ਾਇਦ ਉਹਦੇ ਮੁਤਾਬਕ ਠੀਕ ਨਹੀਂ ਸੀਗੀ ਹਾਂਜੀ ਹਾਂਜੀ ਔਰ ਬਾਅਦ ਦੇ ਵਿੱਚ ਕਿਉਂਕਿ ਉਹ ਬੈਕ ਆਫ ਨਹੀਂ ਸੀ ਹੋ ਸਕਦੇ ਕਿ ਪ੍ਰਾਪਰਟੀ ਹਾਂਜੀ ਉਹਦੇ ਚ ਇਹ ਹੈ ਕਿ ਤੁਹਾਨੂੰ 10 ਦਿਨ ਦਾ ਹਜੇ ਪਤਾ ਨਹੀਂ ਇਹਦਾ ਟਾਈਮ ਕਿੰਨਾ ਵੀ ਡਿਸਾਈਡ ਹੋਏਗਾ 5 ਦਿਨ ਦਾ ਹੋਏਗਾ ਜਾਂ 7 ਦਿਨ ਦਾ ਜਾਂ ਜੋ ਵੀ ਪਾਸ ਹੋਏਗਾ ਇਹ ਆਈ ਥਿੰਕ ਇੱਕ ਮਿੰਟ ਕਾਲ ਆ ਰਹੀ ਹੈ ਜੀ ਆਵਾਜ਼ ਐਂਟਰਟੇਨਮੈਂਟ ਟੀਵੀ ਲਾਈਵ ਵਿਦ ਟੀਮ ਅਰੋੜਾ ਨਾਲ ਤੁਹਾਡਾ ਸਵਾਗਤ ਹੈ ਜੀ ਹੈਲੋ ਹਾਂਜੀ ਮੇਰਾ ਇੱਕ ਕੁਐਸਚਨ ਹੈਗਾ ਫਸਟ ਟਾਈਮ ਹੋਮ ਬਾਇਰ ਆ ਮੈਂ ਹਾਂਜੀ ਤੇ ਮੇਰਾ ਕੁਐਸਚਨ ਹੈ ਕਿ ਮੈਂ ਵੀ ਜਿਵੇਂ ਮੈਂ ਫਸਟ ਟਾਈਮ ਹੋਮ ਬਾਇਰ ਆ ਤੇ ਅੱਜ ਕੱਲ ਹੁਣ ਇੰਟਰਸਟ ਰੇਟ ਇੰਨੇ ਵਧੇ ਹੋਏ ਆ ਤਾਂ ਫਿਰ ਕੋਈ ਆਪਸ਼ਨ ਹੈਗੀਆਂ ਫਸਟ ਟਾਈਮ ਹੋਮ ਬਾਇਰ ਕੋਲ ਹਾਂਜੀ ਤੁਹਾਡਾ ਨਾਮ ਕੀ ਮੈਮ ਹੈਲੋ ਅਨੰਨਿਆ ਹਾਂਜੀ ਅਨੰਨਿਆ ਜੀ ਇਸ ਤਰ੍ਹਾਂ ਵਾ ਕਿ ਜਿਹੜੇ ਫਸਟ ਟਾਈਮ ਬਾਇਰਸ ਨੇ ਦੇਖੋ ਜੇ ਤਾਂ ਉਹ ਅੱਜ ਦੀ ਮਾਰਕੀਟ 'ਚ ਘਰ ਬਾਏ ਕਰਨਾ ਚਾਹੁੰਦੇ ਨੇ ਤਾਂ ਡੈਫੀਨੇਟਲੀ ਉਹਨਾਂ ਨੂੰ ਉਸੇ ਰੇਟ ਤੇ ਹੀ ਮਾਰਗੇਜ ਮਿਲੇਗੀ ਪਰ ਸਾਨੂੰ ਇਹ ਲੱਗ ਰਿਹਾ ਕਿ ਜੇ ਤੁਸੀਂ ਇਮੀਡੀਏਟਲੀ ਮਾਰਗੇਜ ਦੀ ਕਮਿਟਮੈਂਟ ਨਹੀਂ ਕਰਨਾ ਚਾਹੁੰਦੇ ਤਾਂ ਇਸ ਟਾਈਮ ਮਾਰਕੀਟ ਦੇ ਵਿੱਚ ਪ੍ਰੀ ਕੰਸਟਰਕਸ਼ਨ ਦੇ ਵਿੱਚ ਵੀ ਕਾਫੀ ਆਪਸ਼ਨਸ ਨੇ ਫਸਟ ਟਾਈਮ ਬਾਇਰਸ ਦੇ ਵਿੱਚ ਜਿਹੜੀਆਂ ਕਿ ਪਾਸ ਦੇ ਵਿੱਚ ਨਹੀਂ ਸੀ ਅਵੇਲੇਬਲ ਹੁੰਦੀਆਂ ਕਿਉਂਕਿ ਇਨਵੈਸਟਰਸ ਕਾਫੀ ਹੁੰਦੇ ਸੀ ਮਾਰਕੀਟ ਦੇ ਵਿੱਚ ਔਰ ਉਹ ਕਾਫੀ ਯੂਨਿਟਸ ਬਾਏ ਕਰ ਜਾਂਦੇ ਸੀਗੇ ਬਟ ਅੱਜ ਦੀ ਮਾਰਕੀਟ ਦੇ ਵਿੱਚ ਪ੍ਰੀ ਕੰਸਟਰਕਸ਼ਨ ਦੇ ਵਿੱਚ ਵੀ ਕਾਫੀ ਵਧੀਆ ਆਪਸ਼ਨਸ ਹੈਗੀਆਂ ਨੇ ਜਿੱਥੇ ਤੁਹਾਨੂੰ ਬਿਲਡਰ ਕਾਫੀ ਵਧੀਆ ਇਨਸੈਂਟਿਵਸ ਦੇ ਰਹੇ ਨੇ ਔਰ ਤੁਸੀਂ ਉਸ ਚੀਜ਼ ਦਾ ਫਾਇਦਾ ਲੈ ਸਕਦੇ ਹੋ ਜੇ ਤੁਸੀਂ ਰੀਸੇਲ ਮਾਰਕੀਟ ਦੇ ਵਿੱਚ ਕੋਈ ਚੀਜ਼ ਨਹੀਂ ਬਾਏ ਕਰ ਪਾ ਰਹੇ ਤਾਂ ਹਾਂਜੀ ਅਨੰਨਿਆ ਜੀ ਤੁਹਾਡਾ ਕੋਈ ਹੋਰ ਕੁਐਸਚਨ ਹੈ ਜੀ ਹੈਲੋ ਆਈ ਥਿੰਕ ਸ਼ਾਇਦ ਉਹਨਾਂ ਦੀ ਪਿੱਛੇ ਆਵਾਜ਼ ਚੱਲ ਰਹੀ ਹੈ ਹਾਂਜੀ ਠੀਕ ਹੈ ਜੀ ਪ੍ਰਵੀਨ ਮੈਂ ਛੋਟੀ ਜਿਹੀ ਐਗਜ਼ਾਮਪਲ ਦਵਾਂਗਾ ਸੋ ਜਿਵੇਂ ਤੁਸੀਂ ਇਸ ਗੱਲ ਕਰ ਰਹੇ ਹੋ ਕੂਲ ਆਫ ਪੀਰੀਅਡ ਯੂ نو ਦ ਮਿਲਟਨ ਪ੍ਰਾਪਰਟੀ ਵੀ ਸੋਲਡ ਜਿਹੜਾ ਟਾਊਨ ਹਾਊਸ ਵਿੱਚ ਹੈ ਦ ਟਾਊਨ ਹਾਊਸ ਇਟਸ ਗ੍ਰੇਟ ਟਾਊਨ ਹਾਊਸ ਲੇਕਿਨ ਸਕੁਆਇਰ ਫੁਟੇਜ ਉਹਦੀ ਛੋਟੀ ਹੈ ਥੋੜੀ ਨਾਲ ਨੇਬਰ ਮੇਰੀ ਗੱਲ ਹੋਈ ਉਹਨਾਂ ਨਾਲ I told them we sold the townhouse. That they said, okay, no problems. We were thinking about moving too. Asked them. So the husband left. The wife came to the other townhouse. He's like, "मैं तो नुगाल दसना मैं क्या दसो?" कहते पता क्यों है? I went and I booked the townhouse without looking at the square footage. Now my wife is not talking to me. साडी closing पिछले week हुई है. मैं क्या क्यों? कहते living room नहीं है साडा कोई. ਮੈਂ ਉਹੀ ਗੱਲ ਦੱਸ ਰਿਹਾ ਕਿ ਫਾਦ ਸਮਟਾਈਮਸ ਇਹ ਹੁੰਦਾ ਕਿ ਜਿਹੜੇ ਐਗਰੀਮੈਂਟਸ ਨੇ ਉਹ ਐਗਰੀਮੈਂਟ ਦੇ ਵਿੱਚ ਕਈ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਿ ਤੁਹਾਨੂੰ ਬਾਅਦ ਦੇ ਵਿੱਚ ਨਹੀਂ ਠੀਕ ਲੱਗਦੀਆਂ ਗੀਆਂ ਐਗਜ਼ੈਕਟਲੀ ਪਰ ਇਹਦੇ ਵਿੱਚ ਕੀ ਹੈ ਕਿ ਅਗਰ ਫਾਦ ਅੱਜ ਤੋਂ ਮੈਂ 10-12 ਸਾਲ ਪਹਿਲਾਂ ਦੀ ਗੱਲ ਕਰਾਂ ਜਦੋਂ ਮੈਂ ਬਿਜ਼ਨਸ ਸਟਾਰਟ ਕੀਤਾ 2007-8 ਦੀ ਮੈਂ ਅਗਰ ਗੱਲ ਕਰਾਂ ਉਦੋਂ ਵੀ ਮੈਂ ਪ੍ਰੀ ਕੰਸਟਰਕਸ਼ਨ ਸੈਲ ਕਰਦਾ ਸੀਗਾ ਤਾਂ 2007-8 ਦੇ ਵਿੱਚ ਮੋਸਟਲੀ ਜਿੰਨੀ ਵੀ ਪ੍ਰੀ ਕੰਸਟਰਕਸ਼ਨ ਸੈਲ ਹੁੰਦੀ ਸੀ ਭਾਵੇਂ ਉਹ ਆਪਣੇ ਫ੍ਰੀ ਹੋਲਡ ਹੁੰਦੀ ਸੀਗੀ ਉਹ ਸਾਰੀ ਅੰਦਰ ਜਿਹੜੀ ਇਹ ਕ੍ਰੈਡਿਟ ਵੈਲੀ ਵਾਲੀ ਵੀ ਸਬ ਡਿਵੀਜ਼ਨ ਬਣੀ ਆ ਇਹ ਐਟਲੀਸਟ 4 ਤੋਂ 5 ਦਿਨ ਤੁਹਾਨੂੰ ਸੋਲਿਸਿਟਰ ਦੀ ਅਪਰੂਵਲ ਤੇ ਫਾਈਨੈਂਸ਼ੀਅਲ ਦੀ ਅਪਰੂਵਲ ਦੀ ਕੰਡੀਸ਼ਨ ਮਿਲਦੀ ਸੀ ਬਿਲਕੁਲ ਜੀ ਲੇਕਿਨ ਪਬਲਿਕ ਨੇ ਫਿਰ ਕੀਤਾ ਕਿ ਬਿਲਡਰ ਪ੍ਰੈਸ਼ਰ ਪਾਉਂਦਾ ਡਿਮਾਂਡ ਦਾ ਰੀਜ਼ਨ ਹੈ ਕਿਉਂਕਿ ਅਗਰ ਆਪਾਂ ਹੋਰ ਕੰਟਰੀਜ਼ ਵੀ ਦੇਖੀਏ ਤਾਂ ਜਿਵੇਂ ਆਸਟ੍ਰੇਲੀਆ ਨਿਊਜ਼ੀਲੈਂਡ ਉੱਥੇ ਵੀ ਹਾਲੇ ਵੀ ਇਹ ਚੀਜ਼ ਚੱਲ ਰਹੀ ਹੈ ਕਿ ਉੱਥੇ ਕੂਲਿੰਗ ਆਫ ਪੀਰੀਅਡ ਦਾ ਟਾਈਮ ਦਿੰਦੇ ਨੇ ਔਰ ਜਦਕਿ ਆਪਾਂ ਰੀਸੇਲ ਦੀ ਗੱਲ ਕਰ ਰਹੇ ਹਾਂ ਲੋਕਾਂ ਤੋਂ ਕੰਡੀਸ਼ਨ ਹੁੰਦੀ ਹੈ ਹੋਮ ਇਨਸਪੈਕਸ਼ਨ ਦੀ ਫਾਈਨਾਂਸਿੰਗ ਦੀ ਔਰ ਲੋਕਾਂ ਦੀ ਸਾਰੇ ਦੀ ਹਾਰਡ ਐਂਡ ਮਨੀ ਹੈਗੀ ਹੈ ਹਾਰਡ ਐਂਡ ਮਨੀ ਹੋਣ ਤੋਂ ਬਾਵਜੂਦ ਇੰਨਾ ਵੱਡਾ ਅਮਾਉਂਟ ਉਹ ਇੱਕ ਦਿਨ ਦੇ ਵਿੱਚ ਇੱਕ ਛੋਟੇ ਡਿਸੀਜਨ ਕਾਰਨ ਪੂਰਾ ਸਟੇਕ ਤੇ ਰੱਖਣਾ ਇਟਸ ਨਾਟ ਅ ਵਾਈਜ਼ ਡਿਸੀਜਨ ਐਟ ਆਲ ਸੋ ਆਲ ਇਨ ਆਲ ਕਹਾਂਗੇ ਕਿ ਇਟਸ ਅ ਵੈਰੀ ਗੁੱਡ ਡਿਸੀਜਨ ਇਨੀਸ਼ੀਏਟਿਵ ਬਾਈ ਦ ਗਵਰਨਮੈਂਟ ਤਾਂ ਇਹ ਵਧੀਆ ਹੈਗੀ ਹੈ ਚਾਹੇ ਹੁਣ ਨਵੇਂ ਘਰਾਂ ਦੇ ਵਿੱਚ ਵੀ ਆ ਰਹੇ ਤਾਂ ਐਟਲੀਸਟ ਲੋਕਾਂ ਨੂੰ ਥੋੜਾ ਜਿਹਾ ਟਾਈਮ ਵਟਐਵਰ ਦ ਟਾਈਮ ਇਟ ਵੁੱਡ ਬੀ ਹਜੇ ਇਹਦੇ ਬਾਰੇ ਗਵਰਨਮੈਂਟ ਨੇ ਇਨਪੁਟ ਮੰਗੀ ਆ ਇਟਸ ਨਾਟ ਡਿਸਾਈਡਡ ਯੈਟ ਬਟ ਇਹ ਆ ਕਿ ਮੈਨੂੰ ਇਹ ਲੱਗ ਰਿਹਾ ਕਿ ਜੇ ਇਹਦੇ ਚ ਵੀ 5-4 ਦਿਨ ਦਾ ਲੋਕਾਂ ਨੂੰ ਆਪਸ਼ਨ ਦੇ ਦਿੱਤੀ ਜਾਵੇ ਤਾਂ ਸ਼ਾਇਦ ਇਹ ਬੈਨੀਫੀਸ਼ੀਅਲ ਹੋਏਗੀ ਲੋਕਾਂ ਵਾਸਤੇ ਉਹਦਾ ਰੀਜ਼ਨ ਬੀਇੰਗ ਹੈ ਇੱਕ ਤਾਂ ਉਹ ਆਪਣੇ ਲਾਇਰ ਦੇ ਨਾਲ ਆਪਣੇ ਐਗਰੀਮੈਂਟ ਨੂੰ ਰਿਵਿਊ ਕਰ ਸਕਦੇ ਨੇ ਬਿਲਕੁਲ ਪਾਸ ਦੇ ਵਿੱਚ ਆਪਾਂ ਅੰਦਰ ਦੇਖਿਆ ਕਿ ਕਈ ਥਾਵਾਂ ਤੇ ਡਿਵੈਲਪਮੈਂਟ ਚਾਰजेस ਵਗੈਰਾ ਲੈਬ ਕੈਪ ਨਹੀਂ ਸੀਗੇ ਉਹ ਬਾਅਦ ਦੇ ਵਿੱਚ ਬਹੁਤ ਜ਼ਿਆਦਾ ਚਾਰਜ ਕੀਤੇ ਗਏ ਜਿਹੜੇ ਕਿ ਲੋਕੀ ਕਾਫੀ ਅਨਕੰਫਰਟੇਬਲ ਹੋਏ ਉਸ ਚੀਜ਼ ਵਾਸਤੇ So you're saying 2019 2020 21 made a lot of changes from your experience ਬਿਲਕੁਲ ਔਰ ਦੂਸਰੀ ਚੀਜ਼ ਇਹ ਹੈ ਕਿ ਫਾਤ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਸਮ ਟਾਈਮਸ ਉਹਨਾਂ ਨੂੰ ਇਹ ਲੱਗਦਾ ਕਿ ਉਹਨਾਂ ਤੋਂ ਮਤਲਬ ਰਾਈਟ ਨਹੀਂ ਚੀਜ਼ ਕੀਤੀ ਗਈ ਸੋ ਦੇ ਹੈਵ ਦਾ ਆਪਸ਼ਨ ਉਸ ਚੀਜ਼ ਨੂੰ ਵੀ ਕਰੈਕਟ ਕਰਨ ਵਾਸਤੇ ਔਰ ਤੀਜੀ ਚੀਜ਼ ਇਹ ਹੈ ਕਿ ਉਹ ਆਪਣੇ ਬੈਂਕ ਨਾਲ ਵੀ ਗੱਲ ਕਰ ਸਕਣਗੇ ਦੁਬਾਰਾ ਮਤਲਬ ਮੋਸਟਲੀ ਲੋਕੀ ਫਸਟ ਪ੍ਰੀ ਅਪਰੂਵਲ ਵਗੈਰਾ ਲੈਂਦੇ ਨੇ ਬਟ ਸਟਿਲ ਲੈਟਸ ਸੇ ਇਫ ਦੇ ਹੈਵ ਐਨੀ ਅਦਰ ਕੁਐਸਚਨ
ਤਾਂ ਉਹਨਾਂ ਨੂੰ ਮੌਕਾ ਮਿਲ ਜਾਂਦਾ ਕਿ ਉਹ ਆਪਣੇ ਸਾਰੇ ਕੁਐਸਚਨਸ ਨੂੰ ਕਲੈਰੀਫਾਈ Yeah, because he was the wife wasn't there under pressure of buy ਕਰਕੇ। ਮੇਰਾ ਇੱਕ ਕੁਐਸਚਨ ਹੈ ਪ੍ਰਵੀਨ ਜੀ, ਜਿਵੇਂ ਤੁਸੀਂ ਆਪਾਂ ਕੂਲਿੰਗ ਪੀਰੀਅਡ ਦੀ ਗੱਲ ਕਰਦੇ ਆ, ਕੂਲਿੰਗ ਪੀਰੀਅਡ ਹੁੰਦਾ ਕਿ ਜਿੱਦਾਂ ਸਿੰਪਲ ਵਰਡ 'ਚ ਆਪਾਂ ਇੱਕ ਕਹਿ ਸਕਦੇ ਹਾਂ ਕਿ ਤੁਸੀਂ ਕੰਡੀਸ਼ਨਲ ਆਫਰ ਪਾਉਣੀ ਕਿਸੇ ਪ੍ਰਾਪਰਟੀ ਤੇ। Exactly, yeah। ਤੇ ਜੇ ਤੁਸੀਂ ਕੂਲਿੰਗ ਪੀਰੀਅਡ ਜਿੱਦਾਂ ਫ੍ਰੀ ਹੋਲਡ ਪ੍ਰਾਪਰਟੀ ਤੁਸੀਂ ਬਿਲਡਰ ਤੋਂ ਬਾਏ ਕਰ ਰਹੇ ਆ, ਜੇ ਉਹਦੇ ਕੂਲਿੰਗ ਪੀਰੀਅਡ ਨਹੀਂ ਹੈਗਾ ਤਾਂ ਉਹ ਫਰਮ ਆਫਰ ਮੰਨੀ ਜਾਂਦੀ ਹੈ। ਠੀਕ ਹੈ ਜੀ, ਹਾਂਜੀ ਬਿਲਕੁਲ। ਤੁਸੀਂ ਥੋੜੇ ਜਿਹਾ 2-4 ਪੁਆਇੰਟ ਦਰਸ਼ਕਾਂ ਨਾਲ ਸਾਂਝੇ ਕਰੋ ਕਿ ਕਿਹੜੇ ਪੁਆਇੰਟ ਤੁਹਾਨੂੰ ਜਦੋਂ ਤੁਸੀਂ ਕੋਈ ਪ੍ਰਾਪਰਟੀ ਪ੍ਰੀ ਕੰਸਟਰਕਸ਼ਨ 'ਚ ਲੈਣੇ ਆ ਬਿਲਡਰ ਦੇ ਕੋਲੋਂ, ਕੂਲਿੰਗ ਪੀਰੀਅਡ ਦੇ ਵਿੱਚ ਕਿਹੜੇ ਉਹ 2-4 ਮੇਨ ਪੁਆਇੰਟ ਤੁਹਾਨੂੰ ਧਿਆਨ 'ਚ ਰੱਖਣੇ ਚਾਹੀਦੇ ਆ ਕਿ ਤੁਹਾਨੂੰ ਕਿਹੜੇ ਨਾ ਕਿ ਰੀਅਲ ਸਟੇਟ ਏਜੰਟ ਜੇ ਤੁਹਾਡਾ ਇਨਵੋਲਵ ਆ ਉਹਦੇ ਨਾਲ ਡਿਸਕਸ ਕਰਨੇ ਚਾਹੀਦੇ ਆ, ਹੋਰ ਕਿਹੜਾ ਥਰਡ ਪਰਸਨ ਤੁਸੀਂ ਇਨਵੋਲਵ ਕਰਕੇ ਕਿ ਉਹਦੇ ਨਾਲ ਡਿਸਕਸ ਕਰ ਸਕਦੇ ਆ। ਪਲੀਜ਼ ਇਹਦੇ ਬਾਰੇ 2-4 ਪੁਆਇੰਟ ਜ਼ਰੂਰ ਦੱਸੋ। ਜਿਹੜੇ ਤੁਸੀਂ ਆਪੇ ਦੇਖਦੇ ਹੋ ਪੁਆਇੰਟਸ ਉਹ ਦੱਸੋ। ਹਾਂਜੀ, ਕਿ ਜੇ ਲੈਟਸ ਸੀ ਕਿ ਤੁਸੀਂ ਇੱਕ ਚੀਜ਼ ਇਦਾਂ ਕਰਦੇ ਕਿ ਤੁਸੀਂ ਪ੍ਰਾਪਰਟੀ ਆਪਣੇ ਵਾਸਤੇ ਹੀ ਬਾਏ ਕਰਨੀ ਹੈ ਜੀ, ਕਿ ਕਿਹੜੀਆਂ ਚੀਜ਼ਾਂ ਤੁਸੀਂ ਧਿਆਨ ਵਿੱਚ ਰੱਖੋਗੇ? ਇਹਨਾਂ ਦੇਖੋ, ਸਭ ਤੋਂ ਪਹਿਲਾਂ ਤਾਂ ਤੁਸੀਂ ਖੈਰ ਆਪਾਂ ਇਕੱਠੇ ਕੰਮ ਕਰਦੇ ਆ, ਤੁਸੀਂ ਸਾਰੇ ਇਸ ਗੱਲ ਤੋਂ ਵਾਕਿਫ ਹੋ ਕਿ ਮੈਂ ਹਮੇਸ਼ਾ ਇੱਕ ਗੱਲ ਕਹਿਣਾ ਹੁੰਦਾ ਕਿ ਜਦੋਂ ਵੀ ਆਪਾਂ ਕਿਸੇ ਬਾਇਰ ਵਾਸਤੇ ਕੋਈ ਪ੍ਰਾਪਰਟੀ ਬਾਏ ਕਰਦੇ ਆ, ਆਪਾਂ ਇਹ ਦਿਮਾਗ 'ਚ ਚੀਜ਼ ਰੱਖੀਏ ਕਿ ਜੇ ਆਪਾਂ ਇਹ ਪ੍ਰਾਪਰਟੀ ਆਪਾਂ ਆਪਣੇ ਕਲਾਇੰਟ ਵਾਸਤੇ ਬਾਏ ਕਰ ਰਹੇ ਹਾਂ, ਜੇ ਉਹ ਆਪਾਂ ਨੂੰ ਕੱਲ ਨੂੰ ਕਹਿੰਦੇ ਨੇ ਕਿ ਇਹ ਪ੍ਰਾਪਰਟੀ ਨੂੰ ਅਸੀਂ ਸੈੱਲ ਕਰਨਾ ਵਾ, ਤਾਂ ਇਹ ਦਿਮਾਗ 'ਚ ਰੱਖੋ ਕਿ ਆਪਾਂ ਨੂੰ ਸੈੱਲ ਕਰਨ ਦੇ ਵਿੱਚ ਉਹਨੂੰ ਕੋਈ ਤਕਲੀਫ ਨਹੀਂ ਆਣੀ ਚਾਹੀਦੀ। ਆਪਾਂ ਉਹਨੂੰ ਇਦਾਂ ਦੀ ਬਾਇੰਗ ਕਰਵਾ ਕੇ ਦਈਏ ਜਿਹੜੀ ਕਿ ਆਪਾਂ ਨੂੰ ਸੈਲਿੰਗ ਦੇ ਵਿੱਚ ਕਦੇ ਵੀ ਕੋਈ ਪ੍ਰੋਬਲਮ ਨਾ ਆਵੇ। ਇਹਦੇ 'ਚ ਕੁਝ ਕੁ ਚੀਜ਼ਾਂ ਨੇ ਜਿਹੜੀਆਂ ਮੈਂ ਆਪਣੇ ਦਰਸ਼ਕਾਂ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਕਿ ਜਦੋਂ ਤੁਸੀਂ ਪ੍ਰੀ ਕੰਸਟਰਕਸ਼ਨ ਦੇ ਵਿੱਚ ਕੋਈ ਵੀ ਪ੍ਰਾਪਰਟੀ ਬਾਏ ਕਰਦੇ ਹੋ, ਉਹਦੇ 'ਚ ਸਭ ਤੋਂ ਪਹਿਲੀ ਚੀਜ਼ ਤਾਂ ਇਹ ਹੈ ਕਿ ਜਿਹੜਾ ਤੁਹਾਡਾ ਐਗਰੀਮੈਂਟ ਆ, ਹਮੇਸ਼ਾ ਕੋਸ਼ਿਸ਼ ਕਰੋ ਉਹਨੂੰ ਆਪਣੇ ਲਾਇਰ ਦੇ ਨਾਲ ਰਿਵਿਊ ਕਰੋ ਐਗਰੀਮੈਂਟ ਨੂੰ, ਰਾਦਰ ਦੈਨ ਆਪ ਰਿਵਿਊ ਕਰਨ ਦੀ ਬਜਾਏ। ਔਰ ਸਮਟਾਈਮਸ ਲਾਇਰ ਦੇ ਮੇ ਚਾਰਜ, ਕੁਝ ਤੁਹਾਨੂੰ ਉਹ ਚਾਰਜ ਵੀ ਕਰ ਸਕਦੇ ਨੇ। ਬਹੁਤੇ ਲਾਇਰ ਤਾਂ ਜਿਹੜੇ ਨੇ ਆਪਣੀ ਕਮਿਊਨਿਟੀ ਦੇ ਵਿੱਚ ਜੇ ਤੁਸੀਂ ਉਹਨਾਂ ਦੇ ਨਾਲ ਰਿਵਿਊ ਕਰਦੇ ਹੋ ਤਾਂ ਉਹ ਤੁਹਾਨੂੰ ਇਹ ਕਹਿੰਦੇ ਨੇ ਚਲੋ ਅਸੀਂ ਕਲੋਜ਼ਿੰਗ ਕਰਾਂਗੇ, ਬਟ ਅਗਰ ਉਹ ਚਾਰਜ ਵੀ ਕਰਦੇ ਨੇ ਸਟਿਲ ਇਟਸ ਵਰਥ ਇਟ ਕਿਸੇ ਪ੍ਰੋਫੈਸ਼ਨਲ ਦੀ ਐਡਵਾਈਸ ਲੈਣੀ ਕਿਸੇ ਵੀ ਚੀਜ਼ ਨੂੰ ਫਾਈਨਲ ਕਰਨ ਤੋਂ ਪਹਿਲਾਂ। ਮੈਂ ਕਈ ਵਾਰ ਇਹ ਗੱਲ ਕਹਿੰਦਾ ਹੁੰਦਾ ਵਾਂ ਕਿ ਆਪਾਂ ਕੋਈ ਵੀ ਚੀਜ਼ ਸਟੋਰ ਤੋਂ ਲੈਣੀ ਆ, $100 ਦੀ ਚੀਜ਼ ਲੈਣੀ ਆ, ਆਪਾਂ 10 ਸਟੋਰਾਂ ਤੇ ਜਾਂਦੇ ਆ ਜੀ। ਔਰ ਜਦੋਂ ਆਪਾਂ ਮਤਲਬ $1 2 ਮਿਲੀਅਨ ਦਾ ਘਰ ਬਾਏ ਕਰਦੇ ਆ, ਆਪਾਂ ਉਹਦੇ ਤੇ $200-400 ਆਪਣੇ ਪ੍ਰੋਫੈਸ਼ਨਲ ਨੂੰ ਫੀਸ ਦੇਣ ਤੋਂ ਆਪਾਂ ਅਵੋਇਡ ਕਰ ਜਾਂਦੇ ਆ, ਹਾਲਾਂਕਿ ਆਪਾਂ $1 2 ਮਿਲੀਅਨ ਦੀ ਪ੍ਰਾਪਰਟੀ ਬਾਏ ਕਰ ਰਹੇ ਹੁੰਦੇ ਆ। ਉਹਦੇ 'ਚ ਕਈ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਣਗੀਆਂ ਕਿ ਹੁੰਦੀਆਂ ਨੇ ਕਈ ਵਾਰ ਕਿ ਜਿਹੜੀਆਂ ਤੁਹਾਡੇ ਮੁਤਾਬਕ, ਤੁਹਾਡੀ ਰਿਕੁਆਇਰਮੈਂਟ ਦੇ ਮੁਤਾਬਕ ਹੋ ਸਕਦਾ ਨਾ ਸੂਟ ਕਰਦੀਆਂ ਹੋਣ। ਠੀਕ ਹੈ ਜੀ। ਦੂਜੀ ਚੀਜ਼ ਇਹ ਹੈ ਕਿ ਜਿਹੜੀ ਸਾਈਟ ਤੇ ਤੁਸੀਂ ਘਰ ਖਰੀਦ ਰਹੇ ਹੋ, ਬਹੁਤ ਵਾਰ ਇਹ ਹੋਇਆ ਕਿ ਲੋਕੀ ਅੱਖਾਂ ਮੀਚ ਕੇ ਘਰ ਲੈ ਲੈਂਦੇ ਨੇ, ਸਿਰਫ ਉਹਨੂੰ ਦੇਖ ਕੇ। ਉਹ ਕੋਸ਼ਿਸ਼ ਕਰੋ ਕਿ ਜੇ ਤੁਸੀਂ ਉਸ ਸਾਈਟ ਨੂੰ ਫਿਜ਼ੀਕਲੀ ਜਾ ਕੇ ਆਪ ਦੇਖੋ ਜਿੱਥੇ ਤੁਸੀਂ ਘਰ ਬਾਏ ਕਰਦੇ ਹੋ, ਕਿਉਂਕਿ ਜਿਹੜੇ ਸੇਲਸ ਆਫਿਸ ਨੇ ਉਹ ਜਾਂ ਜਿਹੜੀਆਂ ਲੋਕੇਸ਼ਨਸ ਤੋਂ ਸੇਲਸ ਹੁੰਦੀਆਂ ਨੇ ਉਹ ਸੇਮ ਲੋਕੇਸ਼ਨਸ ਨਹੀਂ ਹੁੰਦੀਆਂ, ਮੋਸਟ ਆਫ ਦਾ ਟਾਈਮ ਉਹ ਡਿਫਰੈਂਟ ਲੋਕੇਸ਼ਨਸ ਹੁੰਦੀਆਂ ਨੇ, ਤਾਂ ਕਿ ਤੁਹਾਨੂੰ ਐਗਜ਼ੈਕਟਲੀ ਪਤਾ ਲੱਗੇ ਕਿ ਤੁਸੀਂ ਬਾਏ ਕਿੱਥੇ ਕਰ ਰਹੇ ਹੋ। ਸਭ ਤੋਂ ਜਿਹੜੀ ਪਹਿਲੀ ਚੀਜ਼ ਹੈ ਜੀ, ਜੇ ਤੁਹਾਨੂੰ ਉਹ ਲੋਕੇਸ਼ਨ ਹੀ ਨਹੀਂ ਠੀਕ ਲੱਗਦੀ ਕਿ ਜਿੱਥੇ ਤੁਸੀਂ ਬਾਏ ਕਰ ਰਹੇ ਹੋ, ਤਾਂ ਮੈਨੂੰ ਇਹ ਲੱਗਦਾ ਕਿ ਤੁਹਾਨੂੰ ਉਹ ਡਿਸੀਜਨ ਆਪਣਾ ਦੁਬਾਰਾ ਰੀਕਨਸੀਡਰ ਕਰਨਾ ਚਾਹੀਦਾ। ਫਿਰ ਇਹਦੇ ਨਾਲ ਇੱਕ ਚੀਜ਼ ਹੋਰ ਹੈ, ਜਿਹੜਾ ਤੁਸੀਂ ਲੋਟ ਪਿਕ ਕਰ ਰਹੇ ਹੋ, ਜਿਹੜਾ ਤੁਸੀਂ ਘਰ ਬਾਏ ਕਰ ਰਹੇ ਹੋ, ਬਿਲਡਰ ਦੇ ਕੋਲ ਉਹਦੀ ਇੱਕ ਡਰਾਇੰਗ ਹੁੰਦੀ ਹੈ ਜਿਹਦੇ ਤੇ ਸਾਰਾ ਕੁਝ ਸ਼ੋ ਕੀਤਾ ਹੁੰਦਾ ਕਿ ਇਹਦੇ ਮੂਰੇ ਸਾਈਡ ਵਾਕ ਹੋਏਗਾ ਕਿ ਨਹੀਂ ਹੋਏਗਾ, ਕਿੱਥੇ ਫਾਇਰ ਹਾਈਡਰੈਂਟ ਹੋਏਗਾ, ਕਿੱਥੇ ਦਾ ਇਲੈਕਟ੍ਰੀਕਲ ਦਾ ਬਾਕਸ ਹੋਏਗਾ, ਕਿੱਥੇ ਇਹਦੇ ਲਾਈਟ ਮਤਲਬ ਲਾਈਟ ਵਾਲਾ ਪੋਲ ਹੋਏਗਾ, ਈਜ਼ਮੈਂਟਸ ਜਿਹੜੀ ਪ੍ਰੋਪਰਟੀ ਕਿੱਥੇ ਇਹਦੇ ਮਤਲਬ ਪਾਰਕ ਆ, ਕਿੱਥੇ ਇਹਦੇ ਮਤਲਬ ਆਪਣੀ ਕੀ ਕਹਿੰਦੇ ਸਟਾਪ ਸਾਈਨ ਹੋਏਗਾ, ਉਹ ਸਾਰੀ ਚੀਜ਼ ਹੁੰਦੀ ਆ। ਇੱਕ ਵਾਰ ਉਹਦੇ ਤੇ ਨਜ਼ਰ ਮਾਰੋ। Why is that important, ਪ੍ਰਵੀਨ ਜੀ? ਉਹ ਇਸ ਕਰਕੇ ਇੰਪੋਰਟੈਂਟ ਆ, ਸਮਟਾਈਮਸ ਕਈ ਬੰਦੇ ਨੇ ਜਿਹੜੇ ਇਸ ਚੀਜ਼ ਨੂੰ ਪ੍ਰੈਫਰ ਨਹੀਂ ਕਰਦੇ ਕਿ ਘਰ ਦੇ ਉਹਨਾਂ ਦੇ ਬਾਹਰ ਫਾਇਰ ਹਾਈਡਰੈਂਟ ਹੋਏ, ਐਗਜ਼ੈਕਟਲੀ, ਜਾਂ ਉਹਨਾਂ ਦੇ ਘਰ ਦੇ ਬਾਹਰ ਲਾਈਟ ਵਾਲਾ ਪੋਲ ਹੋਏ, ਜਾਂ ਉਹਨਾਂ ਦੇ ਘਰ ਦੇ ਬਾਹਰ ਇਲੈਕਟ੍ਰੀਕਲ ਵਾਲਾ ਬਾਕਸ ਹੋਏ। ਉਹਨੇ ਕਿਸੇ ਨਾ ਕਿਸੇ ਘਰ ਦੇ ਮੂਹਰੇ ਜ਼ਰੂਰ ਆਣਾ, ਇਹਦੇ 'ਚ ਕੋਈ ਦੋ ਰਾਏ ਵਾਲੀ ਗੱਲ ਨਹੀਂ ਹੈ। ਬਟ ਮੈਂ ਇਹ ਕਹਿੰਦਾ ਕਿ ਜੇ ਮੰਨ ਲਓ ਤੁਹਾਨੂੰ ਲੋਟ ਪਸੰਦ ਆ, ਤੁਹਾਨੂੰ ਕੋਈ ਹੋਰ ਆਪਸ਼ਨ ਨਹੀਂ ਮਿਲਦੀ, ਤਾਂ ਤੁਹਾਨੂੰ ਪਿਕਚਰ ਕਲੀਅਰ ਹੋਣੀ ਚਾਹੀਦੀ ਹੈ ਕਿ ਇੱਥੇ ਕੀ ਹੋਣਾ ਕੀ ਆ। ਇੱਥੇ ਸਾਈਡ ਵਾਕ ਹੈ, ਤੁਸੀਂ ਕਹਿੰਦੇ ਹੋ ਕਿ ਜਿਵੇਂ ਤੁਸੀਂ ਘਰ ਪਸੰਦ ਕਰਦੇ, ਠੀਕ ਹੈ, ਪਿੱਛੇ ਈਜ਼ਮੈਂਟ ਆ ਗਈ, ਹੁਣ ਤੁਸੀਂ ਕਹਿੰਦੇ ਹੋ ਕਿ ਉੱਥੇ ਸਵਿਮਿੰਗ ਪੂਲ ਹੋਣਾ ਚਾਹੀਦਾ ਹੈ। Can you do that? ਇਹ ਜੇ ਹੁਣ ਤੁਹਾਡੇ ਘਰ ਦੇ ਵਿੱਚ ਤੁਹਾਨੂੰ ਸਵਿਮਿੰਗ ਪੂਲ ਬਣਾਉਣ ਦੀ ਤੁਹਾਡੀ ਇੱਛਾ ਹੈਗੀ ਆ, ਤਾਂ ਮੇਕ ਸ਼ੋਰ ਕਰੋ ਕਿ ਉਹਦੇ 'ਚ ਸਵਿਮਿੰਗ ਪੂਲ ਬਣ ਸਕਦਾ ਹੈ। ਪ੍ਰੋਵੀਜ਼ਨ ਹੋਣੀ ਚਾਹੀਦੀ ਹੈ। ਐਗਜ਼ੈਕਟਲੀ, ਹਾਂਜੀ, ਪ੍ਰੋਵੀਜ਼ਨ ਹੈ ਕਿ ਨਹੀਂ ਹੈ। ਫਾਈਬਰ ਆਪਟਿਕਸ ਦੀ ਲਾਈਨਰ ਰਨ ਹੋ ਰਹੀ ਹੈ ਵਿੱਚ। ਬਿਲਕੁਲ ਤਰੁਣ ਜੀ, ਜਿੱਦਾਂ ਤੁਸੀਂ ਹੁਣ ਪ੍ਰੀ ਕੰਸਟਰਕਸ਼ਨ ਕਾਫੀ ਮਤਲਬ ਕਰ ਰਹੇ ਹੋ, ਕਾਫੀ ਦੇਰ ਦਾ ਐਕਸਪੀਰੀਅੰਸ ਹੈ ਤੁਹਾਡਾ ਪ੍ਰੀ ਕੰਸਟਰਕਸ਼ਨ ਦੇ ਵਿੱਚ, ਮੈਂ ਤੁਹਾਡੇ ਤੋਂ ਵੀ ਇਨਪੁਟ ਚਾਹੂੰਗਾ ਇਹਦੇ ਵਿੱਚ ਕਿ ਤੁਸੀਂ ਵੀ 1-2 ਪੁਆਇੰਟ ਸ਼ੇਅਰ ਕਰੋ ਕਿ ਜਦੋਂ ਪ੍ਰੀ ਕੰਸਟਰਕਸ਼ਨ ਦੇ ਵਿੱਚ ਆਪਾਂ ਕੋਈ ਵੀ ਪ੍ਰਾਪਰਟੀ ਬਾਏ ਕਰਦੇ ਹਾਂ, ਜਿੱਦਾਂ ਪ੍ਰਵੀਨ ਜੀ ਨੇ 2-3 ਮੈਨੂੰ ਪੁਆਇੰਟ ਦੱਸੇ ਨੇ ਕਿ ਲਾਇਰ ਰਿਵਿਊ, ਸਾਈਟ ਪਲਾਨ ਦੇਖਣਾ, ਤੁਸੀਂ ਲੋਟ ਦੇਖਣਾ, ਵੀ ਲੋਕੇਸ਼ਨ ਦੇਖਣੀ,
ਤੇ ਇੱਕ ਇਹਦੇ ਵਿੱਚ ਹੋਰ ਵੀ ਪੁਆਇੰਟ ਹੁੰਦਾ ਕਿ ਇਹਨੂੰ ਕਈ ਵਾਰੀ ਡਿਵੈਲਪਮੈਂਟ ਚਾਰਜ ਜਾਂ ਲੈਵੀਜ਼ ਵੀ ਕਹਿ ਦਿੰਦੇ ਆ ਜੀ, ਕਿ ਉਹਦੇ ਬਾਰੇ ਵੀ ਤੁਸੀਂ ਦੱਸੋ ਵੀ ਉਹ ਕੀ ਚੀਜ਼ ਹੁੰਦੀ ਹੈ ਜੀ। ਹਾਂਜੀ ਇੰਦਰ ਜੀ, ਪ੍ਰੀ ਕੰਸਟਰਕਸ਼ਨ 'ਚ ਜਿਵੇਂ ਹੈਗੇ ਕਾਫੀ ਪੁਆਇੰਟਸ ਹੁੰਦੇ ਨੇ, ਜਿਵੇਂ ਪ੍ਰਵੀਨ ਜੀ ਕਹਿ ਰਹੇ ਸੀਗੇ ਕਿ ਇੱਕ ਵਾਰੀ ਜਦੋਂ ਵੀ ਆਪਾਂ ਕੋਈ ਨਿਊ ਕੰਸਟਰਕਸ਼ਨ ਕੌਂਡੋਜ਼ ਲੈਂਦੇ ਆ ਜਾਂ ਟਾਊਨਸ ਜਾਂ ਡਿਟੈਚ ਲੈਂਦੇ ਆ ਤਾਂ ਉਹਦੇ ਵਿੱਚ ਇੱਕ ਵਾਰੀ ਲਾਇਰ ਰਿਵਿਊ ਕਰਵਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਐਕਸਪਰਟ ਨੌਲੇਜ ਬਹੁਤ ਮੈਟਰ ਕਰਦੀ ਹੈ। ਬਹੁਤ ਹੈਗੇ ਨੇ ਰੀਅਲ estate ਵਾਲੇ ਜਿਹੜੇ ਖੁਦ ਹੀ ਰਿਵਿਊ ਕਰਕੇ ਦੇ ਦਿੰਦੇ ਨੇ, ਬਟ ਫਿਰ ਵੀ ਇੱਕ ਐਕਸਪਰਟ ਐਡਵਾਈਸ ਹੋ ਕੇ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਐਡਵਾਈਸ ਆਏਗੀ ਉਸ ਤੋਂ ਬਾਅਦ ਤੁਸੀਂ ਡਿਸੀਜਨ ਲੈ ਸਕਦੇ ਹੋ। ਜਿਵੇਂ ਕਿ ਪੁਆਇੰਟਸ ਜਿਵੇਂ ਹੁੰਦੇ ਆ ਆਪਾਂ ਪ੍ਰੀ ਕੰਸਟਰਕਸ਼ਨ ਦੇ ਵਿੱਚ ਇੱਕ ਡਿਵੈਲਪਮੈਂਟ ਚਾਰजेस ਹੁੰਦੇ, ਪਹਿਲਾਂ ਕੀ ਹੁੰਦਾ ਸੀ ਡਿਵੈਲਪਮੈਂਟ ਚਾਰजेस ਕੈਪ ਨਹੀਂ ਹੁੰਦੇ ਸੀਗੇ, ਹੁਣ ਬਿਲਡਰ ਮੋਸਟਲੀ 95% ਆਫ ਦੀ ਬਿਲਡਰ ਜਿਹੜੇ ਹੈਗੇ ਨੇ ਉਹ ਡਿਵੈਲਪਮੈਂਟ ਚਾਰजेस ਕੈਪ ਕਰ ਰਹੇ ਹਨ, ਤਾਂ ਕਿ ਅਗਰ ਇਨ ਕੇਸ ਲੈਟਸ ਸੇ ਅੱਜ ਦੀ ਡੇਟ 'ਚ ਬਿਲਡਰ ਕਹਿ ਰਿਹਾ ਕਿ $10,000 ਹੈ, ਕੱਲ ਨੂੰ ਅਗਰ ਸਿਟੀ ਤੋਂ ਵੱਲੋਂ ਬਿਲਡਰ ਕੋਈ ਅਪਰੂਵਲ ਲੈ ਲੈਂਦਾ ਹੈ ਕਿ ਅਸੀਂ ਹੋਰ ਘਰ ਬਣਾਉਣੇ ਨੇ, ਤਾਂ ਹੋਰ ਘਰ ਬਣਾਉਣ ਦੇ ਨਾਲ ਉੱਥੇ ਸੀਵੇਜ ਹੈ, ਇਲੈਕਟ੍ਰਿਸਿਟੀ ਹੈ, ਹੋਰ ਚੀਜ਼ਾਂ ਆਣਗੀਆਂ, ਤਾਂ ਉਹਦੇ ਨਾਲ ਸਿਟੀ ਜਿਹੜੀ ਹੈ ਕੁਝ ਅਮਾਉਂਟ ਜਿਹੜਾ ਹੈ ਫਿਰ ਬਿਲਡਰ ਤੋਂ ਵੀ ਚਾਰਜ ਕਰਦੀ ਹੈ, ਉਹਦੇ ਨਾਲ ਫਿਰ ਡਿਵੈਲਪਮੈਂਟ ਚਾਰजेस ਵੱਧ ਜਾਂਦੇ ਨੇ। ਤਾਂ ਉਸ ਦੇ ਕਾਰਨ ਕੀ ਹੈ ਕਲਾਇੰਟ ਨੂੰ ਇਹ ਦੇਖਣਾ ਬਹੁਤ ਜ਼ਰੂਰੀ ਹੈ ਕਿ ਵੈਦਰ ਦੋਜ਼ ਡਿਵੈਲਪਮੈਂਟ ਚਾਰजेस ਆਰ ਕੈਪਡ ਔਰ ਨਾਟ, ਦੈਟ ਇਜ਼ ਵੈਰੀ ਇੰਪੋਰਟੈਂਟ, ਨੰਬਰ 1। ਨੰਬਰ 2 ਉਸ ਤੋਂ ਬਾਅਦ ਆਪਾਂ ਹੋਰ ਦੇਖਦੇ ਹਾਂ ਜਿਵੇਂ ਇਨਸੈਂਟਿਵਸ ਬਿਲਡਰ ਆਪਾਂ ਚੈੱਕ ਕਰਨਾ ਹੁੰਦਾ ਕਿ ਇਨਸੈਂਟਿਵਸ ਅੱਜ ਕੀ ਦੇ ਰਹੇ ਨੇ। ਅਸਾਈਨਮੈਂਟ ਕਲੋਜ਼ ਇੱਕ ਬਹੁਤ ਇੰਪੋਰਟੈਂਟ, ਜਿਹੜੇ ਇਨਵੈਸਟਮੈਂਟਸ ਕਰਦੇ ਨੇ ਉਹ ਸਭ ਤੋਂ ਇੰਪੋਰਟੈਂਟ ਪੁਆਇੰਟ ਦੇਖਦੇ ਨੇ ਕਿ ਇਹ ਅਸਾਈਨਮੈਂਟ ਕਲੋਜ਼ ਹੈਗੀ ਹੈ। ਅਸਾਈਨਮੈਂਟ ਕਲੋਜ਼ ਵੀ ਲੋਕਾਂ ਨੂੰ ਕਈ ਵਾਰ ਬਹੁਤ ਵੱਡਾ ਭੁਲੇਖਾ ਪੈ ਜਾਂਦਾ। ਅਸਾਈਨਮੈਂਟ ਦਾ ਮਤਲਬ ਲੋਕੀ ਕਈ ਇਹ ਸਮਝਦੇ ਕਿ ਅਸੀਂ ਅੱਜ ਲਿੱਤਾ ਤਾਂ ਅਸੀਂ ਕੱਲ ਵੇਚ ਦਈਏ, ਇਹ ਪੋਸੀਬਲ ਨਹੀਂ ਹੁੰਦਾ। 99% ਆਫ ਦੀ ਕੇਸਿਸ ਦੇ ਵਿੱਚ ਬਿਲਡਰ ਹਮੇਸ਼ਾ 3 months to 6 months ਬਿਫੋਰ ਦੀ ਇੰਟਰੀਮ ਆਕੂਪੈਂਸੀ ਅਲਾਉ ਕਰਦਾ ਹੈ, ਕਿਉਂਕਿ ਬਿਲਡਰ ਦੇ ਵੀ ਲਾਸਟ ਦੇ ਵਿੱਚ ਕੁਝ ਯੂਨਿਟਸ ਬਚੇ ਹੁੰਦੇ ਨੇ, ਚਾਹੇ ਉਹ ਡਿਟੈਚ ਲੋਟਸ ਨੇ ਚਾਹੇ ਉਹ ਕੌਂਡੋਜ਼ ਨੇ, ਤਾਂ ਉਹ ਬਿਲਡਰ ਨਹੀਂ ਅਲਾਉ ਕਰਦਾ ਅੰਟਿਲ ਅਨਲੈਸ देयर इज सम ਐਕਸੈਪਸ਼ਨਸ। ਬਟ ਮੋਸਟ ਆਫ ਦੀ ਕੇਸਿਸ ਇਹ ਚੀਜ਼ ਆਪਾਂ ਦੇਖਣੀ ਹੁੰਦੀ ਹੈ ਕਿ ਉਹ ਅਸਾਈਨਮੈਂਟ ਹੈਗੀ ਹੈ ਕਿ ਨਹੀਂ ਹੈਗੀ ਹੈ। ਉਸ ਤੋਂ ਇਲਾਵਾ ਹੁੰਦਾ ਹੈ ਰਾਈਟ ਟੂ ਲੀਜ਼। ਰਾਈਟ ਟੂ ਲੀਜ਼ ਵੀ ਬਹੁਤ ਇੰਪੋਰਟੈਂਟ ਹੁੰਦਾ ਹੈ, ਕਈ ਬਿਲਡਰ ਨਹੀਂ ਕਰਦੇ। ਜਿਵੇਂ ਛੋਟੀ ਕਮਿਊਨਿਟੀ ਹੈ, ਟਾਊਨ ਹੋਮਸ ਬਣ ਰਹੇ, ਬਿਲਡਰ ਕਹਿੰਦੇ ਕਿ ਅਸੀਂ ਸਾਰੇ ਇਕੱਠੇ ਦੇਵਾਂਗੇ ਟਾਊਨ ਹੋਮ ਬਣਾ ਕੇ, ਪਰ ਕਈ ਵਾਰ ਹੁੰਦਾ ਕਿ ਆਪਣਾ ਘਰ ਬਣ ਜਾਂਦਾ ਹੈ ਤੇ ਆਪਾਂ ਨੂੰ ਪਤਾ ਕਿ ਆਪਾਂ ਨੇ ਮੂਵ ਹੋਣਾ ਹੈ, ਫਸਟ ਟਾਈਮ ਹੋਮ ਬਾਇਰ ਨੇ ਉਹਨਾਂ ਨੇ ਮੂਵ ਹੋਣਾ ਹੈਗਾ, ਤੇ ਉਹ ਵੇਟ ਕਰਦੇ ਰਹਿੰਦੇ ਜਦ ਤੱਕ ਸਾਰੀ ਕਮਿਊਨਿਟੀ ਡਿਵੈਲਪ ਨਹੀਂ ਹੁੰਦੀ। 3 ਮਹੀਨੇ 4 ਮਹੀਨੇ 6 ਮਹੀਨੇ ਡਾਊਨ ਪੇਮੈਂਟ ਆਲਰੇਡੀ ਪੇ ਕਰ ਚੁੱਕੇ ਹੈ, ਮੋਰਗੇਜ ਉਹਨਾਂ ਦੀ ਅਪਰੂਵ ਹੈ, ਪਰ ਉਹਨਾਂ ਨੂੰ ਮਿਲਦਾ ਨਹੀਂ। ਤਾਂ ਉਸ 'ਚ ਵੀ ਆਪਾਂ ਨੇ ਦੇਖਣਾ ਕਿ ਬਿਲਡਰ ਅਲਾਉ ਕਰ ਰਿਹਾ ਆਪਾਂ ਨੂੰ ਰਾਈਟ ਟੂ ਲੀਜ਼ ਦੇਣ ਦਾ ਕਿ ਨਹੀਂ ਦੇ ਰਿਹਾ, ਜਾਂ ਆਪਾਂ ਰਹਿਣਾ ਜਾਂ ਆਪਾਂ ਨੇ ਐਜ਼ ਏ ਟੈਨੈਂਟ ਕਿਸ ਨੂੰ ਦੇਣਾ ਹੈ। ਤਾਂ ਉਹ ਬਹੁਤ ਇੰਪੋਰਟੈਂਟ ਪੁਆਇੰਟ ਹੈਗਾ। ਇਹ ਸਾਰੀ ਚੀਜ਼ਾਂ ਹੈਗੀਆਂ ਜਿਹੜੀਆਂ ਪ੍ਰੀ ਕੰਸਟਰਕਸ਼ਨ ਦੇਖਣੀਆਂ ਬਹੁਤ ਜ਼ਰੂਰੀ ਹੈ। ਡਿਵੈਲਪਮੈਂਟ ਚਾਰजेस ਹੋ ਗਿਆ, ਰਾਈਟ ਟੂ ਲੀਜ਼ ਹੋ ਗਿਆ, ਅਸਾਈਨਮੈਂਟ ਹੋ ਗਿਆ, ਡਿਪੋਜ਼ਿਟ ਸਟਰਕਚਰ ਪਹਿਲਾਂ ਹੀ ਹੁੰਦਾ ਕਲੀਅਰ। ਉਸ ਤੋਂ ਇਲਾਵਾ ਜਿਵੇਂ ਪ੍ਰਵੀਨ ਜੀ ਕਹਿ ਰਹੇ ਸੀ ਕਿ ਫਲੋਰ ਪਲਾਨ ਦੇਖਣਾ ਬਹੁਤ ਜ਼ਰੂਰੀ ਹੈ ਕਿ ਯੂਨਿਟ ਕਿਹੜੀ ਡਾਇਰੈਕਸ਼ਨ 'ਚ ਹੈ, ਕਿਹੜੀ ਉਹ ਹੈ, ਕਿਉਂਕਿ ਲੋਕਾਂ ਨੂੰ ਕਈ ਵਾਰ ਨਹੀਂ ਪਤਾ ਹੁੰਦਾ ਕਿ ਉਸਦੇ ਸਾਹਮਣੇ ਵਾਲਾ ਟਾਵਰ ਦੇ ਸਾਹਮਣੇ ਵਾਲਾ ਕਿਹੜਾ ਟਾਵਰ ਆ ਰਿਹਾ ਹੈ। ਜੇ ਆਪਾਂ ਕੌਂਡੋਜ਼ ਦੀ ਗੱਲ ਕਰੀਏ, ਕਈ ਵਾਰ ਹੁੰਦਾ ਕਿ ਰੋਡ ਫੇਸਿੰਗ ਹੈ, ਕਈ ਵਾਰ ਲੋਕੀ ਉਹਨੂੰ ਲਾਈਕ ਨਹੀਂ ਕਰਦੇ, ਕਈ ਵਾਰ ਟਾਵਰ ਦੇ ਸਾਹਮਣੇ ਟਾਵਰ ਆ ਰਿਹਾ ਹੁੰਦਾ, ਲੋਕੀ ਉਹ ਲਾਈਕ ਟਾਵਰ ਆ ਰਿਹਾ ਹੁੰਦਾ, ਉਸ ਤੋਂ ਵੱਡਾ ਟਾਵਰ ਆ ਰਿਹਾ ਹੁੰਦਾ। ਆਪਾਂ ਇਹ ਕਹਿ ਸਕਦੇ ਹਾਂ ਕਿ ਐਂਡ ਰਿਜ਼ਲਟ ਇਹਦਾ ਕੀ ਹੈ ਕਿ ਤੁਸੀਂ ਆਪਣਾ ਐਗਰੀਮੈਂਟ ਕਿਸੇ ਪ੍ਰੋਫੈਸ਼ਨਲ ਕੋਲੋਂ ਜਾਂ ਲਾਇਰ ਕੋ, ਜਾਂ ਮਤਲਬ ਜੇ ਤੁਸੀਂ ਆਪ ਪੜ੍ਹਦੇ ਤੇ ਆਪ ਕਰੋ, ਜ਼ਰੂਰ ਤੁਸੀਂ ਰਿਵਿਊ ਕਰੋ। ਏਜੰਟ ਤੋਂ, ਰੀਅਲ estate ਏਜੰਟ ਤੋਂ ਆਪਣੇ ਸਾਰੇ ਕੁਐਸਚਨ ਪੁੱਛੋ, ਉਸ ਤੋਂ ਬਾਅਦ ਵੀ ਫਿਰ ਵੀ ਲਾਇਰ ਰਿਵਿਊ ਜ਼ਰੂਰ ਕਰਵਾਓ। ਅਗਲਾ ਕੁਐਸਚਨ ਕਿ ਪ੍ਰੀ ਕੰਸਟਰਕਸ਼ਨ ਸਪੈਸ਼ਲ ਲਾਇਰ ਹੁੰਦਾ ਹੈ, ਉਹਦੇ 'ਚ ਇਹ ਆ ਕਿ ਫਹਾਦ ਜਿਹੜੇ ਮੋਸਟਲੀ ਲਾਇਰਸ ਨੇ ਉਹ ਪ੍ਰੀ ਕੰਸਟਰਕਸ਼ਨ ਦੇ ਬਾਰੇ ਦੇਖ ਸਕਦੇ ਨੇ, ਬਟ ਜੇ ਕਿਸੇ ਵੀ ਦਰਸ਼ਕ ਨੂੰ ਕੋਈ ਇਦਾਂ ਦੀ ਕੋਈ ਸਪੈਸਿਫਿਕ ਚੀਜ਼ ਵਾਸਤੇ ਹੈ ਤਾਂ ਆਪਣੇ ਨਾਲ ਮਤਲਬ ਇਸ ਤਰ੍ਹਾਂ ਦੇ ਲਾਇਰਸ ਵੀ ਕੰਮ ਕਰਦੇ ਨੇ ਕਿ ਜਿਹੜੇ ਕੱਲਾ ਪ੍ਰੀ ਕੰਸਟਰਕਸ਼ਨ ਦੇ ਐਗਰੀਮੈਂਟਸ ਹੀ I know this year we had a few ideas like we had ਕਰਦੇ ਨੇ। yes we pulled some ਮੈਂ ਇੱਥੇ ਇੱਕ ਦਰਸ਼ਕਾਂ ਨੂੰ ਛੋਟੀ ਜੀ ਗੱਲ ਕਹਿਣੀ ਚਾਹਾਂਗਾ ਕਿ ਬੜੀ ਵਾਰ ਇਹ ਹੁੰਦਾ ਕਿ ਤੁਸੀਂ ਮਤਲਬ ਥੋੜਾ ਜਿਹਾ ਜਿਵੇਂ ਕਹਿ ਲਓ ਕਿ ਲੇਜ਼ੀ ਹੋ ਜਾਂਦੇ ਹੋ ਚੀਜ਼ਾਂ ਦੇ ਬਾਰੇ, ਜਾਂ ਥੋੜੀ ਜਿਹੀ ਅਮਾਉਂਟ ਸੋਚ ਜਾਂਦੇ ਹੋ, ਤੁਸੀਂ ਚੀਜ਼ਾਂ ਨਹੀਂ ਕਰਦੇ। ਇੱਥੇ ਕਿੰਦਰ ਮੈਂ ਹੋਰ ਚੀਜ਼ ਸਾਂਝੀ ਕਰਨੀ ਚਾਹੂੰਗਾ। ਕਈ ਵਾਰ ਹੁੰਦਾ ਕਿ ਆਪਣੇ ਘਰ ਦੇ ਪਿੱਛੇ, ਉਹਦੇ ਪਿੱਛੇ ਕੋਈ ਗ੍ਰੀਨ ਸਪੇਸ ਹੁੰਦੀ ਆ, ਠੀਕ ਹੈ ਜੀ, ਜਾਂ ਮੰਨ ਲਓ ਕੋਈ ਰਵੀਨ ਲੋਟ ਨਹੀਂ, ਕੋਈ ਵੈਸੇ ਗ੍ਰੀਨ ਵਗੈਰਾ ਜਾਂ ਕ੍ਰੀਕ ਆ ਕੋਈ, ਉੱਥੇ ਬਹੁਤ ਥਾਵਾਂ ਤੇ ਮੋਸਟਲੀ ਆਈ ਵੁੱਡ ਸੇ 99.9% ਸਿਟੀ ਅਲਾਉ ਨਹੀਂ ਕਰਦੇ ਫੈਂਸ ਲਾਉਣ ਦੀ, ਉੱਥੇ ਚੇਨ ਲਿੰਕ ਫੈਂਸ ਵਾਸਤੇ ਅਲਾਉ ਕਰਦੇ ਨੇ, ਬਲੈਕ ਕਲਰ ਦੀ ਜਿਹੜੀ ਹੁੰਦੀ। ਹਾਂਜੀ, ਕਈ ਲੋਕਾਂ ਨੂੰ ਬਾਅਦ 'ਚ ਲੱਗਦਾ ਕਿ ਯਾਰ ਸਾਡੀ ਇੱਥੇ ਪ੍ਰਾਈਵੇਸੀ ਨਹੀਂ ਹੈ, ਠੀਕ ਹੈ, ਮਤਲਬ ਨੋ ਡਾਊਟ ਪਿੱਛੇ ਗ੍ਰੀਨ ਸਪੇਸ ਆ, ਤੁਹਾਡੇ ਕੋਈ ਨੇਬਰ ਨਹੀਂ ਹੈ, ਬਟ ਸਮ ਪੀਪਲ ਆਰ ਮੋਰ ਕੰਸਰਨਡ ਉਹ ਆਪਣੀ ਪ੍ਰਾਈਵੇਸੀ ਵਾਸਤੇ ਵਾਕਵੇ ਬਣੇ ਹੁੰਦੇ ਨੇ ਕਈ ਪਿੱਛੇ, ਔਰ ਕਈਆਂ ਦੇ ਪਿੱਛੇ ਵਾਕਵੇ ਬਣੇ ਹੁੰਦੇ ਆ ਕਿ ਲੋਕ ਵਾਕ ਕਰ ਸਕਦੇ ਆ, ਐਂਡ ਦੇ ਡੋਂਟ ਲਾਈਕ ਕਿ ਸਾਡੇ ਪਿੱਛੇ ਲੋਕੀ ਵਾਕ ਕਰ ਰਹੇ, ਡਿਨਰ ਕਰ ਰਹੇ ਨੇ, ਬੈਠੇ ਨੇ। ਸੋ ਇਹ ਜਿਹੜੀਆਂ ਚੀਜ਼ਾਂ ਨੇ ਤੁਸੀਂ ਪਹਿਲਾਂ ਦੇਖ ਸਕਦੇ ਹੋ, ਤੁਹਾਡਾ ਪੂਰਾ ਰਾਈਟ ਆ ਦੇਖਣ ਦਾ। ਔਰ ਮੈਂ ਇਹ ਗੱਲ ਬਾਰ-ਬਾਰ ਕਹਿਣਾ ਕਿ ਆਪਾਂ ਦੇਖਿਆ ਕਿ ਆਪਾਂ ਹੁਣ ਪ੍ਰੀ ਕੰਸਟਰਕਸ਼ਨ ਵੀ ਕਰਦੇ ਆ, ਲੋਕੀ ਆਪਾਂ ਨੂੰ ਭੇਜ ਦੇਣਗੇ ਇਨਫੋਰਮੇਸ਼ਨ, ਭੇਜ ਦੇਣਗੇ, ਉਹ ਕਹਿ ਦੇਣਗੇ ਜੀ ਕਿ ਹਾਂਜੀ ਤੁਸੀਂ ਕੋਈ ਗੱਲ ਨਹੀਂ ਸਾਡਾ ਯੂਨਿਟ ਬੁੱਕ ਕਰ ਦਿਓ, ਠੀਕ ਹੈ ਜੀ।
ਮੈਂ ਹਮੇਸ਼ਾ ਇਹ ਗੱਲ ਕਰਦਾ ਹੁੰਨਾ, ਔਰ ਸਾਡੀ ਜਿਹੜੀ ਆਪਣੀ ਪੂਰੀ ਟੀਮ ਆ, ਆਪਣੀ ਪੂਰੀ ਟੀਮ ਦੀ ਇਹ ਪਹਿਲੀ ਕੋਸ਼ਿਸ਼ ਹੁੰਦੀ ਆ ਕਿ ਤੁਸੀਂ ਸਾਨੂੰ ਇਨ ਪਰਸਨ ਮਿਲੋ ਤੇ ਜਿਹੜੀ ਚੀਜ਼ ਤੁਸੀਂ ਬਾਏ ਕਰਨਾ ਚਾਹੁੰਦੇ ਆ ਅਸੀਂ ਤੁਹਾਨੂੰ ਉਹਦੀ ਲੋਕੇਸ਼ਨ ਜ਼ਰੂਰ ਦਿਖਾਈਏ। Praveen ji, and you know you're 100% right. The fact you brought up Hazel Glen, lot number 109, 108. Chain link fence करके मेरे buyer ने buy नहीं किया. They decided somewhere else. हाँ जी, बिल्कुल. Because they want that privacy and they didn't take that lot. They took the one across 141, I believe. ਬਿਲਕੁਲ. ਸੋ ਮੈਂ ਦਰਸ਼ਕਾਂ ਨੂੰ ਉਹੀ ਗੱਲ ਕਹਿ ਰਿਹਾ ਕਿ ਜਦੋਂ ਤੁਹਾਡਾ ਰਿਐਲਟਰ ਜਾਂ ਜਿਹਦੇ ਨਾਲ ਵੀ ਤੁਸੀਂ ਕੰਮ ਕਰ ਰਹੇ ਹੋ, ਉਹ ਤੁਹਾਡੇ ਨਾਲ ਕੰਮ ਕਰਨ ਲਈ ਤਿਆਰ ਨੇ, ਤੁਹਾਨੂੰ ਉਹ ਸਰਵਿਸਿਜ਼ ਪ੍ਰੋਵਾਈਡ ਕਰਨ ਲਈ ਤਿਆਰ ਨੇ, ਤੁਸੀਂ ਇੰਨੀ ਵੱਡੀ ਬਾਇੰਗ ਕਰ ਰਹੇ ਹੋ, ਇੱਕ ਵਾਰ ਜਾ ਕੇ ਲੋਕੇਸ਼ਨ ਜ਼ਰੂਰ ਦੇਖੋ। ਉਹ ਜਿਹੜੀ ਲੋਕੇਸ਼ਨ, ਕਈ ਵਾਰ ਆਪਾਂ ਇਹ ਵੀ ਸੋਚ ਲੈਂਦੇ ਆ ਕਿ ਯਾਰ ਆਪਣੀ ਤਾਂ ਇਨਵੈਸਟਮੈਂਟ, ਆਪਾਂ ਕਿਹੜਾ ਉੱਥੇ ਜਾ ਕੇ ਰਹਿਣਾ ਵਾ, ਪਰ ਤੁਸੀਂ ਉਹਨੂੰ ਕਿਸੇ ਨਾ ਕਿਸੇ ਸਟੇਜ ਤੇ ਸੈਲ ਵੀ ਕਰਨਾ। ਉਹ ਪ੍ਰਾਪਰਟੀ ਨੇ, ਜੇ ਤੁਹਾਡੀ ਇਨਵੈਸਟਮੈਂਟ ਆ, ਉਹਨੂੰ ਤੁਸੀਂ ਕਿਤੇ ਸੈਲ ਕਰਨਾ, ਜੇ ਤੁਸੀਂ 1-2 ਘੰਟੇ ਦਾ ਟਾਈਮ ਸਪੇਅਰ ਕਰਕੇ ਉਹਦੀ ਲੋਕੇਸ਼ਨ ਦੇਖ ਲਓ, 1-2 ਘੰਟੇ ਦਾ ਟਾਈਮ ਸਪੇਅਰ ਕਰਕੇ ਆਪਣੇ ਲਾਇਰ ਨਾਲ ਡਿਸਕਸ ਕਰ ਲਓ। ਜੇ ਤੁਸੀਂ 5-4 ਘੰਟਿਆਂ ਦੀ ਇਨਵੈਸਟਮੈਂਟ ਕਰ ਦੋਗੇ, $500-400 ਦੀ ਇਨਵੈਸਟਮੈਂਟ ਕਰ ਦੋਗੇ, ਤੁਸੀਂ 5-7 ਲੱਖ ਦੀ, 8 ਲੱਖ ਦੀ, $1 ਮਿਲੀਅਨ ਦੀ ਇਨਵੈਸਟਮੈਂਟ ਖਰੀਦ ਰਹੇ ਹੋ, ਉਹ ਕੋਈ ਮਾੜਾ ਆਈਡੀਆ ਨਹੀਂ ਹੋਏਗਾ। ਜੇ ਪ੍ਰਵੀਨ ਜੀ ਨਹੀਂ ਕਰਦੇ ਇਨਵੈਸਟਮੈਂਟ, ਤੁਸੀਂ ਕਰੋਗੇ? ਅਫਵਾਦ ਫਿਜ਼ੀਕਲੀ ਆਣਾ ਦਰਸ਼ਕਾਂ ਦਾ ਜਾਂ ਜੋ ਵੀ ਬਾਇਰ ਨੇ ਉਹਨਾਂ ਦਾ ਆਪਣਾ ਜ਼ਰੂਰੀ ਆ, ਲਾਇਰ ਦਾ ਰਿਵਿਊ ਅਸੀਂ ਕਰਵਾ ਕੇ ਦੇ ਦਿਆਂਗੇ। ਸਾਡਾ ਟੈਕਨੀਸ਼ੀਅਨ ਜੀ ਬ੍ਰੇਕ ਦਾ ਇਸ਼ਾਰਾ ਦੇ ਰਹੇ ਨੇ, ਤੇ ਆਫਟਰ ਦਿਸ ਬ੍ਰੇਕ ਅਸੀਂ ਤੁਹਾਡੇ ਨਾਲ ਇੱਕ ਬਹੁਤ ਹੀ ਵਧੀਆ ਜਾਣਕਾਰੀ ਸ਼ੇਅਰ ਕਰਾਂਗੇ ਰੀਅਲ estate ਦੇ ਰਿਕਾਰਡਿੰਗਲੀ, ਕਿ ਜਿਹੜੀ ਲੋ ਇਨਵੈਂਟਰੀ ਅੱਜ ਦੀ ਮਾਰਕੀਟ ਦੇ ਵਿੱਚ, ਜਿੱਦਾਂ ਪ੍ਰਵੀਨ ਜੀ ਨੇ ਸਟਾਰਟਿੰਗ ਤੇ ਕਿਹਾ ਕਿ ਜਿਹੜਾ ਪਿਛਲੇ ਸਾਲ ਜੋ ਸਿਨੈਰੀਓ ਹੋ ਰਿਹਾ ਸੀ, ਉਹ ਫਿਰ ਦੁਬਾਰਾ ਮੁੜ ਕੇ ਆਉਂਦਾ ਲੱਗ ਰਿਹਾ ਕਿ ਲੋ ਇਨਵੈਂਟਰੀ, ਤੇ ਉਹ ਇਹ ਲੋ ਇਨਵੈਂਟਰੀ ਦਾ ਕਿਹੜੇ ਸੈਲਰ ਨੂੰ ਜਾਂ ਬਾਇਰ ਨੂੰ ਫਾਇਦਾ ਹੋਊਗਾ ਤੇ ਕੌਣ ਉਹਦਾ ਫਾਇਦਾ ਉਠਾ ਸਕਦਾ। ਤੁਸੀਂ ਸਾਡੇ ਨਾਲ ਇਦਾਂ ਹੀ ਜੁੜੇ ਰਹੋ, ਤੇ ਅਸੀਂ ਹੁਣੇ ਗਏ ਤੇ ਹੁਣੇ ਵਾਪਸ ਆਏ। As a Muslim, you take pride in following your halal way of life. You want to ensure that everything you consume aligns with your values. That's where Nutrilux comes in. We offer a range of high-quality supplements that are certified halal and completely vegan, made with only the best ingredients. Our children's vitamins come in delicious gummy form, making it easy and enjoyable for kids to get the nutrients they need. For men, our supplements offer a convenient way to support your health and wellness, whether you're an athlete, a business professional, or a parent. For women, our supplements can help support your overall health and wellness, whether you're looking to boost your energy, support your immune system, or maintain healthy skin and hair. And for seniors, our tablets are designed to support your unique health needs and help you stay active and independent as you age. Nutrilux, supplements for every stage of life, so you can stay true to your halal values. Step into a world of magic and wonder at our annual Eid Bazaar presented by Zabiha Halal. Celebrating its 12th year, this event is set to bring together the best of culture, traditions, and entertainments. April 15th, 16th, and April 20th, step into the shopper's paradise, featuring hundreds of unique products and services from numerous vendors. Whether you're a fashionista or a foodie, the Eid Bazaar has something to suit your taste. Enhance your look with beautiful mehendi designs, adding an extra sparkle to your celebration. Eid Bazaar is the perfect place to shop, dine, and connect with your community. The festive atmosphere will keep you entertained with traditional performances, music, and dance. Mark your calendars and bring your family and friends along to celebrate the joy of Eid. Come and experience the best of shopping and entertainment. You don't want to miss this. Join us at the Swagat Banquet Hall for the event of the year and let the magic of Eid fill your heart. Eid Bazaar is produced by Awaz Entertainment and PGA International. Welcome to EB Electronics. Please call 647-762-3956.
KK Travel. Believe in providing everyone the first-class customer service. We take care not only for your air ticket, but dignity and respect as well. We are available for you anytime on WhatsApp, even while you are in Pakistan or any other destination. KK Travels guarantee lowest prices and are open to price match any airline. We are KK Travels under supervision of Gas Khan at 905-367-9433 or visit www.gaskhontravels.com. दावत इस्लामी का एक शोबा जामियतुल मदीना, जिसकी तकरीबन 891 ब्रांचेस दुनिया के कई ममालिक में कायम हैं। कमोबेश 67,000 इस्लामी भाई और इस्लामी बहनें बगैर किसी फीस के आलिम और आलिमा कोर्स कर रहे हैं। इनमें हजारों वो हैं जिनकी अकोमोडेशन, खाना पीना दावत इस्लामी के जिम्मे है। आप भी डोनेशंस के जरिए इस शोबे के साथ ताउन कर सकते हैं। आपके चंदे यानी डोनेशन को किसी भी जायज दीनी, इस्लाही, फलाही, रूहानी, खैर ख्वाही और भलाई के काम में खर्च किया जा सकता है। As a Muslim, you take pride in following your halal way of life. You want to ensure that everything you consume aligns with your values. That's where Nutrilux comes in. We offer a range of high-quality supplements that are certified halal and completely vegan, made with only the best ingredients. Our children's vitamins come in delicious gummy form, making it easy and enjoyable for kids to get the nutrients they need. For men, our supplements offer a convenient way to support your health and wellness, whether you're an athlete, a business professional, or a parent. For women, our supplements can help support your overall health and wellness, whether you're looking to boost your energy, support your immune system, or maintain healthy skin and hair. And for seniors, our tablets are designed to support your unique health needs and help you stay active and independent as you age. Nutrilux, supplements for every stage of life, so you can stay true to your halal values. ਆਵਾਜ਼ ਐਂਟਰਟੇਨਮੈਂਟ ਟੀਵੀ ਲਾਈਵ ਵਿਦ ਟੀਮ ਅਰੋੜਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰੀ ਫਿਰ ਅਸੀਂ ਸਵਾਗਤ ਕਰਦੇ ਹਾਂ ਜੀ। ਤੇ ਸਾਡੇ ਕੋਲ ਡਿਊਰਿੰਗ ਬ੍ਰੇਕ ਇੱਕ ਦੋ ਕੁਐਸਚਨ ਵੀ ਸਾਨੂੰ ਆਏ ਨੇ ਜੀ, ਜਿਨ੍ਹਾਂ ਦੇ ਦਰਸ਼ਕਾਂ ਦੇ ਕੁਐਸਚਨ ਹੈ, ਅਸੀਂ ਉਹ ਵੀ ਤੁਹਾਡੇ ਨਾਲ ਡਿਸਕਸ ਕਰਾਂਗੇ। ਪ੍ਰਵੀਨ ਜੀ, ਇੱਕ ਜਿਵੇਂ ਕਿ ਤੁਸੀਂ ਪਹਿਲਾਂ ਆਪਾਂ ਗੱਲ ਕਰ ਰਹੇ ਸੀ ਬ੍ਰੇਕ ਤੋਂ ਪਹਿਲਾਂ, ਤੁਸੀਂ ਸ਼ੇਅਰ ਕੀਤਾ ਕਿ ਜਿਹੜੀ ਇਨਵੈਂਟੋਰੀ ਦਿਨ ਬਾਏ ਦਿਨ ਘਟ ਰਹੀ ਹੈ ਰੀਅਲ ਸਟੇਟ ਦੇ ਵਿੱਚ ਤੇ ਡਿਮਾਂਡ ਵੱਧ ਰਹੀ ਹੈ ਜੀ, ਹਾਂਜੀ, ਕਿ ਉਹਦਾ ਹੋ ਸਕਦਾ ਤੁਸੀਂ ਜਿਸ ਤਰ੍ਹਾਂ ਕਹਿ ਰਹੇ ਸੀਗੇ ਕਿ ਲਾਸਟ ਈਅਰ ਵਾਲੀ ਫਿਰ ਮਾਰਕੀਟ ਦੁਬਾਰਾ ਨਾ ਆ ਜਾਵੇ, ਤੇ ਮੈਨੂੰ ਥੋੜਾ ਜਿਹਾ ਤੁਸੀਂ ਦੱਸੋ ਕਿ ਉਹਦਾ ਮਾਰਕੀਟ ਤੇ ਕੀ ਇੰਪੈਕਟ ਪਊਗਾ ਜਿਹੜੀ ਇਨਵੈਂਟੋਰੀ ਜੇ ਘਟਦੀ ਆ ਤਾਂ ਡਿਮਾਂਡ ਵੱਧਦੀ ਆ, ਤੇ ਕਿਹੜੇ ਲੋਕਾਂ ਨੂੰ ਬੈਨੀਫਿਟ ਉਹਦਾ ਹੋ ਸਕਦਾ? ਬਾਇਰ ਨੂੰ ਬੈਨੀਫਿਟ ਹੋਊਗਾ ਜਾਂ ਸੈਲਰ ਨੂੰ ਬੈਨੀਫਿਟ ਹੋਊਗਾ? ਪ੍ਰੋਪਰਟੀ ਸੈਲ ਕਰਨੀ ਚਾਹੀਦੀ ਆ, ਬਾਏ ਕਰਨੀ ਚਾਹੀਦੀ ਆ? ਥੋੜਾ ਜਿਹਾ ਦਰਸ਼ਕਾਂ ਨਾਲ ਇਹ ਚੀਜ਼ ਦੇ ਬਾਰੇ ਸ਼ੇਅਰ ਕਰੋ, ਕਿਉਂਕਿ ਡਿਊਰਿੰਗ ਬ੍ਰੇਕ ਸਾਨੂੰ ਇਹ ਕੁਐਸਚਨ ਆਇਆ ਜੀ। ਇਹਦੇ ਲਈ ਬੜਾ ਇੰਪੋਰਟੈਂਟ ਕੁਐਸਚਨ ਆ ਅੱਜ ਦੀ ਮਾਰਕੀਟ ਦੇ ਵਿੱਚ, ਕਿਉਂਕਿ ਜਿਵੇਂ ਇਨਵੈਂਟਰੀ ਲੋ ਹੁੰਦੀ ਜਾ ਰਹੀ ਆ, ਅਗਰ ਆਪਾਂ ਪਿਛਲੇ ਮਹੀਨੇ ਦੇ ਨਾਲ ਪ੍ਰਾਈਸ ਦਾ ਕੰਪੈਰੀਜ਼ਨ ਕਰੀਏ ਫੈਬਰੂਅਰੀ ਦੇ ਨਾਲੋਂ ਮਾਰਚ ਦਾ, ਤਾਂ ਮਾਰਚ ਦੇ ਵਿੱਚ GTA ਦੇ ਵਿੱਚ ਐਵਰੇਜ ਪ੍ਰਾਈਸ 2% ਉੱਪਰ ਚਲਾ ਗਿਆ। ਰਿਪੀਟ ਕਰੋ ਜੀ। ਮਾਰਚ ਦੇ ਵਿੱਚ ਫੈਬਰੂਅਰੀ ਦੇ ਨਾਲੋਂ GTA ਦੇ ਵਿੱਚ ਜਿਹੜਾ ਐਵਰੇਜ ਸੇਲ ਪ੍ਰਾਈਸ ਆ ਉਹ 2% ਦੇ ਕਰੀਬ ਉੱਪਰ ਚਲਾ ਗਿਆ। ਇੱਕ ਮਿੰਟ ਜੀ, ਕਾਲ ਆ ਰਹੀ ਹੈ ਜੀ। ਆਵਾਜ਼ ਐਂਟਰਟੇਨਮੈਂਟ ਟੀਵੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਹਾਂਜੀ ਸਰ। Hi sir, this is AV calling from Hall of Technology. How are you? Good. Sir, actually it's a sale call. We are offering online tuition classes from kindergarten up to university level. Sir ji, sorry to cut you. ਅਸੀਂ ਇਸ ਟਾਈਮ ਲਾਈਵ ਹੈਗੇ ਆ ਟੀਵੀ ਤੇ ਜੀ, ਤੁਸੀਂ ਸਾਨੂੰ ਆਫਟਰ 1 ਆਵਰ ਕਾਲ ਕਰਿਓ ਜੀ ਇਸ ਨੰਬਰ ਤੇ, ਠੀਕ ਹੈ ਜੀ? ਚਲੋ ਠੀਕ ਹੋ ਗਿਆ ਭਾਜੀ, ਠੀਕ ਹੋ ਗਿਆ। ਥੈਂਕ ਯੂ ਜੀ। ਹਾਂਜੀ ਪ੍ਰਵੀਨ। ਸੋ ਉਹ ਜਿਹੜਾ ਪ੍ਰਾਈਸ ਆ ਆਪਾਂ ਦੇਖ ਰਹੇ ਹਾਂ ਕਿ ਜਿੱਦਾਂ ਮਾਰਕੀਟ ਪਹਿਲਾਂ ਸਟੇਬਲ ਹੋਈ ਸੀ, ਹੁਣ ਮਾਰਕੀਟ ਦਾ ਜਿਹੜਾ ਰੁਝਾਨ ਆ ਫਿਰ ਥੋੜਾ ਜਿਹਾ ਉੱਪਰ ਨੂੰ ਜਾਣਾ ਸ਼ੁਰੂ ਹੋ ਗਿਆ। ਅਗਰ ਮਾਰਕੀਟ ਦੇ ਵਿੱਚ ਇਨਵੈਂਟੋਰੀ ਨਹੀਂ ਵਧੇਗੀ ਤਾਂ ਇਹ ਮਾਰਕੀਟ ਨੇ ਡੈਫੀਨੇਟਲੀ ਜਿਹੜੀ ਕਿ ਪਹਿਲਾਂ ਬਾਇਰ ਦੀ ਮਾਰਕੀਟ ਸੀ, ਇਹਨੇ ਸੈਲਰ ਦੀ ਮਾਰਕੀਟ ਬਣ ਜਾਣਾ ਫਿਰ ਦੁਬਾਰਾ। ਕਿਉਂਕਿ ਤੁਸੀਂ ਅੱਜ ਦੇਖੋ, ਅਗਰ ਆਪਾਂ ਗੱਲ ਕਰੀਏ ਬਰੈਂਪਟਨ ਮਿਸਾਗਾ ਦੇ ਵਿੱਚ ਦੋਨਾਂ ਦੇ ਵਿੱਚ ਇਨਵੈਂਟਰੀ 500 ਤੋਂ ਥੱਲੇ ਆ, ਦੋਨਾਂ ਸਿਟੀ ਦੇ ਵਿੱਚ 1000 ਤੋਂ ਥੱਲੇ ਘਰ ਆ ਦੋਨਾਂ ਸ਼ਹਿਰਾਂ ਦੇ ਵਿੱਚ। ਅੱਜ ਦੀ ਡੇਟ ਦੇ ਵਿੱਚ ਕੋਈ ਵੀ ਪ੍ਰਾਪਰਟੀ ਜਿਹੜੀ $1 ਮਿਲੀਅਨ ਤੋਂ ਥੱਲੇ ਆ ਇਹਨਾਂ ਦੋਨਾਂ ਸਿਟੀ ਦੇ ਵਿੱਚ, ਜਾਂ ਟੋਰਾਂਟੋ ਦੀ ਤਾਂ ਚਲੋ ਪ੍ਰਾਈਸ ਆਪਾਂ ਇਸ ਤੋਂ ਵੀ ਉੱਪਰ ਆ ਗੱਲ ਕਰਦੇ ਆ, ਉਹ ਪ੍ਰਾਪਰਟੀ ਮਲਟੀਪਲ ਆਫਰ ਦੇ ਵਿੱਚ ਵਿਕ ਰਹੀ ਆ।
ਆਪਾਂ ਮਤਲਬ ਇਹ ਨਾਰਮਲ ਚੀਜ਼ ਦੇਖ ਰਹੇ ਆ, ਕਿਉਂਕਿ ਜਿਹੜਾ ਸਪਲਾਈ ਐਂਡ ਡਿਮਾਂਡ ਦਾ ਫਾਰਮੂਲਾ ਉਹ ਸਿੱਧਾ ਕੰਮ ਕਰ ਰਿਹਾ, ਕਿਉਂਕਿ ਲੋਕੀ ਜਿਹੜੇ ਹੋਲਡ ਕਰ ਰਹੇ ਸੀਗੇ ਅੰਦਰ ਕਾਫੀ ਟਾਈਮ ਤੋਂ ਪ੍ਰਾਪਰਟੀ ਜਿਹਨੂੰ ਬਾਏ ਕਰਨ ਦੇ ਲਈ, ਉਹਨਾਂ ਨੂੰ ਹੁਣੇ ਮਹਿਸੂਸ ਹੋ ਰਿਹਾ ਕਿ ਵੀ ਉਹਨਾਂ ਨੂੰ ਪ੍ਰਾਪਰਟੀ ਬਾਏ ਕਰਨੀ ਚਾਹੀਦੀ ਹੈ, ਪ੍ਰਾਈਸਿਸ ਇਸ ਤੋਂ ਥੱਲੇ ਜਿਹੜੇ ਹੋਰ ਨਹੀਂ ਜਾਣਗੇ। ਹੁਣ ਇਹ ਜਿਹੜੀ ਮਾਰਕੀਟ ਆ, ਅੱਜ ਦੀ ਮਾਰਕੀਟ, ਅੱਜ ਤੱਕ ਤਾਂ ਇਹ ਬਾਇਰਸ ਦੀ ਮਾਰਕੀਟ ਸੀ, ਪਰ ਇਹ ਮਾਰਕੀਟ ਦਾ ਜਿਹੜਾ ਟ੍ਰੈਂਡ ਆ ਹੁਣ ਬਦਲਦਾ ਜਾ ਰਿਹਾ। ਇਹ ਮਾਰਕੀਟ ਨੇ ਦੁਬਾਰਾ ਫਿਰ ਸੈਲਰਸ ਦੀ ਸਾਈਡ ਤੇ ਜਾਣਾ ਸ਼ੁਰੂ ਹੋ ਚੁੱਕੀ ਆ। ਹੁਣ ਇਹਦੇ ਜਿਹੜਾ ਸਭ ਤੋਂ ਇੰਪੋਰਟੈਂਟ ਚੀਜ਼ ਆ ਕਿ ਇਸ ਮਾਰਕੀਟ ਦੇ ਵਿੱਚ ਫਾਇਦਾ ਕਿਹੜਾ ਬੰਦਾ ਲੈ ਸਕਦਾ ਔਰ ਕਿਹੜੇ ਬੰਦੇ ਨੂੰ ਕੋਈ ਨਾ ਕੋਈ ਐਕਟ ਕਰਨਾ ਚਾਹੀਦਾ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਬਾਰ-ਬਾਰ ਇਹ ਗੱਲ ਕਹਿ ਰਿਹਾ ਵਾਂ ਔਰ ਪਿਛਲੇ ਕਈ ਮਹੀਨਿਆਂ ਤੋਂ ਮੈਂ ਇਹ ਗੱਲ ਕਹਿ ਰਿਹਾ ਸੀਗਾ, ਸ਼ਾਇਦ ਦਰਸ਼ਕਾਂ ਨੂੰ ਮੇਰੀ ਇਹ ਗੱਲ ਯਾਦ ਹੋਏਗੀ ਕਿ ਜਿਹੜੇ ਫਸਟ ਟਾਈਮ ਬਾਇਰਸ ਨੇ, ਮੈਂ ਪੂਰਾ ਦਸੰਬਰ, ਜਨਵਰੀ, ਫੈਬਰਵਰੀ ਉਹਨਾਂ ਨੂੰ 3 ਮਹੀਨੇ ਲਗਾਤਾਰ ਇਹ ਗੱਲ ਕਹਿ ਰਿਹਾ ਸੀਗਾ ਕਿ ਮਾਰਕੀਟ ਦੇ ਵਿੱਚ ਐਂਟਰ ਕਰ ਜਾਓ, ਇਹ ਬੈਸਟ ਟਾਈਮ ਆ ਮਾਰਕੀਟ 'ਚ ਐਂਟਰ ਕਰਨ ਦਾ। ਔਰ ਜਿਹੜੇ ਬਾਇਰ ਨੇ, ਫਸਟ ਟਾਈਮ ਬਾਇਰ ਨੇ ਦਸੰਬਰ, ਜਨਵਰੀ, ਫੈਬਰਵਰੀ ਦੇ ਵਿੱਚ ਘਰ ਨਹੀਂ ਖਰੀਦਿਆਗਾ, ਅੱਜ ਔਰ ਮਾਰਚ, ਅਪ੍ਰੈਲ ਦੇ ਵਿੱਚ ਜੇ ਉਹਨਾਂ ਨੇ ਲਿਆ ਵਾ ਘਰ ਜਾਂ ਲੈਣ ਦੀ ਕੋਸ਼ਿਸ਼ ਕਰ ਰਹੇ ਆ, ਉਹ ਡੈਫੀਨੇਟਲੀ ਉਸ ਪ੍ਰਾਈਸ ਤੇ ਘਰ ਨਹੀਂ ਬਾਏ ਕਰ ਪਾਣਗੇ ਜਿਸ ਪ੍ਰਾਈਸ ਤੇ ਉਹਨਾਂ ਨੂੰ ਦਸੰਬਰ, ਜਨਵਰੀ ਤੇ ਫੈਬਰਵਰੀ ਦੇ ਵਿੱਚ ਘਰ ਮਿਲ ਰਿਹਾ ਸੀ। ਸਭ ਤੋਂ ਪਹਿਲੀ ਗੱਲ, ਠੀਕ ਹੈ ਜੀ। ਔਰ ਹਜੇ ਵੀ ਟਾਈਮ ਕੋਈ ਜ਼ਿਆਦਾ ਖਰਾਬ ਨਹੀਂ ਹੈ, ਹਜੇ ਵੀ ਟਾਈਮ ਵਧੀਆ ਵਾ ਕਿ ਉਹ ਲੈ ਸਕਦੇ ਨੇ। ਦੂਜੀ ਗੱਲ ਮੈਂ ਇਹ ਕਹਿਣੀ ਚਾਹੂੰਗਾ ਇੰਦਰ, ਜਿਹੜਾ ਇਸ ਮਾਰਕੀਟ ਦਾ ਮੈਨੂੰ ਬੜਾ ਸਿੱਧਾ ਇੰਪੈਕਟ ਨਜ਼ਰ ਆ ਰਿਹਾ ਵਾ ਆਉਣ ਵਾਲੇ ਟਾਈਮ ਦੇ ਉੱਤੇ, ਉਹ ਆ ਰਿਹਾ ਪ੍ਰੀ ਕੰਸਟਰਕਸ਼ਨ ਦੇ ਉੱਤੇ। ਜਿਹੜੇ ਵੀ ਲੋਕ ਅੱਜ ਦੀ ਮਾਰਕੀਟ ਦੇ ਵਿੱਚ ਨਹੀਂ ਬਾਏ ਕਰ ਪਾ ਰਹੇ, ਮੌਰਗੇਜ ਵਾਸਤੇ ਨਹੀਂ ਕੁਆਲੀਫਾਈ ਕਰ ਰਹੇਗੇ, ਉਹ ਹਾਇਰ ਇੰਟਰਸਟ ਰੇਟ ਤੇ ਪੇਮੈਂਟ ਨਹੀਂ ਅਫੋਰਡ ਕਰ ਰਹੇਗੇ, ਬਿਲਕੁਲ ਉਹਨਾਂ ਦਾ ਜਿਹੜਾ ਇਹ ਕੰਸਰਨ ਆ ਵਾਜਬ ਆ। ਪਰ ਉਹਨਾਂ ਨੂੰ, ਜੇ ਉਹਨਾਂ ਨੇ GTA ਦੀ ਮਾਰਕੀਟ ਦੇ ਵਿੱਚ ਰਹਿਣਾ ਵਾ, ਜੇ ਉਹਨਾਂ ਨੇ ਓਨਟਾਰੀਓ ਦੇ ਵਿੱਚ ਰਹਿਣਾ, ਤਾਂ ਮੈਨੂੰ ਇਹ ਚੀਜ਼ ਲੱਗ ਰਹੀ ਆ ਉਹਨਾਂ ਨੂੰ ਇੱਕ ਚੀਜ਼ ਕਰਨੀ ਚਾਹੀਦੀ ਆ, ਰੈਂਟ ਦੇ ਉੱਤੇ ਬਿਲਕੁਲ ਨਹੀਂ ਰਿਲਾਈ ਕਰਨਾ ਚਾਹੀਦਾ। ਰੈਂਟਲ ਮਾਰਕੀਟ ਕਾਫੀ ਤੇਜ਼ੀ ਨਾਲ ਉੱਪਰ ਜਾ ਰਹੀ ਆ, ਉਹਨਾਂ ਨੂੰ ਪ੍ਰੀ ਕੰਸਟਰਕਸ਼ਨ ਦੇ ਵਿੱਚ ਕੋਈ ਨਾ ਕੋਈ ਚੀਜ਼ ਆ ਜਿਹੜੀ ਉਹ ਬਾਏ ਕਰ ਲੈਣੀ ਚਾਹੀਦੀ ਆ। ਨਹੀਂ ਤਾਂ ਅੱਜ ਤੋਂ 6 ਮਹੀਨੇ ਬਾਅਦ ਜੋ ਰੀਸੇਲ ਮਾਰਕੀਟ ਦੇ ਵਿੱਚ ਮੈਂ ਅੱਜ ਗੱਲ ਕੀਤੀ ਆ ਕਿ ਜੋ ਤੁਹਾਨੂੰ ਦਸੰਬਰ, ਜਨਵਰੀ, ਫੈਬਰਵਰੀ 'ਚ ਗੱਲ ਕਹਿ ਰਹੇ ਸੀਗੇ, ਉਹ ਅੱਜ ਨਹੀਂ ਹੋ ਰਹੀ। ਉਹ ਪ੍ਰਾਪਰਟੀ ਤੁਹਾਨੂੰ ਅੱਜ ਉਸ ਪ੍ਰਾਈਸ ਤੇ ਨਹੀਂ ਮਿਲ ਰਹੀ। ਅੱਜ ਤੋਂ 5 ਮਹੀਨੇ ਬਾਅਦ, 6 ਮਹੀਨੇ ਬਾਅਦ ਤੁਹਾਨੂੰ ਪ੍ਰੀ ਕੰਸਟਰਕਸ਼ਨ ਵੀ ਉਸ ਪ੍ਰਾਈਸ ਤੇ ਜਿਹੜੀ ਉਹ ਨਹੀਂ ਮਿਲੇਗੀ। ਇੱਕ ਹੋਰ ਵੀ ਜਿੱਦਾਂ ਆਪਾਂ ਕਾਫੀ ਕਲਾਇੰਟ ਸਾਨੂੰ ਕਾਲ ਕਰਦੇ ਆ, ਪ੍ਰਵੀਨ ਜੀ, ਫਹਾਦ ਨੂੰ ਵੀ ਪ੍ਰੀ ਕੌਨ ਦੇ ਵਿੱਚ ਵੀ ਤੁਸੀਂ ਤਰੁਣ ਜੀ ਗੱਲ ਹੁੰਦੀ ਰਹਿੰਦੀ ਆ, ਤੇ ਆਪਾਂ ਆਉਂਦੇ ਹੋਏ ਵੀ ਡਿਸਕਸ ਕਰ ਰਹੇ ਸੀਗੇ ਕਿ ਅੱਜ ਦੀ ਡੇਟ ਦੇ ਵਿੱਚ ਕਾਫੀ ਪ੍ਰਾਪਰਟੀਜ਼ ਇਦਾਂ ਦੀਆਂ ਨੇ ਜੀ, ਦਰਸ਼ਕਾਂ ਨੂੰ ਵੀ ਪਤਾ ਹੋਊਗਾ, ਤੁਸੀਂ ਵੀ ਦੇਖਦੇ ਰਹਿੰਦੇ ਆਨਲਾਈਨ, ਕਿ ਪ੍ਰਾਪਰਟੀ ਲਿਸਟਡ ਹੁੰਦੀ ਆ 999 ਤੇ ਜੀ, ਤੇ ਉਹ ਮਲਟੀਪਲ ਆਫਰ ਦੇ ਵਿੱਚ ਵਿਕ ਰਹੀ ਆ, ਫਰਮ ਆਫਰ ਕੇ ਤੁਸੀਂ ਵੀ ਸੁਣਦੇ ਰਹਿੰਦੇ ਆ, ਹਰ ਜਗ੍ਹਾ ਰੀਅਲ estate ਦੀ ਹੀ ਗੱਲ ਹੁੰਦੀ ਆ, ਤੁਸੀਂ ਕਿਸੇ ਮਹਿਫਲ 'ਚ ਬੈਠਦੇ ਆ ਕਿ ਮਲਟੀਪਲ ਆਫਰਸ ਪੈ ਰਹੀਆਂ ਤੇ ਫਰਮ ਆਫਰ ਜਾ ਰਹੀਆਂ ਜੀ, ਘਰ ਲੱਖ ਉੱਪਰ ਵਿਕ ਗਿਆ, 2 ਲੱਖ ਵਿਕ ਗਿਆ। ਉਹ ਜਿਹੜਾ ਟ੍ਰੈਂਡ ਆ, ਤੁਹਾਡੀ ਗੱਲ ਸਹੀ ਆ ਜੀ, ਬਈ ਮੈਨੂੰ ਵੀ ਲੱਗ ਰਿਹਾ ਕਿ ਜਿੱਦਾਂ ਆਪਾਂ ਦੇਖ ਰਹੇ ਹਾਂ ਕਿ ਉਹ ਟ੍ਰੈਂਡ ਵਾਪਸ ਆ ਰਿਹਾ ਜੀ, ਆ ਰਿਹਾ। ਤੇ ਇਸ ਕਰਕੇ ਅਸੀਂ ਦਰਸ਼ਕਾਂ ਨੂੰ ਇਹ ਰਿਕੁਐਸਟ ਕਰਾਂਗੇ ਕਿ ਤੁਸੀਂ ਸਾਡੇ ਨਾਲ ਕੋਈ ਵੀ ਤੁਹਾਡਾ ਕੁਐਸਚਨ ਹੈ, ਤੁਸੀਂ ਗੱਲਬਾਤ ਕਰ ਸਕਦੇ ਆ, ਜਾਂ ਤੁਸੀਂ ਆਫਟਰ ਆਵਰਸ ਵੀ ਕਰਨਾ ਚਾਹੁੰਦੇ ਆ, ਤੁਸੀਂ ਸਾਡੀ ਵੈਬਸਾਈਟ ਵੀ ਵਿਜ਼ਿਟ ਕਰ ਸਕਦੇ ਆ teamaroda.com, ਜਾਂ ਤੁਸੀਂ ਇੱਕ ਫੇਵਰ ਕਰ ਸਕਦੇ, ਤੁਸੀਂ ਜਿਹੜੇ ਵੀ ਵਿਊਅਰਸ ਨੇ ਇਹ ਤੁਹਾਨੂੰ ਕਾਲ ਕਰਨ, ਹਾਂ ਠੀਕ ਹੈ, ਕਿ ਇਹ ਲਿਸਟਿੰਗ ਸਾਨੂੰ ਪਸੰਦ ਹੈ, ਤੁਸੀਂ ਇਹ ਦੱਸੋ ਮਲਟੀਪਲ ਲਈ ਜਾ ਰਹੀ ਹੈ ਕਿ ਨਹੀਂ, ਤੁਸੀਂ ਦੱਸ ਸਕਦੇ ਹੋ? ਬਿਲਕੁਲ ਦੱਸ ਸਕਦੇ। ਤੁਸੀਂ ਇਹ ਦੱਸ ਸਕਦੇ ਹੋ ਕਿੰਨੀ ਪ੍ਰਾਈਸ ਤੇ ਜਾਏਗੀ? ਬਾਹਰ ਆਪਾਂ ਜਿਹੜੀ ਆਪਣੀ ਪੂਰੀ ਟੀਮ ਹੈ, ਇਵਨ ਇਫ ਯੂ ਆਰ ਨਾਟ ਬਾਇੰਗ ਫਰਮ, ਮੈਂ ਤੁਹਾਨੂੰ ਦੱਸ ਰਿਹਾ, ਇਨਕਲੂਡਿੰਗ ਯੂ, ਆਪਣੀ ਸਾਰੀ ਟੀਮ ਆਪਾਂ ਇਸ ਤਰੀਕੇ ਨਾਲ ਟ੍ਰੇਨ ਕੀਤੀ ਹੋਈ ਆ ਕਿ ਉਹਨਾਂ ਨੂੰ ਮਾਰਕੀਟ ਦੀ ਕਾਫੀ ਸਮਝ ਆ। ਐਗਜ਼ੈਕਟਲੀ, ਇਹ ਗੱਲ ਨੂੰ ਆਪਾਂ ਐਗਰੀ ਕਰਦੇ ਕਿ ਨਹੀਂ ਕਰਦੇ? ਸੋ ਦੈਨ ਵਾਈ ਡੂ ਬਾਇਰਸ ਟੇਕ 3 to 4 months ਟੂ ਗੈਟ ਅ ਹਾਊਸ? ਉਹਦੇ ਚ ਫਾਸ ਜਿਹੜਾ ਇਹ ਵੀ ਕੁਐਸਚਨ ਆ, ਇਹ ਵੀ ਇੰਦਰ ਮੈਨੂੰ ਇਹ ਕੁਐਸਚਨ ਵੀ ਆਪਣਾ ਹੈ। ਇਸ ਤੋਂ ਪਹਿਲਾਂ, ਇਸ ਤੋਂ ਬਾਅਦ ਆਪਾਂ ਕਿਉਂਕਿ ਫਿਰ ਪ੍ਰੀ ਕੰਸਟਰਕਸ਼ਨ ਬਾਰੇ 1-2 ਚੀਜ਼ਾਂ ਡਿਸਕਸ ਕਰਦੇ ਆ। ਜਿਹੜੇ ਬਾਇਰਸ ਨੇ, ਜਿਨ੍ਹਾਂ ਨੂੰ ਕਾਫੀ ਟਾਈਮ, ਇੱਕ ਬਾਇਰ ਦਾ ਕੁਐਸਚਨ ਸੀਗਾ ਕਿ ਮੈਨੂੰ 3-4 ਮਹੀਨੇ ਹੋ ਗਏ ਨੇ ਮਾਰਕੀਟ 'ਚ ਘਰ ਦੇਖਦੇ ਹੋਏ, ਮੈਂ ਬਾਈ ਨਹੀਂ ਕਰ ਪਾ ਰਿਹਾ। ਉਹਦੇ ਬਾਅਦ 2-3 ਸਿੱਧੇ ਰੀਜਨ ਨੇ। ਜੇ ਕੋਈ ਬਾਇਰ ਕਿਸੇ ਟਾਈਮ ਦੇ ਵਿੱਚ, ਜੇ ਕਿਸੇ ਵੀ ਬਾਇਰ ਨੂੰ 3-4 ਮਹੀਨੇ ਪ੍ਰਾਪਰਟੀ ਮਾਰਕੀਟ ਦੇ ਵਿੱਚ ਨਹੀਂ ਮਿਲ ਰਹੀਗੀ, ਉਹਦਾ ਮਤਲਬ ਇਹ ਕਿ ਜਾਂ ਤਾਂ ਉਹ ਕਿਸੇ ਤਰ੍ਹਾਂ ਦੀ ਕੋਈ ਯੂਨੀਕ ਪ੍ਰਾਪਰਟੀ ਦੇਖ ਰਹੇ ਨੇ ਜਿਹੜੀ ਕਿ ਮਾਰਕੀਟ 'ਚ ਅਵੇਲੇਬਲ ਹੀ ਨਹੀਂ ਹੈ, ਜੋ ਮੈਨੂੰ ਲੱਗ ਰਿਹਾ। ਬਟ ਜੇ ਉਹਨਾਂ ਨੂੰ ਮਾਰਕੀਟ 'ਚ ਘਰ ਪਸੰਦ ਆ ਰਹੇ ਨੇ ਔਰ ਬਾਏ ਨਹੀਂ ਕਰ ਪਾ ਰਹੇ, ਇਹਦਾ ਮਤਲਬ ਯੂਨੀਕ ਪ੍ਰਾਪਰਟੀ ਵੀ ਨਹੀਂ ਹੈ ਕੋਈ, ਉਹ ਮਾਰਕੀਟ 'ਚ ਉਹਦਾ ਦੀ ਇਨਵੈਂਟਰੀ ਅਵੇਲੇਬਲ ਆ। ਉਹਦੇ 'ਚ 2 ਕਾਰਨ ਨੇ, ਜਿਹੜਾ ਉਹ ਪ੍ਰਾਈਸ ਐਕਸਪੈਕਟ ਕਰ ਰਹੇ ਨੇ ਔਰ ਜੋ ਉਹਨਾਂ ਦੀ ਵਿਸ਼ ਲਿਸਟ ਆ ਘਰ ਬਾਏ ਕਰਨ ਦੀ, ਉਹ ਮੈਚ ਨਹੀਂ ਕਰ ਰਹੀਆਂ ਉਹਨਾਂ ਦੀਆਂ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਉਹ ਐਕਸਪੈਕਟ ਕਰ ਰਹੇ ਨੇ ਕਿ ਜੇ ਮਾਰਕੀਟ ਦੇ ਵਿੱਚ ਸਾਨੂੰ ਜਿਹੜਾ ਡਿਟੈਚ ਘਰ ਮਿਲੇ, ਪਰ ਉਹ ਜਿਹੜਾ ਡਿਟੈਚ ਘਰ ਦਾ ਪ੍ਰਾਈਸ ਦੇਣਾ ਚਾਹ ਰਹੇ ਆ, ਉਸ ਪ੍ਰਾਈਸ ਰੇਂਜ ਉਦਾਂ ਦਾ ਡਿਟੈਚ ਘਰ ਉਸ ਲੋਕੇਸ਼ਨ ਤੇ ਆ ਨਹੀਂ ਰਿਹਾਗਾ। ਔਰ ਦੂਜੀ ਚੀਜ਼ ਇਹ ਵੀ ਹੋ ਸਕਦੀ ਹੈ ਕਿ ਕਿਤੇ ਨਾ ਕਿਤੇ ਉਹਨਾਂ ਨੂੰ
ਮੈਂ ਇਹ ਨਹੀਂ ਕਹਿੰਦਾਗਾ ਵੀ ਕਿਸੇ ਪ੍ਰੋਫੈਸ਼ਨਲ ਦੀ ਐਡਵਾਈਸ ਗਲਤ ਹੋਏਗੀ। ਜਿਹੜਾ ਉਹਨਾਂ ਦਾ ਰੀਅਲਟਰ ਉਹਨਾਂ ਨੂੰ ਰਾਈਟ ਐਡਵਾਈਸ ਦੇ ਰਿਹਾ, ਪ੍ਰੋਫੈਸ਼ਨਲ ਐਡਵਾਈਸ ਦੇ ਰਿਹਾ, ਉਹ ਕਿਤੇ ਨਾ ਕਿਤੇ ਉਹਦੀ ਐਡਵਾਈਸ ਨੂੰ ਚੰਗੀ ਤਰੀਕੇ ਨਾਲ ਸੁਣ ਨਹੀਂ ਰਹੇਗੇ। ਐਗਜ਼ੈਕਟਲੀ, ਸਹੀ ਗੱਲ ਹੈ ਯਾਰ। ਔਰ ਜੇ ਉਹ ਆਪਣੇ ਪ੍ਰੋਫੈਸ਼ਨਲ ਦੀ ਐਡਵਾਈਸ ਨੂੰ ਨਹੀਂ ਸੁਣਦੇਗੇ, ਜੇ ਹੁਣ ਆਪਾਂ ਇੱਕ ਗੱਲ ਕਰੋ, ਤੁਸੀਂ ਹੁਣ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਕਰਦਾ ਕਿ ਆਪਾਂ ਤੁਸੀਂ ਦੇਖਿਆ, ਆਪਾਂ ਬੜੀ ਵਾਰ ਦੇਖਿਆ ਕਿ ਆਪਾਂ ਨੂੰ ਬਾਇਰ ਇਹ ਗੱਲ ਕਹੇਗਾ ਕਿ ਯਾਰ ਮੈਨੂੰ ਪ੍ਰਾਪਰਟੀ ਹੈ, ਆਪਾਂ ਨੂੰ 9 ਲੱਖ ਦੀ ਮਿਲ ਜਾਣੀ ਚਾਹੀਦੀ ਆ, ਪਰ ਆਪਾਂ ਉਹਨਾਂ ਨੂੰ ਕਲੀਅਰਲੀ ਇੰਡੀਕੇਸ਼ਨ ਦਿੰਦੇ ਆ ਕਿ ਸਾਨੂੰ ਇਹ ਲੱਗ ਰਿਹਾ ਕਿ ਤੁਹਾਨੂੰ ਇਹ ਪ੍ਰਾਪਰਟੀ $1,50,000 ਤੋਂ ਥੱਲੇ ਨਹੀਂ ਮਿਲੇਗੀ। ਜੇ ਤੁਸੀਂ $1,50,000 ਤੱਕ ਜਾ ਸਕਦੇ ਹੋ ਤਾਂ ਤੁਹਾਨੂੰ ਇਸ ਰੇਂਜ ਦੇ ਵਿੱਚ ਇਦਾਂ ਦੀ ਪ੍ਰਾਪਰਟੀ ਮਿਲੇਗੀ, ਨਹੀਂ ਤੁਹਾਨੂੰ ਆਪਣੀ ਵਿਸ਼ ਲਿਸਟ ਆ ਜਿਹੜਾ ਉਹਨੂੰ ਘਟਾਉਣਾ ਪਏਗਾ। ਸੋ ਕਿਤੇ ਨਾ ਕਿਤੇ ਇਹ ਜਿਹੜੀ ਚੀਜ਼ ਆ ਇਹ ਡਿਸਕਨੈਕਟ ਆ। ਔਰ ਮੈਂ ਇਹ ਗੱਲ ਜ਼ਰੂਰ ਕਹੂੰਗਾ ਕਿ ਆਪਣਾ ਜਿਹੜਾ ਵੀ ਤੁਹਾਡਾ ਪ੍ਰੋਫੈਸ਼ਨਲ ਰੀਅਲਟਰ ਆ ਉਹਦੀ ਐਡਵਾਈਸ ਲਓ, ਉਹਦੀ ਐਡਵਾਈਸ ਨਾਲ ਗੱਲ ਕੰਮ ਕਰੋ। ਜੇ ਤੁਹਾਨੂੰ ਆਪਣੇ ਪ੍ਰੋਫੈਸ਼ਨਲ ਐਡਵਾਈਜ਼ਰ ਤੇ ਬਲੀਵ ਨਹੀਂ ਹੈ, ਟਰਸਟ ਨਹੀਂ ਹੈ, ਤਾਂ ਤੁਸੀਂ ਕਿਸੇ ਹੋਰ ਐਡਵਾਈਜ਼ਰ ਨਾਲ ਗੱਲ ਕਰ ਲਓ। ਬਟ ਐਟ ਲੀਸਟ ਜਿਹੜੇ ਐਡਵਾਈਜ਼ਰ ਨਾਲ ਕੰਮ ਕਰ ਰਹੇ ਹੋ ਉਸ ਐਡਵਾਈਜ਼ਰ ਦੀ ਸਲਾਹ ਜ਼ਰੂਰ। On average, how long should it take you? You have 40 agents working for you. ਮੈਨੂੰ ਇਹ ਲੱਗ ਰਿਹਾ ਕਿ ਜਿਹੜਾ ਵੀ ਬਾਇਰ ਆ, ਜੇ ਉਹਦੀ ਐਕਸਪੈਕਟੇਸ਼ਨ ਰੀਅਲਿਸਟਿਕ ਆ ਮਾਰਕੀਟ ਦੇ ਮੁਤਾਬਕ, ਠੀਕ ਹੈ, ਕਿਸੇ ਵੀ ਬਾਇਰ ਨੂੰ 2 ਤੋਂ 3 ਵੀਕ ਤੋਂ ਜ਼ਿਆਦਾ ਟਾਈਮ ਨਹੀਂ ਲੱਗਣਾ ਚਾਹੀਦਾਗਾ ਘਰ ਨੂੰ ਬਾਇਰ ਕਰਨ, which is normal practice at now. Absolutely. So that question that came today in the afternoon, ਜਿਹਨਾਂ 40 ਮਿੰਟ ਤੁਹਾਡੀ ਗੱਲ ਹੋਈ, ਘੰਟਾ ਗੱਲ ਹੋਈ ਅੱਜ, ਹਾਂਜੀ, what would you say to somebody that's taking month and a half? ਦੇਖੋ ਜਿਹੜੇ ਘਰ ਨਹੀਂ ਬਾਏ ਕਰ ਪਾ ਰਹੇ, ਮੈਂ ਕਲੀਅਰ ਦੱਸ ਰਿਹਾ ਕਿ ਜਾਂ ਤਾਂ ਪ੍ਰਾਈਸ ਦੇ ਮੁਤਾਬਕ ਉਹਨਾਂ ਦੀ ਐਕਸਪੈਕਟੇਸ਼ਨ ਨਹੀਂ ਮੈਚ ਕਰ ਰਹੀ, ਔਰ ਜਾਂ ਕਿਤੇ ਨਾ ਕਿਤੇ ਜਾਂ ਜਿਹੜੀ ਉਹਨਾਂ ਨੂੰ ਐਡਵਾਈਸ ਮਿਲ ਰਹੀ ਆ ਉਹ ਐਡਵਾਈਸ ਨੂੰ ਸੁਣ ਨਹੀਂ ਰਹੇਗੇ ਜੀ। ਔਰ ਜੇ ਉਸ ਐਡਵਾਈਸ ਨੂੰ ਟਰਸਟ ਨਹੀਂ ਕਰ ਰਹੇਗੀ, ਇਹਦੇ ਵਿੱਚ ਕੋਈ ਐਸੀ ਗੱਲ ਨਹੀਂ ਹੈ। ਕਈ ਵਾਰ ਤੁਸੀਂ ਇੱਕ ਡਾਕਟਰ ਕੋਲ ਜਾਂਦੇ ਹੋ, ਤੁਹਾਨੂੰ ਉਸ ਡਾਕਟਰ ਦੇ ਮਤਲਬ ਟ੍ਰੀਟਮੈਂਟ ਦੇ ਨਾਲ ਨਹੀਂ ਫਰਕ ਪੈਂਦਾ, ਤੁਸੀਂ ਸੈਕੰਡ ਓਪੀਨੀਅਨ ਲੈ ਸਕਦੇ ਹੋ। ਬਟ ਜਿੰਨਾ ਚਿਰ ਤੁਸੀਂ ਡਾਕਟਰ ਨੂੰ ਦੀ ਮੈਡੀਸਿਨ ਜਾਂ ਉਹਦਾ ਟ੍ਰੀਟਮੈਂਟ ਨਹੀਂ ਲਾਓਗੇ, ਤੁਹਾਨੂੰ ਠੀਕ ਹੋਣਾ ਮੁਸ਼ਕਲ ਆ। ਮਤਲਬ ਪ੍ਰੋਫੈਸ਼ਨਲ ਦੀ ਐਡਵਾਈਸ ਬਹੁਤ ਵੈਲਿਊਏਬਲ ਆ, ਉਹਦੀ ਐਡਵਾਈਸ ਲਓ। ਜੇ ਕਿਸੇ ਕਾਰਨ ਕਰਕੇ ਤੁਹਾਨੂੰ ਕੋਈ ਚੀਜ਼ ਨਹੀਂ ਠੀਕ ਲੱਗਦੀ, ਸੈਕੰਡ ਓਪੀਨੀਅਨ ਲੈ ਲਓ। ਜੇ ਤੁਹਾਨੂੰ ਮਤਲਬ ਕੋਈ ਚੀਜ਼ ਤੇ ਨਹੀਂ ਟਰਸਟ ਆ ਰਿਹਾਗਾ ਜਾਂ ਤੁਹਾਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿਸੇ ਗੱਲ ਤੇ, ਗੈਟ ਐਨ ਸੈਕੰਡ ਓਪੀਨੀਅਨ ਐਂਡ ਟੇਕ ਦ ਐਡਵਾਈਸ ਆਫ ਅ ਪ੍ਰੋਫੈਸ਼ਨਲ ਐਡਵਾਈਸ। ਬਿਲਕੁਲ। ਤੇ ਇਸ ਦੇ ਨਾਲ ਹੀ ਪ੍ਰਵੀਨ ਜੀ, ਆਪਾਂ ਪਹਿਲਾਂ ਗੱਲ ਕਰਦੇ ਸੀਗੇ, ਚਲੋ ਕੁਐਸਚਨ ਆਪਣਾ ਲੰਬਾ ਹੋ ਗਿਆ, ਕਿ ਪ੍ਰੀ ਕੰਸਟਰਕਸ਼ਨ ਬਾਰੇ ਤਰੁਣ ਜੀ ਥੋੜੀ ਜਿਹੀ ਇਨਪੁਟ ਪਾਓ ਜੀ ਤੁਸੀਂ। ਜਿਵੇਂ ਪ੍ਰਵੀਨ ਜੀ ਕਹਿ ਰਹੇ ਸੀਗੇ ਕਿ ਆਪਣਾ ਰੀਸੇਲ ਦੇ ਵਿੱਚੋਂ ਜਿਵੇਂ ਜਿਹੜੇ ਹੈਗੇ ਇਨਵੈਂਟਰੀ ਬਹੁਤ ਘੱਟ ਹੋ ਗਈ ਹੈਗੀ, ਉਹ ਦੇਖਿਆ ਜਾਵੇ ਤਾਂ ਉਹ ਸੈਲਰਸ ਮਾਰਕੀਟ ਬਣ ਰਹੀ ਹੈ ਹੌਲੀ ਹੌਲੀ। ਤਾਂ ਉਹਦੇ ਚ ਕੀ ਹੈ ਕਿ ਜਿਹੜੇ ਫਸਟ ਟਾਈਮ ਹੋਮ ਬਾਇਰ ਨੇ ਉਹਨਾਂ ਨੂੰ ਐਂਟਰ ਕਰਨ ਦੇ ਡਰ ਲੱਗਦਾ, ਕਿਉਂਕਿ ਮਲਟੀਪਲ ਆਫਰਸ ਤੋਂ ਜਾਣਾ ਨਹੀਂ ਚਾਹੁੰਦੇ। ਉਹਨਾਂ ਨੂੰ ਅਸੀਂ ਵੀ ਐਡਵਾਈਸ ਕਰਦੇ ਹਾਂ ਕਿ ਲੈਟਸ ਸੇ ਜਿਵੇਂ 900,000 ਦੀ ਪ੍ਰਾਪਰਟੀ ਹੈ, ਤਾਂ ਉਹ ਮਲਟੀਪਲ ਆਫਰ ਕਰਨ 30, 40, 50,000 ਮੋਰ ਦੈਨ ਦੈਟ ਵੀ ਇਵਨ ਚਲੀ ਜਾਂਦੀ ਹੈ। ਤਾਂ ਫਸਟ ਟਾਈਮ ਬਾਇਰ ਲਈ ਉਹ ਇੱਕ ਬਹੁਤ ਵੱਡਾ ਸੈਟਬੈਕ ਹੁੰਦਾ ਕਿ ਅਸੀਂ, ਕਿਉਂਕਿ ਹਰ ਕਿਸੇ ਦੀ ਹਾਰਡ ਐਂਡ ਮਨੀ ਹੈ, ਤਾਂ ਇਸ ਲਈ ਉਹ ਉਹਨਾਂ ਤੋਂ ਅਵੋਇਡ ਕਰਨ ਦੀ ਕੋਸ਼ਿਸ਼ ਕਰਦੇ ਆ। ਉਸ ਕੇਸ ਕੀ ਹੈ, ਆਪਣੇ ਕੋਲ ਪ੍ਰੀ ਕੰਸਟਰਕਸ਼ਨ ਦਾ ਹੁੰਦਾ ਹੈ, ਉਹਦੇ ਵਿੱਚ ਫਸਟ ਟਾਈਮ ਹੋਮ ਬਾਇਰ ਨੂੰ ਜਿਵੇਂ ਅਗਰ ਉਹਨਾਂ ਨੇ ਪੋਜੈਸ਼ਨ ਦੀ ਉਹਨਾਂ ਨੂੰ ਕੋਈ ਜਲਦੀ ਨਹੀਂ ਹੈਗੀ, ਨਾ ਉਹਨਾਂ ਨੂੰ ਮੌਰਗੇਜ ਦਾ ਕੋਈ ਇਸ਼ੂ ਹੈ, ਤਾਂ ਉਹ ਪ੍ਰੀ ਕੰਸਟਰਕਸ਼ਨ 'ਚ ਜਿਵੇਂ ਬਾਏ ਕਰ ਸਕਦੇ ਆ। ਪ੍ਰੀ ਕੰਸਟਰਕਸ਼ਨ 'ਚ ਅੱਜ ਕੱਲ੍ਹ ਕੀ ਹੈ, ਪਹਿਲਾ ਟਾਈਮ ਹੁੰਦਾ ਸੀ 2020-21 ਦੇ ਵਿੱਚ ਬਹੁਤ ਜ਼ਿਆਦਾ, ਕਿ ਜਦੋਂ ਬਿਲਡਰ ਤੋਂ 20 ਲੋਟਸ ਕੱਢਦਾ ਸੀਗਾ ਤਾਂ 1000 ਲੋਕੀ ਸੇਲਸ ਸੈਂਟਰ ਤੇ ਪਹੁੰਚੇ ਹੁੰਦੇ ਸੀਗੇ, ਤਾਂ ਲੋਕਾਂ ਨੂੰ ਮਿਲਦਾ ਹੀ ਨਹੀਂ ਸੀਗਾ। ਤਾਂ ਬਿਲਡਰ ਕਰਦਾ ਕੀ ਸੀਗਾ ਕਿ 15 ਵੀ ਉਹਨਾਂ ਨੇ ਕਰਨਾ, ਉਸ ਤੋਂ ਬਾਅਦ 1 ਦਿਨ 2 ਦਿਨ ਬਾਅਦ ਹੀ 25,000 50,000 ਲੱਖ ਵਧਾ ਦੇਣਾ, ਤਾਂ ਉਸ 'ਚ ਵੀ ਮਾਰਾਮਾਰੀ ਬਹੁਤ ਰਹਿੰਦੀ ਸੀ। ਹੁਣ ਉਹ ਟਾਈਮ ਚੇਂਜ ਹੋ ਚੁੱਕਿਆ ਹੈ, ਪ੍ਰਾਈਸ ਰਿਵਾਈਜ਼ ਕੀਤੇ ਨੇ ਬਿਲਡਰਾਂ ਨੇ, ਕਈ ਅੱਛੇ ਬਿਲਡਰਾਂ ਨੇ, ਡਿਪੋਜ਼ਿਟ ਸਟਰਕਚਰ ਵੀ ਅੱਛਾ ਕੀਤਾ ਹੈ। ਤਾਂ ਐਟਲੀਸਟ ਜਿਹੜੀ ਜਿਵੇਂ ਪ੍ਰਵੀਨ ਜੀ ਕਹਿ ਰਹੇ ਸੀ ਕਿ ਇਹ ਟਾਈਮ ਹੈ, ਰਾਈਟ ਟਾਈਮ ਹੈ ਬਾਇਰ ਦੇ ਲਈ, ਇੱਕ ਵਾਰੀ ਐਂਟਰ ਕਰ ਜਾਓ, ਕਿਉਂਕਿ ਇਹ ਟਾਈਮ ਜਿਹੜਾ ਆਲਰੇਡੀ ਬੇਸਡ ਔਨ ਆਵਰ ਐਕਸਪੀਰੀਅੰਸ ਕਿ ਬੋਟਮ ਆਲਰੇਡੀ ਇੱਕ ਵਾਰੀ ਟੱਚ ਹੋ ਚੁੱਕਿਆ। ਬਟ ਦੇਖੋ ਐਕਸੈਪਸ਼ਨਸ ਹੋਰ ਵੀ ਹੁੰਦੀਆਂ, ਬਟ ਮੋਸਟਲੀ ਸਾਨੂੰ ਲੱਗਦਾ, ਤਾਂ ਇਸ ਕਾਰਨ ਕਿੱਥੇ ਵੀ ਤੁਸੀਂ ਅਗਰ ਤੁਹਾਨੂੰ ਰੀਸੇਲ 'ਚ ਨਹੀਂ ਲੱਗਦਾ ਤਾਂ ਤੁਸੀਂ ਪ੍ਰੀ ਕੰਸਟਰਕਸ਼ਨ ਕਰ ਸਕਦੇ ਹੋ, ਤਾਂ ਕਿ ਪ੍ਰੀ ਕੰਸਟਰਕਸ਼ਨ ਡਿਪੋਜ਼ਿਟ ਸਟਰਕਚਰ ਦਾ ਇਸ਼ੂ ਨਾ ਰਹੇ, ਮੌਰਗੇਜ ਦਾ ਇਸ਼ੂ ਨਾ ਰਹੇ, ਐਟਲੀਸਟ ਉਹਨਾਂ ਤੋਂ ਇੱਕ ਛੱਤ ਹੋ ਜਾਏਗੀ। ਤਰੁਣ ਜੀ, ਇਹਦੇ 'ਚ ਤੁਸੀਂ ਮਤਲਬ ਆਪਾਂ ਜਿੱਦਾਂ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਹੁੰਦਾ ਕਿ ਆਪਾਂ ਆਪਣੇ ਦਰਸ਼ਕਾਂ ਨਾਲ ਕੋਈ ਇਹੋ ਜਿਹੇ 1-2 ਪ੍ਰੋਜੈਕਟਸ ਬਾਰੇ ਗੱਲ ਕਰਨੀ ਚਾਹੁੰਦੇ ਹੁੰਦੇ ਆ ਜਿੱਥੇ ਆਪਾਂ ਨੂੰ ਲੱਗਦਾ ਕਿ ਮਾਰਕੀਟ ਦੇ ਵਿੱਚ ਕਾਫੀ ਵੈਲਿਊ ਆ। ਹੁਣ ਮੰਨ ਲਓ ਜਿਵੇਂ ਕਿਸੇ ਦਾ ਬਜਟ ਹੈਗਾ 7-8 ਲੱਖ ਤੱਕ ਦਾ ਹੀ, ਮਤਲਬ ਇਸ ਬਜਟ ਤੋਂ ਉੱਪਰ ਨਹੀਂ ਜਾਣਾ ਚਾਹੁੰਦੇਗੇ, ਉਹਨਾਂ ਦੇ ਲਈ ਆਪਣੇ ਕੋਲ ਕੀ ਆਪਸ਼ਨਸ ਨੇ? ਦੇਖੋ ਜੇ 7-8 ਲੱਖ ਦੀ ਅਗਰ ਆਪਾਂ ਗੱਲ ਕਰੀਏ ਤਾਂ ਅੱਜ ਕੱਲ ਕਿਚਨ ਵਾਟਰਲੂ ਵਾਲਾ ਜਿਹੜਾ ਏਰੀਆ ਹੈਗਾ ਬਹੁਤ ਅੱਛਾ ਡਿਵੈਲਪ ਹੋ ਗਿਆ ਹੈ, ਆਲਰੇਡੀ ਹੋ ਗਿਆ, ਤੇ ਉੱਥੇ ਬਹੁਤ ਜ਼ਿਆਦਾ ਵਧੀਆ ਬੈਂਡਵਿਡਥ ਵੀ ਹੈਗੀ ਤੇ ਏਰੀਆ ਡਿਵੈਲਪ ਵੀ ਹੋ ਰਿਹਾ। ਉੱਥੇ ਸਾਡੇ ਕੋਲ 7.5 ਲੱਖ ਤੋਂ ਫ੍ਰੀ ਹੋਲ ਟਾਊਨ ਹੋਮ ਸਟਾਰਟ ਹੋ ਰਹੇ ਨੇ, ਟ੍ਰੈਡੀਸ਼ਨਲ ਟਾਊਨ ਹੋਮਸ, ਨਾਟ stacked town homes, not 3-story town homes, traditional town homes with 3 bedroom 2.5 washroom with single car garage ਤੇ backyard ਦੇ ਨਾਲ। ਉਸ ਦੇ ਨਾਲ ਅਗਰ ਜੇ ਕਿਸੇ ਦਾ ਬਜਟ ਜ਼ਿਆਦਾ, ਕਿਸੇ ਨੇ ਡਿਟੈਚ ਲੈਣਾ, ਤਾਂ ਹਾਈ 900 ਤੋਂ ਸਟਾਰਟ ਹੋ ਰਹੇ ਨੇ ਉਸੇ ਏਰੀਆ ਦੇ ਵਿੱਚ।
ਤੇ ਇਹ ਹੈਗੀ ਹੈ ਕਿ 7-8 ਲੱਖ ਦੇ ਵਿੱਚ, ਔਰ ਜੇ ਡਿਟਾਚ ਜਾ ਰਿਹਾ ਤਾਂ ਥੋੜਾ ਹੋਰ ਉੱਪਰ। ਉਸ ਤੋਂ ਇਲਾਵਾ ਅਗਰ 7-8 ਜੇ ਉਸ ਤੋਂ ਵੀ ਥੋੜਾ ਘੱਟ ਜਾਣਾ ਤਾਂ ਸਾਡੇ ਕੋਲ ਹੋਰ ਏਰੀਆ ਜਿਵੇਂ ਹੈਮਿਲਟਨ ਦੇ ਕੋਲ ਹੈਗਾ, ਕੈਲੇਡੋਨੀਆ ਹੈਗਾ, ਉੱਥੇ ਹਾਈ 600 ਤੋਂ ਸਟਾਰਟ ਹੋ ਰਹੇ ਨੇ ਟਾਊਨ ਹੋਮਸ। ਉਸ ਤੋਂ ਬਾਅਦ ਅਗਰ ਤੁਸੀਂ ਨਿਆਗਰਾ ਰੀਜਨ 'ਚ ਜਾਂਦੇ, ਉੱਥੇ ਅਸੀਂ ਹੁਣ ਲਾਸਟ ਵੀਕ ਐਮਪਾਇਰ ਕੈਲਡਰਵੁੱਡ ਦਾ ਉੱਥੇ ਵੇਚਿਆ ਸੀਗਾ। 3 ਦਿਨ ਫਰਾਈਡੇ ਸੈਟਰਡੇ ਸੰਡੇ ਬਿਲਡਰ ਨੇ ਮੋਰ ਦੈਨ 60 ਲੋਟਸ ਵੇਚਦੇ ਸੀਗੇ ਉਹਨਾਂ ਨੇ। ਪਰ ਜੇ ਤੁਹਾਨੂੰ ਮੰਨ ਲਓ ਕਿ ਮਤਲਬ ਦੂਰ ਲੋਕੇਸ਼ਨ ਤੇ ਨਾ ਜਾਣਾ ਚਾਹਣ ਕੋਈ ਦਰਸ਼ਕ, ਤਾਂ ਆਪਣੇ ਕੋਲ ਮਿਸੀਸਾਗਾ ਦੇ ਵਿੱਚ ਉਹਨਾਂ ਦੇ ਲਈ ਕੀ ਆਪਸ਼ਨ ਹੋ ਸਕਦੀ ਹੈ? ਮਿਸੀਸਾਗਾ ਦੇ ਵਿੱਚ ਵੀ ਸਾਡੇ ਕੋਲ ਇੱਕ ਨਵਾਂ ਪ੍ਰੋਜੈਕਟ ਆ ਰਿਹਾ ਜਿਹੜਾ ਕਿ ਡੰਡਾਸ ਤੇ ਕੋਤਰਾ ਰੋਡ ਦੇ ਉੱਪਰ ਆ ਰਿਹਾ ਹੈ। ਉੱਥੇ ਟਾਊਨ ਹਾਊਸ ਸਟਾਰਟ ਹੋ ਰਹੇ ਨੇ ਲੋ 800 ਤੋਂ। ਬਹੁਤ ਵਧੀਆ ਪ੍ਰੋਜੈਕਟ ਹੈ। ਮਿਸੀਸਾਗਾ ਦੇ ਵਿੱਚ ਲੋ 800 ਤੋਂ ਟਾਊਨ ਹਾਊਸ ਨਹੀਂ ਮਿਲਦੇ, ਪਹਿਲਾਂ ਵੀ ਨਹੀਂ ਮਿਲਦੇ ਸੀ, ਹੁਣ ਵੀ ਇਨਵੈਂਟਰੀ ਹੈ ਨਹੀਂ, ਕਿਉਂਕਿ ਮਿਸੀਸਾਗਾ 'ਚ ਮੋਸਟਲੀ ਹਾਈ ਰਾਈਜ਼ ਜਾਂ ਲੋ ਰਾਈਜ਼ ਕੰਡੋਜ਼ ਹੀ ਆਉਂਦੇ ਨੇ ਅੱਜ ਕੱਲ੍ਹ। ਕਿੰਨੀਆਂ ਕੁ ਯੂਨਿਟ ਨੇ ਜੀ ਉੱਥੇ ਮਿਸੀਸਾਗਾ ਦੇ ਵਿੱਚ ਜਿਹੜੇ ਟਾਊਨ ਹਾਊਸ ਉੱਥੇ ਟੋਟਲ 32 ਹੈ, ਬਟ ਬਿਲਡਰ ਜਿਹੜਾ ਹੈਗਾ ਕਿ ਪਹਿਲਾਂ 15 ਜਾਂ 16 ਵੇਚਣ ਦੀ ਟਰਾਈ ਕਰੇਗਾ। ਉਸ ਤੋਂ ਬਾਅਦ ਜਿਵੇਂ ਰਿਸਪੌਂਸ ਆਉਂਦਾ ਹੈ, ਤੁਹਾਨੂੰ ਪਤਾ ਬਿਲਡਰ ਫਿਰ ਪ੍ਰਾਈਸ ਵੀ ਵਧਾ ਸਕਦਾ ਹੈ ਜਾਂ ਇਨਸੈਂਟਿਵ ਵੀ ਖਤਮ ਕਰ ਸਕਦਾ ਹੈ। ਪਹਿਲਾਂ ਇਹ ਹੁੰਦਾ ਸੀਗਾ ਕਿ 15 ਤੋਂ 20%, 15% ਮਿਨੀਮਮ ਹੁੰਦਾ ਸੀ, 2-3 ਮਹੀਨੇ 'ਚ ਬਿਲਡਰ ਲੈ ਲੈਂਦਾ ਸੀਗਾ ਪੈਸੇ। ਇਹਦੇ ਵਿੱਚ ਕੀ ਹੈ 10% ਡਿਪੋਜ਼ਿਟ ਸਟਰਕਚਰ ਹੈ 1 ਸਾਲ ਦੇ ਵਿੱਚ, ਉਹ ਵੀ ਮਿਸੀਸਾਗਾ ਦੇ ਵਿੱਚ। ਤਾਂ ਇਹ ਬਹੁਤ ਹੀ ਘੱਟ ਆਪਸ਼ਨਸ ਪਹਿਲਾਂ ਆਉਂਦੀ ਸੀਗੀ, ਹੁਣ ਇਹ ਆਈ ਹੋਈ ਹੈ ਤੇ ਪ੍ਰੋਜੈਕਟ ਨੈਕਸਟ ਵੀਕ ਲਾਂਚ ਹੋ ਰਿਹਾ। ਟਾਊਨ ਹੋਮ ਸਟੈਕ ਵੀ ਨੇ, 3 ਸਟੋਰੀ ਟਾਊਨ ਹੋਮਸ ਵੀ ਨੇ, ਔਰ ਲੇਕ ਤੋਂ ਵੀ ਜ਼ਿਆਦਾ ਦੂਰ ਨਹੀਂ, ਸਕੇਅਰ 1 ਤੋਂ ਵੀ ਜ਼ਿਆਦਾ ਦੂਰ ਨਹੀਂ, ਤਾਂ ਬਹੁਤ ਅੱਛੀ ਆਪਸ਼ਨ ਹੈ। ਇਸ ਤੋਂ ਇਲਾਵਾ ਸਾਡੇ ਕੋਲ ਸੈਮੀ ਡਿਟੈਚ ਹੈ 1.3 ਮਿਲੀਅਨ ਦੇ ਆਸ-ਪਾਸ, ਉਹ ਵੀ ਮਿਸੀਸਾਗਾ ਦੇ ਵਿੱਚ ਹੈ। ਕੀ ਲੋਕੇਸ਼ਨ ਹੈ ਮਿਸੀਸਾਗਾ ਦੇ ਵਿੱਚ? ਉਹ ਸੈਮੀ ਡਿਟੈਚ ਨੇ ਆਪਣੇ ਕੋਲ? ਉਹਦੀ ਹੈਗੀ ਹੈ 401 ਤੇ ਮੇਵਿਸ ਰੋਡ ਤੇ ਆਲਰੇਡੀ ਕਮਿਊਨਿਟੀ ਡਿਵੈਲਪ ਹੋਈ ਹੋਈ ਹੈ। ਉਹਦੇ ਛੋਟਾ ਜਿਹਾ ਲੋਟ ਹੈਗਾ ਜਿਹੜਾ ਲੈਂਡ ਹੈਗੀ ਜਿੱਥੇ ਬਿਲਡਰ 12 ਜਾਂ 13 ਸੈਮੀ ਡਿਟੈਚ ਬਣਾ ਰਿਹਾ। 1.3 ਮਿਲੀਅਨ ਤੋਂ ਸਟਾਰਟ ਹੋ ਰਿਹਾ, ਸਭ ਕੁਝ ਹੀ ਕਨੈਕਟਡ ਹੈ, ਵਧੀਆ ਸਕੂਲਸ ਵੀ ਨਾਲ ਹੈ, ਹਾਈਵੇਜ਼ ਵੀ ਨਾਲ ਨੇ, ਬੱਸ ਟਰਮੀਨਲ ਵੀ ਨਾਲ ਨੇ, ਤਾਂ ਉੱਥੇ ਸਾਡੇ ਕੋਲ ਹੈਗੀ ਆਪਸ਼ਨ ਮਿਸੀਸਾਗਾ 'ਚ ਬਹੁਤ ਵਧੀਆ ਉੱਥੇ ਵੀ। ਬੋਟਮ ਲਾਈਨ ਇਹ ਆ ਤਰੁਣ ਕਿ ਆਪਾਂ ਦਰਸ਼ਕਾਂ ਨੂੰ ਇਹ ਗੱਲ ਕਹਿ ਸਕਦੇ ਹਾਂ ਕਿ ਇਸ ਟਾਈਮ ਮਾਰਕੀਟ ਦੇ ਵਿੱਚ ਜੇ ਤੁਹਾਨੂੰ ਰੀਸੇਲ ਦੇ ਵਿੱਚ ਕੋਈ ਵਧੀਆ ਆਪਸ਼ਨ ਨਹੀਂ ਮਿਲ ਰਹੀਗੀ, ਤਾਂ ਹਜੇ ਵੀ ਮਾਰਕੀਟ ਜਿਵੇਂ ਕਹ ਲਓ ਕਿ ਠੀਕ ਆ ਪ੍ਰੀ ਕੰਸਟਰਕਸ਼ਨ ਦੇ ਵਿੱਚ ਐਂਟਰ ਕਰਨ ਵਾਸਤੇ। ਔਰ ਇਹ ਪ੍ਰੀ ਕੰਸਟਰਕਸ਼ਨ ਦੇ ਉੱਤੇ ਅਸੀਂ ਥੋੜਾ ਜਿਹਾ ਜ਼ੋਰ ਇਸ ਕਰਕੇ ਦੇ ਰਹੇ ਹਾਂ ਕਿ ਇਹ ਜਿਹੜੀ ਇਸ ਟਾਈਮ ਪ੍ਰੀ ਕੰਸਟਰਕਸ਼ਨ ਦੀ ਮਾਰਕੀਟ ਆ ਉਹ ਉਸ ਤਰ੍ਹਾਂ ਦੀ ਨਹੀਂ ਹੈ ਕਿ ਜਿਹੜੀ ਅੱਜ ਤੋਂ 1 ਸਾਲ ਪਹਿਲਾਂ ਸੀ, ਕਿਉਂਕਿ ਅੱਜ ਜਿਹੜੀ ਮਾਰਕੀਟ ਆ ਉਹਦੇ ਵਿੱਚ ਬਹੁਤ ਜ਼ਿਆਦਾ ਪ੍ਰਾਈਸਿਸ ਐਡਜਸਟ ਹੋ ਕੇ ਉਹ ਰੀਸੇਲ ਮਾਰਕੀਟ ਦੇ ਨਾਲ ਕੰਪੈਟੀਬਲ ਨੇ ਪ੍ਰਾਈਸਿਸ ਨੇ ਜਿਹੜੇ ਉਹਦੇ, ਔਰ ਪਲੱਸ ਜਿਹੜੇ ਇਨਸੈਂਟਿਵਸ ਵੀ ਆ। ਸੋ ਮੈਂ ਇੱਕ ਗੱਲ ਹੋਰ ਬੜੀ ਵਾਰ ਕਹਿੰਦਾ ਹੁੰਦਾ ਕਿ ਸਾਡਾ ਕਿਸੇ ਵੀ ਕੋਈ ਪਾਰਟਿਕੂਲਰ ਬਿਲਡਰ ਨੂੰ ਪ੍ਰਮੋਟ ਕਰਨ ਦਾ ਆਈਡੀਆ ਨਹੀਂ ਹੁੰਦਾਗਾ। ਅਸੀਂ ਮਾਰਕੀਟ ਦੇ ਵਿੱਚ ਉਹ ਚੀਜ਼ ਸ਼ੇਅਰ ਕਰਦੇ ਹਾਂ ਜੋ ਸਾਨੂੰ ਲੱਗਦੀ ਆ ਕਿ ਜਿੱਥੇ ਸਾਡੇ ਦਰਸ਼ਕ ਜ਼ਿਆਦਾ ਬੈਨੀਫਿਟ ਲੈ ਸਕਦੇ ਨੇ ਜਿਹੜੀ ਵੀ ਚੀਜ਼ ਦਾ। ਸੋ ਤੁਹਾਡਾ ਕੋਈ ਵੀ ਕੁਐਸਚਨ ਹੋਵੇ, ਮੰਨ ਲਓ ਮੇਰਾ ਇੱਕ ਕੁਐਸਚਨ ਹੈ, ਬਿਲੀਅਨ ਡਾਲਰ ਕੁਐਸਚਨ। ਹਾਂਜੀ, ਤੁਸੀਂ ਕਹਿੰਦੇ ਪ੍ਰੀ ਕੰਸਟਰਕਸ਼ਨ ਚ ਬਾਈ ਕਰ ਲਓ, ਰੀਸਰਚ ਚਲੋ ਜੋ ਵੀ ਹੈ ਮਾਰਕੀਟ ਚ ਆ ਰਹੀ ਹੈ, appreciation within a few words, is it the same for both? ਦੇਖੋ ਜਿਹੜਾ ਪ੍ਰੀ ਕੰਸਟਰਕਸ਼ਨ ਦਾ ਐਪਰੀਸ਼ੀਏਸ਼ਨ ਉਹ ਜ਼ਿਆਦਾ ਹੋਣਾ ਰੀਸੇਲ ਦੇ ਕੰਪੈਰੀਟਿਵ। ਉਹ ਐਕਸਪਲੇਨ ਕਰ ਦਿਓ। ਨਵੀਆਂ ਜਿਹੜੀਆਂ ਪ੍ਰਾਪਰਟੀਆਂ ਨੇ ਉਹ ਜ਼ਿਆਦਾ ਆਪਣੇ ਐਪਰੀਸ਼ੀਏਟ ਕਰਦੀਆਂ ਨੇ, ਬਟ ਉਹਦੇ 'ਚ ਇਹ ਹੈ ਕਿ ਨਵੀਆਂ ਥਾਵਾਂ ਤੇ ਤੁਹਾਨੂੰ ਥੋੜੀ ਜਿਹੀ ਪਹਿਲਾਂ ਹੈਸਲ ਵੀ ਸਹਿਣੀ ਪੈਂਦੀ ਆ। ਜਦੋਂ ਤੁਸੀਂ ਨਵੀਂ ਥਾਂ ਤੇ ਜਾਓਗੇ ਡਸਟ ਹੋਣੀ ਹੈ, ਮਿੱਟੀ ਘੱਟਾ ਹੋਣਾ ਵਾ, ਰਾਈਟ, ਸਬ ਡਿਵੀਜ਼ਨ ਨੂੰ ਡਿਵੈਲਪ ਹੋਣ ਨੂੰ ਥੋੜਾ ਜਿਹਾ ਟਾਈਮ ਲੱਗਣਾ, ਉਹ ਤੁਸੀਂ ਉਹਦਾ ਪ੍ਰਾਈਸ ਪੇ ਕਰਦੇ ਹੋ, ਬਟ ਬਾਅਦ ਦੇ ਵਿੱਚ ਤੁਹਾਨੂੰ ਉਹਦਾ ਬੈਨੀਫਿਟ ਕੀ ਹੁੰਦਾ ਵਾ ਕਿ ਉਹ ਪ੍ਰਾਪਰਟੀ ਜ਼ਿਆਦਾ ਗਰੋ ਕਰਦੀ ਹੈ। ਜੋ ਮੈਂ $1,00,000 ਦਾ ਡਿਪੋਜ਼ਿਟ ਦਾ, ਠੀਕ ਹੈ, 3 ਸਾਲ ਬਾਅਦ ਕਲੋਜ਼ਿੰਗ ਹੈ। ਹਾਂਜੀ, ਮੇਰੀ ਐਪਰੀਸ਼ੀਏਸ਼ਨ ਅੱਜ ਤੋਂ ਸ਼ੁਰੂ ਹੋਏਗੀ ਕਿ 3 ਸਾਲ ਬਾਅਦ ਜਾ ਕੇ? ਜਿਹੜੀ ਤੁਹਾਡੀ ਐਪਰੀਸ਼ੀਏਸ਼ਨ ਆ ਉਹ ਅੱਜ ਤੋਂ ਹੀ ਸਟਾਰਟ ਹੋ ਜਾਣੀ। ਸੋ ਵਾਈ ਡੂ ਪੀਪਲ ਸਟਿਲ ਗੋ ਵਿਦ ਰੀਸੇਲ ਵਨ ਦੇ ਹੈਵ ਦਿਸ? ਉਹਦੇ 'ਚ ਪਤਾ ਕੀ ਹੈ, ਦੇਖੋ ਜੇ ਅੱਜ ਹੁਣ ਤੁਹਾਡੀ ਰਿਕੁਆਇਰਮੈਂਟ ਅੱਜ ਦੀ ਆ, ਹੁਣ ਤੁਹਾਨੂੰ ਅੱਜ 3 ਮਹੀਨਿਆਂ ਬਾਅਦ 2 ਮਹੀਨਿਆਂ ਬਾਅਦ ਤੁਹਾਨੂੰ ਘਰ ਚਾਹੀਦਾ, ਤੁਸੀਂ ਵੇਟ ਨਹੀਂ ਕਰ ਸਕਦੇ ਕਿ ਫਾਦ 2 ਸਾਲ ਦੀ। ਅੱਛਾ, ਸੋ ਦ ਵਨਸ ਦੈਟ ਆਰ ਪਲਾਨਿੰਗ ਟੂ ਗੈਟ ਮੈਰੀਡ, ਹਰ ਆਦਮੀ ਸਮ ਟਾਈਮ ਹੁੰਦਾ ਕੀ ਹੈ ਫਹਾਦ ਕਿ ਬਹੁਤ ਸਾਰੇ ਇਦਾਂ ਦੇ ਵੀ ਬਾਇਰ ਹੁੰਦੇ ਆ ਜਿਨ੍ਹਾਂ ਨੇ ਆਲਰੇਡੀ ਬੈਂਕ ਤੋਂ ਪ੍ਰੀ ਅਪਰੂਵਲ ਲੈ ਕੇ ਰੱਖਿਆ ਹੁੰਦਾ ਕਿ ਵਿਦ ਇਨ ਦੈਟ ਟਾਈਮ ਪੀਰੀਅਡ ਤੁਸੀਂ ਉਹ ਪ੍ਰਾਪਰਟੀ ਬਾਈ ਕਰਨੀ ਹੁੰਦੀ ਹੈ। ਬਿਲਕੁਲ, ਉਹਦੇ ਨਾਲ ਇੱਕ ਚੀਜ਼ ਇਹ ਵੀ ਅਫਾਦ ਕਈ ਵਾਰ ਇਹ ਹੁੰਦਾ ਕਿ ਰੀਸੇਲ ਦੇ ਵਿੱਚ ਆਪਾਂ ਆਪਣੀ ਕੋਈ ਫੈਮਿਲੀ ਕਿਸੇ ਜਗ੍ਹਾ ਤੇ ਰਹਿ ਰਹੀ ਹੁੰਦੀ ਆ, ਕਿਸੇ ਪਾਰਟਿਕੂਲਰ ਸਕੂਲ ਏਰੀਆ ਦੀ ਆਪਣੀ ਪ੍ਰੈਫਰੈਂਸ ਆ, ਆਪਣੀ ਕੰਮ ਕਰਕੇ ਕਿਸੇ ਪਾਰਟਿਕੂਲਰ ਏਰੀਆ ਦੀ ਪ੍ਰੈਫਰੈਂਸ ਆ। ਬਾਟਮ ਲਾਈਨ ਇਹ ਆ, ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀ ਇਹ ਮਾਰਕੀਟ ਆ, ਮਾਰਕੀਟ ਦੇ ਵਿੱਚ ਕਿਤੇ ਵੀ ਤੁਸੀਂ ਐਂਟਰ ਕਰਨਾ ਵਾ ਤੁਹਾਨੂੰ ਐਂਟਰ ਕਰ ਜਾਣਾ ਚਾਹੀਦਾ। ਤੁਹਾਡੇ ਕੋਈ ਵੀ ਕੁਐਸਚਨਸ ਨੇ, ਤੁਹਾਡਾ ਕੋਈ ਆਬਲੀਗੇਸ਼ਨ ਨਹੀਂ ਸਾਡੇ ਨਾਲ ਕੰਮ ਕਰਨ ਦਾ, ਤੁਸੀਂ ਸਾਨੂੰ ਇੱਕ ਵਾਰ ਕਾਲ ਕਰੋ, ਸਾਡੇ ਨਾਲ ਡਿਸਕਸ ਕਰੋ। ਮੈਂ ਤੁਹਾਨੂੰ ਇੱਕ ਗੱਲ ਦੀ ਸ਼ਿਓਰਟੀ ਦਿੰਦਾ ਕਿ ਤੁਹਾਡੀ ਇੱਕ ਕਾਲ ਤੁਹਾਨੂੰ ਕਾਫੀ ਹੈਲਪ ਕਰੇਗੀ ਇੱਕ ਵਧੀਆ ਡਿਸੀਜਨ ਬਣਾਉਣ ਦੇ ਵਿੱਚ। ਤੁਹਾਡੀ ਆਬਲੀਗੇਸ਼ਨ ਹੈ ਕਲਾਇੰਟ ਨੂੰ ਮਿਲਣ ਦੀ, ਤੇ ਮੇਲੇ ਦਾ ਦੱਸੋ ਹੁਣ ਜਿਹੜਾ 15 16 ਤੇ 20 ਤੁਸੀਂ ਆ ਰਹੇ ਹੋ। ਹਾਂਜੀ, ਇਹਦੇ ਬਾਰੇ ਫਾਤ ਤੁਸੀਂ ਦੱਸੋ ਜਿਹੜਾ ਈਦ ਮੇਲਾ ਆਪਾਂ ਇਹਦੇ ਤੇ। So if you guys want to meet us, or if you want to meet Praveen ji or any of the team members, ਤੁਸੀਂ ਆ ਸਕਦੇ ਹੋ on the 15th, 16th and the 20th. It's going to be from 2 p.m. to 12 a.m. ਕਿਹੜੀ ਜਗ੍ਹਾ ਤੇ ਹੋ ਰਿਹਾ ਹੈ? This is going to be Swagat Banquet Hall. ਸਵਾਗਤ ਬੈਂਕਟ ਹਾਲ ਜੀ। ਤੁਸੀਂ ਸਾਨੂੰ ਆਓ, ਸਾਡੀ ਸਾਰੀ ਟੀਮ ਨੂੰ ਮਿਲੋ
ਤੇ ਕਾਫੀ ਉੱਥੇ ਜੀ ਸ਼ਾਪਿੰਗ ਵੀ ਕਰ ਸਕਦੇ ਆ ਕੇ ਤੁਸੀਂ। ਇਹ ਮੇਲਾ ਈਦ ਦਾ ਮੇਲਾ ਕਾਫੀ ਫੇਮਸ ਹੈ ਜੀ। ਮੇਲੇ ਦੀ ਥੋੜੀ ਐਡਵਰਟਾਈਜ਼ਮੈਂਟ ਕਰੋ। ਮੇਲੇ ਦੇ ਵਿੱਚ ਇਹ ਫਾਇਦਾ ਕਿ ਆਪਾਂ ਜਿਹੜੇ ਵੀ ਆਪਣੇ ਉੱਥੇ ਵਿਊਅਰਸ ਆਣਗੇ ਉੱਥੇ, ਔਰ ਆਪਣੇ ਨਾਲ ਕੋਈ ਵੀ ਜੇ ਕੋਈ ਯੂਨਿਟ ਬੁੱਕ ਕਰਦੇ ਨੇ ਤਾਂ ਉਹਨਾਂ ਨੂੰ ਸਪੈਸ਼ਲ ਇਨਸੈਂਟਿਵ ਦਿੱਤੇ ਜਾਣਗੇ। ਉਹ ਆਪਾਂ ਇਸ ਤਰ੍ਹਾਂ ਕਰਾਂਗੇ, ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਉਹਦੀ ਵੀ ਅਨਾਉਂਸਮੈਂਟ ਕਰਾਂਗੇ। 100% ਠੀਕ ਹੈ ਜੀ। ਤੇ ਇਹਦੇ ਨਾਲ ਹੀ ਸਾਨੂੰ ਦਿਓ ਇਜਾਜ਼ਤ ਜੀ, ਸਮਾਂ ਹੋ ਚੁੱਕਿਆ। ਅਗਲੇ ਸ਼ੁੱਕਰਵਾਰ ਫਿਰ ਤੁਹਾਡੇ ਨਾਲ ਮੁਲਾਕਾਤ ਹੁੰਦੀ ਹੈ। ਥੈਂਕ ਯੂ।